नमस्कार, आदाब, सत श्री अकाल। हमदर्द टीवी देखने वाले सारे दर्शकों का बहुत बहुत स्वागत है प्रोग्राम न्यूज़ एंड व्यूज़ ਵਿੱਚ। मैं ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਵਿੱਚ ਅਸੀਂ ਹੁਣ ਤੱਕ ਦੀਆਂ ਜਿਹੜੀਆਂ ਲੇਟੈਸਟ ਖਬਰਾਂ ਹੁੰਦੀਆਂ ਨੇ ਉਹਦੇ ਬਾਰੇ ਵਿਚਾਰ ਵਟਾਂਦਰਾ ਕਰਦੇ ਹਾਂ ਤੇ ਤੁਹਾਡੇ ਵਿਚਾਰ ਜਾਣਨ ਲਈ ਹੇਠਾਂ ਮੋਬਾਈਲ ਨੰਬਰ ਜਿਹੜਾ ਪ੍ਰੋਵਾਈਡ ਕਰਵਾਇਆ ਗਿਆ ਜਿੱਥੇ ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹਮੇਸ਼ਾ ਦੀ ਤਰ੍ਹਾਂ ਜੋੜ ਲੈਂਦੇ ਹਾਂ ਜੀ ਮੇਰੇ ਸਹਿਯੋਗੀ ਮਰਗਿੰਨਾ ਜੀ ਨੂੰ। ਸਵਾਗਤ ਹੈ ਸਰ। ਤੁਹਾਨੂੰ ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ, आदाब, नमस्कार। हम हैं मुश्ताक और वो बेजार या इलाही। ये माजरा क्या है? क्या बात है। मैं भी मुंह में जुबान रखता हूँ, काश पूछो कि मुद्दा क्या है, जबकि तुझ बिन कोई नहीं मौजूद, फिर ये हंगामा खुदा क्या है। हमको उनसे वफा की है उम्मीद, जो नहीं जानते वफा क्या है। हाँ भरा कर तेरा भला होगा और दरवेश की सदा क्या है। जान तुम पर निसार करता हूँ, मैं नहीं जानता दुआ क्या है। मैंने माना कि कुछ नहीं गालिब, मुफ्त आए तो बुरा क्या है। दिले नदां तुझे हुआ क्या है, आखिर इस दर्द की दवा क्या है। क्या बात है। गालिब का भी अपना ही अंदाज है। बिल्कुल जी। देखो गालिब ने बहुत सोहणियां गज़लां लिखियां ने, ਇਹਦੇ ਨਾਲ ਕਈ ਚੁਟਕਲੇ ਵੀ ਹੈਗੇ ਨੇ। ਤਾਂ ਉਹ ਕਹਿੰਦੇ ਗਾਲਿਬ ਨੂੰ ਅੰਬ ਚੂਪਣ ਦਾ ਬਹੁਤ ਸੀਗਾ ਸ਼ੌਕ ਸੀਗਾ ਤੇ ਇੱਕ ਉਹਦਾ ਦੋਸਤ ਸੀਗਾ ਉਹ ਅੰਬਾਂ ਨੂੰ ਕਹਿੰਦੇ ਹੇਟ ਕਰਦਾ ਸੀਗਾ। ਤੇ ਇੱਕ ਦਿਨ ਉਹ ਦੋਨੇ ਬੈਠੇ ਆ ਤੇ ਮਿਰਜ਼ਾ ਗਾਲਿਬ ਆਰਾਮ ਨਾਲ ਅੰਬ ਚੂਪ ਰਿਹਾ, ਉਹ ਦੋਸਤ ਵੀ ਨਾਲ ਬੈਠਾ, ਉਹ ਚੂਪ ਕੇ ਸਿੱਟ ਰਿਹਾ। ਬਾਜ਼ਾਰ ਦੇ ਵਿੱਚ ਇੱਕ ਗਧਾ ਲੰਘਿਆ, ਗਧੇ ਨੂੰ ਸਮੈਲ ਕੀਤਾ ਤੇ ਚਲਿਆ ਗਿਆ। ਉਹਦਾ ਦੋਸਤ ਕਹਿੰਦਾ ਦੇਖਿਆ ਅੰਬ ਤਾਂ ਗਧੇ ਵੀ ਨਹੀਂ ਖਾਂਦੇ। ਉਹ ਕਹਿੰਦਾ ਹਾਂ ਤੇਰੀ ਗੱਲ ਠੀਕ ਆ, ਗਧੇ ਹੀ ਅੰਬ ਨਹੀਂ ਖਾਂਦੇ। ਸੋ ਇਟਸ ਗੱਲ ਕਹਿਣ ਦਾ ਢੰਗ ਹੈ ਜੀ। ਮਿਰਜ਼ਾ ਗਾਲਿਬ ਨੇ ਅਖੀਰ ਬਾਅਦ ਚ ਬੜੀ ਗੁਰਬਤ ਚ ਡੈਥ ਹੋਈ ਹੈ ਜੀ, ਪਰ ਬਹੁਤ ਸੋਹਣੀਆਂ ਗਜ਼ਲਾਂ ਹੁਣ ਤੱਕ ਵੀ ਫਿਲਮਾਂ 'ਚ ਵੀ। ਆ ਫਿਲਮ ਦੀ ਗਜ਼ਲ ਹੈ ਜੀ ਇੱਕ ਦੇ ਜਿਹਦੇ ਵਿੱਚ ਇਹ ਆਈ ਹੋਈ ਹੈ, ਦਿਲੇ ਨਾਦਾਂ ਤੁਝੇ ਹੁਆ ਕਿਆ ਹੈ। ਜੀ ਬਿਲਕੁਲ। ਤੇ ਸਰ ਅੱਜ ਮੌਸਮ ਦੀ ਗੱਲ ਕਰੀਏ, ਸ਼ੁਰੂਆਤ ਕਰਦੇ ਹਾਂ। ਓਨਟਾਰੀਓ ਦੀ ਪਹਿਲੀਆਂ ਸਨੋਫਲੇਕਸ ਪੜੀਆਂ ਨੇ ਤੇ ਕੀ ਕਹਿਣਾ ਚਾਹੋਗੇ? ਠੰਡ ਕਰਤੀ ਅੱਜ ਤੇ ਪੂਰੀ। ਦੇਖੋ ਜੀ ਉਹ ਸਮਾਂ ਆ ਗਿਆ, ਨਵੰਬਰ ਵੀ ਆ ਗਿਆ, ਅੱਜ ਹੈਲੋਵੀਨ ਹੈ ਜੀ। ਮੋਸਟਲੀ ਹੈਲੋਵੀਨ ਨੂੰ ਕੱਲ ਨੂੰ ਹੋਣੀ ਸਰ 31 ਨੂੰ। ਹਾਂ ਯੂ ਰਾਈਟ। ਹਾਂ ਮੋਸਟਲੀ ਹੈਲੋਵੀਨ ਟਾਈਮ ਤੇ ਆਮ ਵੈਦਰ ਬਹੁਤਾ ਚੰਗਾ ਨਹੀਂ ਹੁੰਦਾ। ਮੀਂਹ ਕਣੀ ਹੋਏਗੀ, ਬਹੁਤ ਘੱਟ ਹੈਲੋਵੀਨਸ ਐਸੇ ਨੇ ਜਦੋਂ ਮੌਸਮ ਬੜਾ ਵਧੀਆ ਹੋਏਗਾ। ਸੋ ਅੱਜ ਜੀ ਫਲਰੀ ਸਾਡੇ ਆ ਗਈਆਂ ਨੇ, ਸੜਕਾਂ ਤੇ ਹਵਾ ਦੇ ਨਾਲ ਉੱਡਦੀਆਂ ਦਿਸਦੀਆਂ ਸੀਗੀਆਂ। ਇਟਸ ਅ ਸਾਈਨ ਆਫ ਥਿੰਗਸ ਟੂ ਕਮ। ਕੋਈ ਵਿਚਾਲੇ ਜਾ ਕੇ ਆਪਾਂ ਕਿਹਾ ਕਰਾਂਗੇ ਕਿ ਇਹੋ ਜਿਹਾ ਮੌਸਮ ਹੀ ਹੋਵੇ ਤਾਂ ਚੰਗਾ ਸੀ। ਬਿਲਕੁਲ। ਉਹ ਕਹਿੰਦੇ ਜਦੋਂ ਨਵੇਂ ਨਵੇਂ ਆਉਂਦੇ ਉਦੋਂ ਸਨੋ ਬੜੀ ਚੰਗੀ ਲੱਗਦੀ ਆ, ਜਦੋਂ ਹੋ ਜਾਂਦੇ ਨੇ 2-4 ਸਾਲ ਮੇਰੇ ਵਰਗਿਆਂ ਨੂੰ ਫੇਰ ਤਾਂ ਰੱਬ ਰੱਬ ਹੀ ਕਰਦੇ ਆ ਵੀ ਕਿਉਂ ਪੈ ਗਈ। ਇਹ ਪੱਕੀ ਗੱਲ ਹੈ ਤਰਨ। ਇਹ ਮੈਨੂੰ ਤੁਹਾਨੂੰ ਬਹੁਤ ਸਾਰੇ ਸਾਲ ਹੋ ਗਏ ਨੇ ਆਏ ਨੂੰ। ਹੁਣ ਵੀ ਜਦੋਂ ਪਹਿਲੀ ਫਾਲ ਹੁੰਦੀ ਹੈ ਚੰਗਾ ਲੱਗਦਾ, ਸਾਫ਼ ਲੱਗਦਾ ਹੈ, ਚਿੱਟੀ ਚਾਦਰ ਵਿਛੀ ਹੋਈ ਹੈ, ਲੁਕਸ ਬਿਊਟੀਫੁਲ। ਬਿਲਕੁਲ। ਪਰ ਕੁਛ ਨਾ ਵਾ ਨਾ ਉਸਨੂੰ ਗੰਦੀ ਹੋਣ ਲੱਗ ਜਾਂਦੀ ਹੈ। ਆਸੇ ਪਾਸਿਓਂ ਉਹ ਜਿਹੜਾ ਪਿਘਲਦੀ ਆ, ਖਰਾਬ ਹੋ ਗਈ, ਉੱਪਰੋਂ ਜਿਹੜੀ ਰੂੰ ਵਰਗੀ ਦਿਸਦੀ ਹੁੰਦੀ ਆ ਉਹ ਥੱਲੇ ਨੂੰ ਚਲੀ ਜਾਂਦੀ ਹੈ, ਗੰਦੀ ਦਿਸਣ ਲੱਗ ਜਾਂਦੀ ਹੈ। ਤਾਜ਼ੀ ਪਈ ਵੀ ਚੰਗੀ ਹੈ, ਅੰਦਰੋਂ ਘਰ ਬੈਠਿਆਂ ਨੇ ਦੇਖਣੀਆਂ ਚੰਗੀ ਆ। ਜੇ ਬਾਹਰ ਜਾਣਾ, ਡਰਾਈਵ ਕਰਨਾ, ਤੁਰਨਾ, ਕਈ ਵਾਰੀ ਗਾਰੇ ਵਰਗਾ ਵੀ ਹਾਲਾਤ ਹੋ ਜਾਂਦੇ ਆ, ਸਲਿੱਪਰੀ ਹੋ ਜਾਂਦੀ ਹੈ, ਡਿੱਗ ਪਈਦਾ, ਬੰਦਿਆਂ ਦੇ ਸੱਟਾਂ ਲੱਗਦੀਆਂ ਨੇ। ਬਜ਼ੁਰਗਾਂ ਦਾ ਖਾਸ ਔਖਾ ਆ ਜਿਹੜੇ ਗਰਮੀਆਂ 'ਚ ਫਿਰ ਵੀ ਵਾਕ ਵਗੈਰਾ ਕਰ ਲੈਂਦੇ ਆ, ਸਰਦੀਆਂ 'ਚ ਤਾਂ ਬਸ ਉਹ ਕਹਿੰਦੇ ਆ ਕਿ ਮਿੱਠੀ ਜੇਲ੍ਹ ਬਸ ਅੰਦਰ ਹੀ ਡੱਕੇ ਰਹੋ। ਬਿਲਕੁਲ। ਜਿਹੜੇ ਆਪਣੇ ਲੋਕ ਨੇ ਉਹ ਕੁਛ ਜਿਹੜੇ ਇੰਡੀਆ ਚਲੇ ਜਾਂਦੇ ਨੇ, ਐਸਕੀ ਇੰਡੀਆ ਜਾਣਾ ਵੀ ਕੋਈ ਸੌਖਾ ਨਹੀਂ ਹੈ। ਆਪਣੇ ਜਿਹੜੀ ਕੈਨੇਡੀਅਨ ਪਾਪੂਲੇਸ਼ਨ ਹੈਗੀ ਹੈ ਉਹਨਾਂ ਨੂੰ ਸਨੋਬਰਡਸ ਕਿਹਾ ਜਾਂਦਾ ਹੈ ਕਿ ਉਹ ਸਾਊਥ ਚਲੇ ਜਾਂਦੇ। ਮੋਸਟਲੀ ਲੋਕ ਆਪਣੇ ਫਲੋਰੀਡਾ ਵਗੈਰਾ 'ਚ ਜਾਂਦੇ ਨੇ ਜਿਹੜੇ ਐਕਚੁਅਲ ਕੈਨੇਡੀਅਨਸ ਨੇ। ਉਹ ਜਿਹੜਾ ਸਿਆਲਾਂ ਦੀ ਰੁੱਤ ਹੈਗੀ ਹੈ ਉੱਥੇ ਮਾਰਚ ਅਪ੍ਰੈਲ ਨੂੰ ਫਿਰ ਵਾਪਸ ਆਉਣਗੇ, ਜਦੋਂ ਉਹ ਇੱਥੇ ਪਿਘਲ ਜਾਂਦੀ ਹੈ, ਮੁੱਕ ਜਾਂਦੀ ਹੈ, ਫਿਰ ਆ ਜਾਂਦੇ ਨੇ ਜਿਹੜੇ ਲੋਕ ਰਿਟਾਇਰ ਹੋਏ ਹੋਏ ਨੇ। ਜਦੋਂ ਰਿਟਾਇਰ ਹੋਵਾਂਗੇ ਉਦੋਂ ਦੇਖਾਂਗੇ, ਉਨੀ ਦੇਰ ਤੱਕ ਤਾਂ ਮੇਰੇ ਖਿਆਲ ਹੈ ਇੰਜੋਏ ਇਟ, ਵਾਈ ਨਾਟ। ਬਿਲਕੁਲ ਜੀ। ਗੱਲ ਕਰਾਂਗੇ ਇਹਦੇ ਬਾਰੇ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ? ਅਸੀਂ ਬ੍ਰੈਂਪਟਨ ਤੋਂ ਬੋਲ ਰਹੇ ਹਾਂ ਜੀ। ਤੁਹਾਡੇ ਟੀਵੀ ਤੋਂ ਆਵਾਜ਼ ਨਹੀਂ ਆ ਰਹੀ ਜਦ ਦਾ ਪ੍ਰੋਗਰਾਮ ਸਟਾਰਟ ਹੋਇਆ। ਬ੍ਰੈਂਪਟਨ ਤੋਂ ਤੁਸੀਂ ਕਾਲ ਕਰ ਰਹੇ ਹੋ ਜੀ। ਮੈਂ ਆਪਣੀ ਟੈਕਨੀਕਲ ਟੀਮ ਨੂੰ ਇੱਕ ਵਾਰੀ ਦੇਖ ਲੈਂਦੀ ਹਾਂ, ਉਹਨਾਂ ਨੂੰ ਕਹਿ ਦਿੰਦੇ ਹਾਂ, ਗੁਜ਼ਾਰਿਸ਼ ਕਰਦੇ ਹਾਂ ਕਿ ਇੱਕ ਵਾਰੀ ਚੈੱਕ ਕਰ ਦਿੱਤਾ ਜਾਵੇ। ਸਿਰਫ ਤੁਹਾਡੀ ਪ੍ਰੋਬਲਮ ਆ ਜਾਂ ਕਿਤੇ ਹੋਰ ਪ੍ਰੋਬਲਮ ਆ, ਸਾਨੂੰ ਇਹਦੇ ਬਾਰੇ ਜ਼ਰੂਰ ਕਮੈਂਟ ਕਰ ਦਿਓ ਕਿਉਂਕਿ ਫੇਸਬੁੱਕ ਤੇ ਵੀ ਸਾਡਾ ਪ੍ਰੋਗਰਾਮ ਨਾਲ ਚੱਲ ਰਿਹਾ। ਮੈਮ ਬਿਲਕੁਲ ਅਸੀਂ ਇੱਕ ਵਾਰੀ ਚੈੱਕ ਕਰ ਲੈਂਦੇ ਹਾਂ ਸਾਡੀ ਸਰਵਰ ਟੀਮ। ਜੇ ਬਾਈ ਚਾਂਸ ਇੱਥੋਂ ਕੋਈ ਕਨੈਕਸ਼ਨ ਨਾ ਹੋਇਆ ਪ੍ਰੋਬਲਮ ਤਾਂ ਤੁਸੀਂ ਪਿਕਚਰ ਆ ਰਹੀ ਹੈ ਜੀ।
हाँ जी पिक्चर आ रही है पर आवाज नहीं आ रही। ਜੀ ਤੁਸੀਂ ਇੱਕ ਵਾਰੀ ਆਪਣੇ ਆਪਰੇਟਰ ਨਾਲ ਵੀ ਸੰਪਰਕ ਕਰ ਲਓ ਜਿਨ੍ਹਾਂ ਦਾ ਤੁਸੀਂ ਸੈਟ ਟੌਪ ਬਾਕਸ ਵਗੈਰਾ ਲਗਾਇਆ ਹੋਇਆ ਵਾ ਤਾਂ ਤੁਸੀਂ ਉਹਨਾਂ ਨਾਲ ਵੀ ਇੱਕ ਵਾਰੀ ਗੱਲ ਕਰ ਸਕਦੇ ਹੋ ਜੇਕਰ ਕੋਈ ਤੁਹਾਨੂੰ ਟੈਕਨੀਕਲੀ ਪ੍ਰੋਬਲਮ ਆ ਹਾਂ ਰਹੀ ਇੱਕ ਹੈ। ਵਾਰੀ ਜੀ ਜੇ ਤੁਸੀਂ ਉਹਨੂੰ ਅਨਪਲੱਗ ਕਰਕੇ ਦੁਬਾਰਾ ਪਲੱਗ ਕਰ ਦਿਓਗੇ ਰੀਬੂਟ ਹੋ ਜਾਂਦਾ ਤਾਂ ਹੋ ਸਕਦਾ ਚੱਲ ਪਵੇ। ਇਨ ਦਾ ਮੀਨ ਟਾਈਮ ਸਾਡੀ ਟੈਕਨੀਕਲ ਟੀਮ ਹੈ ਜੀ ਉਹਨੂੰ ਅਸੀਂ ਮੈਸੇਜ ਤੁਹਾਡਾ ਚਲੇਗਾ ਜੀ ਵੀ ਆਰ ਲੁਕਿੰਗ ਇਨਟੂ ਦੈਟ। ਥੈਂਕ ਯੂ ਜੀ, ਥੈਂਕਸ ਫॉर ਕਾਲਿੰਗ, ਸੋ ਨਾਈਸ ਆਫ ਯੂ, ਥੈਂਕ ਯੂ ਜੀ। ਬਿਲਕੁਲ ਸਰ ਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ। ਹੁਣ ਵੈਸੇ ਸਰੋਂ ਦਾ ਵੈਦਰ ਜਿਹੜਾ ਸ਼ੁਰੂ ਹੋ ਚੁੱਕਿਆ ਵਾ ਤੇ ਪਤਾ ਨਹੀਂ ਹਜੇ ਕਦੋਂ ਜਾ ਕੇ ਖਤਮ ਹੋਏਗਾ, ਪਹਿਲਾਂ ਹੀ ਡਰ ਲੱਗਣਾ ਸ਼ੁਰੂ ਹੋ ਜਾਂਦਾ। ਤੇ ਆਪਾਂ ਗੱਲ ਕਰੀਏ ਇਸ ਵਕਤ ਸਰਕਾਰ ਨੇ ਪੈਂਡੈਮਿਕ ਦੇ ਦੌਰਾਨ ਕਾਫੀ ਫੰਡਸ ਜਿਹੜੇ ਐਲਾਨੇ ਸੀ, ਇਹਨਾਂ ਵਿੱਚੋਂ ਇੱਕ ਡਿਸੇਬਿਲਿਟੀ ਦੇ ਲਈ ਵੀ ਸੀ। ਫਾਈਨਲੀ ਉਹਨਾਂ ਲਈ ਵੀ ਹੁਣ ਅੱਜ ਜਿਹੜਾ ਆ ਵੰਡੇ ਜਾ ਰਹੇ ਨੇ, ਇਹਦੇ ਬਾਰੇ ਕੀ ਕਹੋਗੇ? ਹਾਂ ਤਰਨ ਇਹ ਡਿਸੇਬਿਲਿਟੀ ਇੱਕ ਵਨ ਟਾਈਮ ਅਪ ਟੂ 600 ਜ਼ਰੂਰ ਨਹੀਂ ਹਰੇਕ ਨੂੰ 600 ਮਿਲੇਗਾ, ਅਪ ਟੂ $600 ਇਹ ਵਨ ਟਾਈਮ ਮਿਲਣੇ ਨੇ। ਜਿਹੜੀ ਸਾਡੀ ਆਪੋਜੀਸ਼ਨ ਐਨਡੀਪੀ ਉਹਨੇ ਕਿਹਾ ਸੀ ਕਿਤੇ ਬਹੁਤ ਪਹਿਲਾਂ ਮਿਲਣਾ ਚਾਹੀਦਾ, ਜਿਹੜਾ ਹੁਣ ਨਹੀਂ, ਇਹ ਬਹੁਤ ਡਿਲੇ ਹੋ ਗਈ ਹੈ। ਪਰ ਚਲੋ ਦੇਰ ਆਏ ਦਰੁਸਤ ਆਏ। ਇੱਕ ਗੱਲ ਤੁਹਾਨੂੰ ਇਹਨਾਂ ਦੱਸ ਦਾਂ ਕਿ ਜਿਹੜੀ ਡਿਸੇਬਿਲਿਟੀ ਪੇਮੈਂਟ ਹੈਗੀ, ਜੇ ਤੁਸੀਂ ਡਿਸੇਬਿਲਿਟੀ ਵਾਸਤੇ ਰਜਿਸਟਰ ਹੋਏ ਹੋ ਤਾਂ ਤੁਹਾਨੂੰ ਮਿਲਣੀ ਹੈ ਜੀ, ਅਦਰਵਾਈਜ਼ ਨਹੀਂ ਮਿਲੇਗੀ ਤੁਹਾਨੂੰ। ਇਹ ਤੁਸੀਂ ਐਵੇਂ ਤੁਸੀਂ ਪ੍ਰੋਪਰ ਡਿਸੇਬਿਲਿਟੀ ਦਾ ਕੋਈ ਸਰਟੀਫਿਕੇਟ ਹੁੰਦਾ ਜਾਂ ਡਿਸੇਬਿਲਿਟੀ ਟੈਕਸ ਕ੍ਰੈਡਿਟ ਹੋਏ ਜਾਂ ਡੀਟੀਸੀ ਸਰਟੀਫਿਕੇਟ ਕਹਿੰਦੇ ਜਿਹਨੂੰ, ਉਹ ਤੁਹਾਡੇ ਕੋਲ ਹੋਣਾ ਚਾਹੀਦਾ। ਉਹ ਰਜਿਸਟਰੀ ਸੀਗੀ ਪਹਿਲਾਂ ਤਰਨ 25 ਸਤੰਬਰ ਤੱਕ ਜੀ, ਜਿਹੜੀ ਕਿ ਲੰਘ ਚੁੱਕੀ ਹੈ ਜੀ। ਗੱਲ ਕਰਾਂਗੇ ਆਪਾਂ ਇੱਕ ਪਹਿਲਾਂ ਕਾਲ ਲੈ ਲਈਏ। ਹੈਲੋ, Can you ask him to change the channel and come back again? It will become back. so what are you talking about? ਉਹ ਜਿਹੜੀ ਉਹਨਾਂ ਦੇ ਵਿੱਚ ਆ ਰਹੀ ਸੀ, Okay. so you tell him You know, ਜਿਸ ਸਾਊਂਡ ਨਹੀਂ ਆ ਰਹੀ, that's why they should switch the channel and then come back to the same channel again. Yeah, yeah, that's right. thank you so much, then, thank you so much sir, so nice of you, thank you। ਉਹ ਜੀ ਤੁਸੀਂ ਜਿਵੇਂ ਸਾਨੂੰ ਟੈਕਨੀਸ਼ੀਅਨ ਨੇ ਹੁਣੇ ਦੱਸਿਆ ਜੀ, ਤੁਸੀਂ ਚੈਨਲ ਸਵਿਚ ਕਰੋ ਤੇ ਮੁੜ ਕੇ ਆਉਂਗੇ ਤਾਂ ਆਵਾਜ਼ ਆਏਗੀ ਜੀ। ਸੋ ਪਲੀਜ਼ ਟਰਾਈ ਇਟ, ਅਦਰਵਾਈਜ਼ ਪਲੀਜ਼ ਗਿਵ ਅਸ ਅ ਸ਼ਾਊਟ ਅਗੇਨ। ਬਿਲਕੁਲ ਜੀ। ਤੇ ਸਰ ਡਿਸੇਬਿਲਿਟੀ ਦੇ ਬਾਰੇ ਦਸੰਬਰ 31 ਤੱਕ ਹੁਣ ਸਰਕਾਰ ਨੇ ਉਹ ਮਿਆਦ ਵਧਾ ਦਿੱਤੀ ਹੈ ਟੂ ਰਜਿਸਟਰਡ, ਜਿਹੜਾ ਡਿਸੇਬਿਲਿਟੀ ਟੈਕਸ ਕ੍ਰੈਡਿਟ ਵਾਸਤੇ ਤੁਹਾਨੂੰ ਰਜਿਸਟਰ ਹੋਣਾ ਪਵੇਗਾ। ਜਿਹੜੇ ਨਹੀਂ ਹੋਣਗੇ ਜੀ ਉਹਨਾਂ ਨੂੰ ਡਿਸੇਬਿਲਿਟੀ ਨਹੀਂ ਮਿਲੇਗੀ। ਸੋ 25 ਦਸੰਬਰ ਤੱਕ ਉਹਦੀ ਲੰਘ ਗਈ ਹੈ। ਬਿਲਕੁਲ। ਸੋ ਕਿਉਂਕਿ ਹੁਣ ਹੈਗੇ ਤਾਂ ਸਟਿਲ ਤੁਸੀਂ ਜੀ ਉਸ ਤੇ ਪ੍ਰੋਗਰਾਮ ਦੇ ਵਿੱਚ ਰਜਿਸਟਰ ਹੋ ਸਕਦੇ ਹੋ ਤੇ ਵਨ ਟਾਈਮ ਅਪ ਟੂ $600 ਤੁਹਾਨੂੰ ਸਰਕਾਰ ਨੇ ਦੇਣੇ ਆ ਜੀ। ਸੋ ਆਈ ਹੋਪ ਤੁਹਾਨੂੰ ਮਿਲਦੇ ਆ ਜੀ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਹੈ। ਗੁੱਡ ਲੱਕ। ਬਿਲਕੁਲ ਜੀ, ਬਿਲਕੁਲ। ਤੇ ਸਰ ਅਗਲੀ ਖਬਰ ਵੀ ਸਾਂਝੀ ਕਰਦੀ ਹੈ। ਅੱਜ ਹੀ ਲੇਟੈਸਟ ਪਲਾਨ ਆਇਆ ਜੀ। ਕਾਫੀ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਕਿ ਕੈਨੇਡਾ ਸਰਕਾਰ ਆਪਣਾ ਨਵਾਂ ਇਮੀਗ੍ਰੇਸ਼ਨ ਟਾਰਗੇਟ ਐਲਾਨੇਗੀ। ਸੋ ਅੱਜ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਦੇ ਵੱਲੋਂ ਜੋ ਬਿਆਨ ਸਾਹਮਣੇ ਆਏ ਨੇ ਤੇ ਉਹਨਾਂ ਨੇ ਜੋ ਲੇਟੈਸਟ ਪਲਾਨ ਇਮੀਗ੍ਰੇਸ਼ਨ ਪਲਾਨ ਅਗਲੇ 3 ਸਾਲਾਂ ਦਾ ਜਾਰੀ ਕੀਤਾ ਹੈ, ਉਹਦੇ ਤਹਿਤ ਕੈਨੇਡਾ ਨੂੰ ਆਉਣ ਵਾਲੇ 3 ਸਾਲਾਂ 2020, 2021 ਤੇ 2022 ਲਈ ਲਗਭਗ 1.2 ਮਿਲੀਅਨ ਨਵੇਂ ਪ੍ਰਵਾਸੀਆਂ ਦੀ ਲੋੜ ਹੈ। ਸਰ ਕਿਵੇਂ ਦੇਖਦੇ ਹੋ ਇਸ ਤੁਸੀਂ? ਤਰਨ 4,01,021 ਜਾਣਗੇ, 4,11,022, 4,23,000, 4,21,023 ਦੇ ਵਿੱਚ। ਤੁਹਾਨੂੰ ਪਤਾ ਕੀ ਹੈ, ਸਾਡੇ ਕੰਟਰੀ ਦੇ ਇੱਥੇ ਆਬਾਦੀ ਨਹੀਂ ਵਧ ਰਹੀ। ਆਬਾਦੀ ਵਧ ਨਹੀਂ ਰਹੀ, ਜਿਹੜੇ ਬਜ਼ੁਰਗ ਨੇ ਉਹ ਹੋਰ ਬਜ਼ੁਰਗ ਹੋ ਰਹੇ ਨੇ। ਦੇ ਆਰ ਲਿਵਿੰਗ ਲੌਂਗਰ ਐਸ ਵੈਲ। 18% ਜਿਹੜੀ ਪੋਪੂਲੇਸ਼ਨ ਕੈਨੇਡਾ ਦੀ ਇਸ ਵਕਤ ਹੈਗੀ ਹੈ ਜਿਹੜੀ ਉਹ 65 ਜਾਂ ਇਸ ਤੋਂ ਅਬਵ ਹੈ। 18% ਇੱਕ ਵੱਡਾ ਮਾਰਜਨ ਹੁੰਦਾ ਸਰ। ਬਿਲਕੁਲ ਜੀ। ਤੇ ਉਹਨਾਂ ਨੂੰ ਹੁਣ ਉਹ ਕੰਮ ਤਾਂ ਕਰ ਨਹੀਂ ਰਹੇ, ਉਹਨਾਂ ਨੂੰ ਲਿਵਿੰਗ ਵਾਸਤੇ ਸਰਕਾਰ ਨੇ ਖਰਚਾ ਦੇਣਾ, ਉਹਦੇ ਵਾਸਤੇ ਟੈਕਸ ਹੋਰ ਚਾਹੀਦਾ। ਟੈਕਸ ਤਾਂ ਹੀ ਆਏਗਾ ਜੇ ਹੋਰ ਕੋਈ ਕੰਮ ਕਰਨ ਵਾਲੇ ਆਉਣਗੇ। ਸੋ ਸਾਨੂੰ ਕੰਮ ਕਰਨ ਵਾਲਿਆਂ ਦੀ ਹੋਰ ਜ਼ਰੂਰਤ ਹੈਗੀ। ਪਰ ਇੱਕ ਗੱਲ ਜ਼ਰੂਰ ਹੈ ਤਰਨ, ਇਸ ਵੇਲੇ ਪੈਂਡੈਮਿਕ ਦੇ ਵਿੱਚ ਕੀ ਸਾਨੂੰ ਜ਼ਰੂਰਤ ਹੈਗੀ ਆ? ਇਹ ਬੜਾ ਵੱਡਾ ਸਵਾਲ ਹੈਗਾ ਕਿ ਅਸੀਂ ਇਮੀਗ੍ਰੈਂਟਸ ਨੂੰ ਬੁਲਾਈ ਜਾ ਰਹੇ ਹਾਂ, ਇਮੀਗ੍ਰੈਂਟਸ ਆਈ ਜਾ ਰਹੇ ਆ। ਆਮ ਨਾਟ ਅਗੇਂਸਟ ਐਨੀਬਡੀ, ਪਰ ਜਦੋਂ ਸਾਡੇ ਸਿਸਟਮ ਦੇ ਉੱਤੇ ਆਲਰੇਡੀ ਬੋਝ ਪੈ ਰਿਹਾ, ਜੌਬਸ ਐਸੇ ਵੇਲੇ ਗਈਆਂ ਹੋਈਆਂ ਨੇ ਤੇ ਇਸ ਦੇ ਵਿੱਚ ਜਾ ਕੇ ਸਾਡੀ ਸਰਕਾਰ ਨੇ ਇਮੀਗ੍ਰੇਸ਼ਨ ਦੀ ਪਾਲਿਸੀ ਅਨਾਉਂਸ ਕੀਤੀ ਹੈ। ਠੀਕ ਹੈ, ਪਰ ਪੈਂਡੈਮਿਕ ਹਲੇ ਮੁੱਕਣ ਵਾਲਾ ਲੱਗ ਨਹੀਂ ਰਿਹਾ ਕਿਉਂਕਿ ਤਾਂ ਵੈਕਸੀਨ ਨਹੀਂ ਆਇਆ। ਵੈਕਸੀਨ ਆਏਗਾ 6-7 ਮਹੀਨੇ ਬਾਅਦ ਕਿਤੇ ਆਮ ਲੋਕਾਂ ਦੇ ਵਿੱਚ ਆਏਗਾ। ਸੋ ਇਟ ਮੀਨਸ ਵੈਕਸੀਨ ਇਜ਼ ਅਬਾਊਟ ਅ ਈਅਰ ਅਵੇ। ਚਾਹੇ ਕੋਈ ਕਿੰਨੀਆਂ ਗੱਲਾਂ ਮਾਰੀ ਜਾਵੇ, ਇੰਨੀ ਦੇਰ ਤੱਕ ਆਪਾਂ ਨੂੰ ਵੈਕਸੀਨ ਨਹੀਂ ਮਿਲੇਗਾ। ਸੋ ਕੰਮ ਨਹੀਂ ਚੱਲਣਗੇ। ਇਮੀਗ੍ਰੈਂਟਸ ਆ ਰਹੇ ਆ, ਜਿਹੜਾ ਇਮੀਗ੍ਰੈਂਟ ਆ ਰਿਹਾ ਉਹ ਸਰਕਾਰ ਦੇ ਉੱਤੇ ਭਾਰ ਹੈ ਜਦ ਤੱਕ ਉਹ ਕੰਮ ਨਹੀਂ ਕਰਦਾ, ਉਹ ਕੰਮ ਹੈ ਨਹੀਂਗਾ। ਮੇਰਾ ਖਿਆਲ ਹੈ ਵੀ ਸਰਕਾਰ ਨੂੰ ਕੁਛ ਦੇਰ ਵਾਸਤੇ ਜ਼ਰੂਰ ਪੋਸਟਪੋਨ ਕਰਨਾ ਚਾਹੀਦਾ ਸੀਗਾ। ਵੰਸ ਸਾਰਾ ਪੈਂਡੈਮਿਕ ਇਜ਼ ਓਵਰ। ਤੁਸੀਂ ਕੁਝ ਕਹਿਣਾ ਸਰ? ਸਰਕਾਰ ਨੂੰ ਐਕਚੁਅਲ ਦੇ ਵਿੱਚ ਹਰ ਸਾਲ ਦੇ ਅਖੀਰ ਦੇ ਵਿੱਚ ਐਟਲੀਸਟ ਨਵੰਬਰ ਦੇ ਲਾਗੇ ਤਾਂ ਉਹਨੂੰ ਇਹ ਟਾਰਗੇਟ ਜਿਹੜਾ ਹੈ ਇਹਦੇ ਬਾਰੇ ਦੱਸਣਾ ਪੈਂਦਾ। ਇਮੀਗ੍ਰੇਸ਼ਨ ਦੀਆਂ ਜਿਹੜੀਆਂ ਨਵੀਆਂ ਪਾਲਿਸੀਜ਼ ਹੁੰਦੀਆਂ ਨੇ ਸਾਲ ਦੇ ਅਖੀਰ ਦੇ ਵਿੱਚ ਉਹਦੇ ਬਾਰੇ ਗੱਲ ਕਰਨੀ ਹੁੰਦੀ ਆ। ਜਿਵੇਂ ਤੁਸੀਂ ਦੱਸਿਆ ਕਿ ਇਮੀਗ੍ਰੈਂਟਸ ਜਿਹੜੇ ਆਉਣਗੇ ਆ ਕੇ ਇਕਨੋਮੀ ਦੇ ਉੱਤੇ ਜਿਹੜੇ ਆ ਬੋਝ ਰਹਿਣਗੇ। ਪਰ ਜੇਕਰ ਇਸ ਵਕਤ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਬਜ਼ੁਰਗ ਇਸ ਵਕਤ ਆਬਾਦੀ ਹੋ ਚੁੱਕੀ ਹੈ, ਸਰਕਾਰ ਨੇ ਇਹਨੇ ਫੰਡਸ ਵੀ ਹੁਣ ਐਲਾਨ ਦਿੱਤੇ ਨੇ, ਇਹਨੇ ਬੈਨੀਫਿਟਸ ਵੀ ਦਿੱਤੇ ਨੇ, ਸਰਕਾਰ ਨੇ ਆਪਣਾ ਖਜ਼ਾਨਾ ਵੀ ਭਰਨਾ ਆ।
ਆਉਣ ਵਾਲੇ ਸਮੇਂ ਵਿੱਚ ਉਹਨਾਂ ਬਜ਼ੁਰਗਾਂ ਨੂੰ ਪੈਨਸ਼ਨਸ ਵੀ ਦੇਣੀਆਂ ਨੇ, ਸਭ ਨੂੰ ਜਿਵੇਂ ਹੁਣ ਅਸੀਂ ਫੰਡਸ ਦੇਖਿਆ, ਫੰਡਸ ਵੀ ਮਿਲਿਆ, EIs ਵੀ ਦੇਣੀਆਂ ਨੇ, ਸਭ ਕੁਝ ਦੇਣਾ ਆ। ਸੋ ਜੇਕਰ ਇੱਥੇ ਇਮੀਗ੍ਰੈਂਟਸ ਆਉਣਗੇ, ਨੋ ਡਾਊਟ ਤੁਸੀਂ ਕਹਿ ਰਹੇ ਹੋ ਕਿ ਜੌਬਸ ਨਹੀਂ ਹੈਗੀਆਂ, ਉਹਨਾਂ ਦੇ ਉੱਤੇ ਬੋਝ ਪਊਗਾ, ਬਟ ਨਾਲ ਦੀ ਨਾਲ ਤੁਸੀਂ ਦੇਖੋ ਇੱਥੇ ਆਉਣਗੇ, ਇੱਥੇ ਰਹਿਣਗੇ ਵੀ, ਖਰਚਾ ਵੀ ਦੇਣਗੇ, ਗਰੋਸਰੀਜ਼ ਵੀ ਕਰਨਗੇ, ਇੱਥੋਂ ਦਾ ਪਬਲਿਕ ਟਰਾਂਸਪੋਰਟੇਸ਼ਨ ਉਹ ਵੀ ਯੂਜ਼ ਕਰਨਗੇ, ਸਭ ਕੁਝ ਕਰਨਗੇ, ਹਰ ਚੀਜ਼ ਦੇ ਵਿੱਚ ਉਹਨਾਂ ਦਾ ਯੋਗਦਾਨ ਵੀ ਪਊਗਾ। ਇਕਨੋਮੀ ਨੂੰ ਇੱਕ ਤਰ੍ਹਾਂ ਨਾਲ ਇਹਦੇ ਨਾਲ ਬੂਸਟ ਵੀ ਮਿਲੂਗਾ। ਇੱਥੇ ਆਉਣਗੇ ਤੇ ਇੱਥੇ ਆਉਣ 'ਚ ਖਰਚ ਵੀ ਕਰਨਗੇ ਉਹ, ਕੋਈ ਹੋ ਸਕਦਾ ਇੱਥੇ ਇਨਵੈਸਟਮੈਂਟ ਪਰਪਸ ਨੂੰ ਆਵੇ, ਕੋਈ ਕਿਸੇ ਵੇ ਦੇ ਨਾਲ ਆਵੇ, ਸੋ ਆ ਕੇ ਇੱਥੋਂ ਦੀ ਇਕਨੋਮੀ ਨੂੰ ਬੂਸਟ ਵੀ ਹੋਣਾ ਹੀ ਕਰਨਗੇ। ਯਾ ਯੂ ਆਰ ਰਾਈਟ। ਇਸ ਮਾਮਲੇ ਦੇ ਵਿੱਚ ਕਿ ਜਿਹੜੀ ਇਮੀਗ੍ਰੇਸ਼ਨ ਹੈਗੀ ਉਹ ਕਿਹੜੇ ਹਿਸਾਬ ਦੇ ਵਿੱਚ ਆਉਣੀ ਚਾਹੀਦੀ ਹੈ, ਕਿਹੜੇ ਲੋਕ ਆਉਣੇ ਚਾਹੀਦੇ ਆ, ਜਿਹੜੇ ਲੋਕ ਇਨਵੈਸਟਮੈਂਟ ਵਾਸਤੇ ਆ ਰਹੇ ਇਹੋ ਜਿਹੇ ਲੋਕਾਂ ਨੂੰ ਅਲਾਉ ਕਰਨਾ ਚਾਹੀਦਾ ਅਜੇ, ਕਿਉਂਕਿ ਸਾਡੇ ਕੰਟਰੀ 'ਚ ਹੋਰ ਇਨਵੈਸਟਮੈਂਟ ਹੋ ਰਹੀ, ਜੇ ਇਨਵੈਸਟਮੈਂਟ ਹੁੰਦੀ ਤਾਂ ਜੌਬ ਕ੍ਰੀਏਟ ਹੁੰਦੀ ਹੈ। ਜਿਹੜਾ ਬਿਨਾਂ ਇਨਵੈਸਟਮੈਂਟ ਤੋਂ ਆ ਰਿਹਾ ਹੈਗਾ ਉਹ ਨੈਚੁਰਲੀ ਠੀਕ ਹੈ, ਉਹਨੇ ਰਹਿਣ ਵਾਸਤੇ ਜਗ੍ਹਾ ਚਾਹੀਦੀ ਹੈ, ਉਹਨੂੰ ਗਰੋਸਰੀ ਚਾਹੀਦੀ ਹੈ, ਸਾਰਾ ਕੁਝ ਉਹ ਚੀਜ਼ਾਂ ਦੀ ਵਰਤੋਂ ਵੱਧਦੀ ਹੈ, ਪਰ ਜਦ ਤੱਕ ਉਹ ਟੈਕਸ ਨਹੀਂ ਪੇ ਕਰਦਾ। ਸੋ ਜਿਨ੍ਹਾਂ ਲੋਕਾਂ ਦੀ ਤੁਸੀਂ ਗੱਲ ਕੀਤੀ ਆ ਉਹਨਾਂ ਵਾਸਤੇ ਜੇ ਉਹ ਕਿਵੇਂ ਪੈਸੇ ਦਿੱਤੇ ਜਾਣਗੇ, ਠੀਕ ਹੈ, ਇਕਨੋਮੀ ਅੰਦਰ ਜਿਹੜੀ ਸੇਲਸ ਹੋਏ ਵੱਧ ਜਾਣਗੀਆਂ, ਕੁਝ ਵੀ ਹੋ ਜਾਏਗਾ, ਪਰ ਜਦ ਤੱਕ ਮੈਂ ਜੌਬ ਨਹੀਂ ਕਰ ਰਿਹਾ, ਜੌਬ ਦਾ ਮੇਰਾ ਸਰਟਨ ਪਰਸੈਂਟੇਜ ਟੈਕਸ ਨਹੀਂ ਜਾ ਰਿਹਾ, ਉਹ ਇਕਨੋਮੀ ਦੇ ਵਿੱਚ ਨਹੀਂ ਜਾ ਰਿਹਾ। ਹਾਂ, ਜਿਹੜਾ ਕੋਈ ਇਨਵੈਸਟਮੈਂਟ ਵਾਲਾ ਆ ਰਿਹਾ, ਜਿਵੇਂ ਤੁਸੀਂ ਗੱਲ ਕੀਤੀ ਹੈ, ਦੋਜ਼ ਸ਼ੁੱਡ ਬੀ ਅਲਾਉਡ ਰਾਈਟ ਨਾਓ ਵੀ ਤੁਸੀਂ ਆਓ ਇਨਵੈਸਟਮੈਂਟ ਕਰੋ, ਜਿਹਦੇ ਕਰਕੇ ਜੌਬਸ ਕ੍ਰੀਏਟ ਹੋਣ। ਇਸ ਵੇਲੇ ਜੌਬਸ ਦੀ ਆਪਾਂ ਨੂੰ ਬਹੁਤ ਸਖਤ ਜ਼ਰੂਰਤ ਹੈ ਟੂ ਗੈਟ ਆਊਟ ਆਫ ਦਿਸ ਇਟਸ ਕਾਈਂਡ ਆਫ ਰਿਸੈਸ਼ਨ ਨਾਓ। ਜੌਬਸ ਘਟ ਰਹੀਆਂ ਨੇ, ਵੱਧ ਨਹੀਂ ਰਹੀਆਂ। ਉੱਪਰੋਂ ਸਿਆਲ ਆ ਗਿਆ ਹੈਗਾ, ਪੈਂਡੈਮਿਕ ਵੱਧ ਰਿਹਾ ਹੈਗਾ, ਨੰਬਰਸ ਵੱਧ ਰਹੇ ਹੈਗੇ, ਉਹਦੇ ਵਾਸਤੇ ਜੇ ਅਸੀਂ ਕੁਝ ਮਹੀਨੇ ਵੇਟ ਕਰ ਲਈ ਜਾਂਦੀ ਤਾਂ ਮੇਰਾ ਖਿਆਲ ਆ ਵਾਸ ਨਥਿੰਗ ਰੋਂਗ ਵਿਦ ਇਟ। ਸਰ ਇਹਦੇ ਲਈ ਵੀ ਇਹ ਹੈ ਕਿ ਇੱਕ ਪ੍ਰੋਪਰ ਇੱਕ ਏਜੰਡਾ ਬਣਦਾ ਆ ਪੂਰਾ, ਜਿਵੇਂ ਹੁਣ ਜਿਹੜੇ ਕੁਝ ਐਕਸਪ੍ਰੈਸ ਐਂਟਰੀ ਦੇ ਜ਼ਰੀਏ ਆਉਣਗੇ, ਕੁਝ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਜ਼ਰੀਏ ਆਉਣਗੇ, ਅਲੱਗ-ਅਲੱਗ ਕੈਟਾਗਰੀਜ਼ ਦੇ ਅੰਡਰ ਆਉਣਗੇ, ਕੋਈ ਰਿਫਿਊਜੀ ਦੇ ਕਲੇਮ ਕਰਨਗੇ, ਕੋਈ ਉਹਦੇ ਅੰਡਰ ਆਉਣਗੇ। ਸੋ ਅਲੱਗ-ਅਲੱਗ ਕੈਟਾਗਰੀਜ਼ ਨੇ ਜਿਹਦੇ ਅੰਡਰ ਜਿਹੜਾ ਇਹ ਕਲੇਮ ਕੀਤੇ ਜਾਣਗੇ, ਤੇ 60% ਸਰਕਾਰ ਨੇ ਇਹ ਵੀ ਟੀਚਾ ਰੱਖਿਆ ਕਿ 60% ਲੋਕ ਜਿਹੜੇ ਨੇ ਉਹ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਜਾਂ ਫਿਰ ਇਕਨੋਮਿਕ ਜਿਹੜੇ ਬੂਸਟ ਕਰਨਗੇ ਜਾਂ ਐਕਸਪ੍ਰੈਸ ਐਂਟਰੀ ਦੇ ਜ਼ਰੀਏ ਇਹਦੇ ਅੰਡਰ ਆਉਣਗੇ। ਸੋ ਬਾਕੀ ਦੇ ਜਿਹੜੇ ਆ ਦੂਸਰੇ ਕੈਟਾਗਰੀਜ਼ ਉਹਦੇ ਅਕੋਰਡਿੰਗ ਰੱਖੀਆਂ ਗਈਆਂ ਨੇ। ਬਾਕੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਅਜੇ ਨਹੀਂ ਹੋਣੇ ਚਾਹੀਦੇ, ਠੀਕ ਹੈ ਕਿ ਪੈਂਡੈਮਿਕ ਨੂੰ ਧਿਆਨ ਵਿੱਚ ਰੱਖ ਕੇ ਸਰਕਾਰ ਉਸੇ ਤਰੀਕੇ ਨਾਲ ਕਦਮ ਚੁੱਕੇਗੀ, ਇਹ ਨਹੀਂ ਹੈ ਕਿ ਹੁਣੀ ਜਹਾਜ਼ਾਂ ਦੇ ਜਹਾਜ਼ ਭਰ ਕੇ ਆਏਗੀ। ਇੱਕ ਪ੍ਰੋਪਰ ਪ੍ਰੋਸੈਸ ਹੁੰਦਾ ਆ, ਐਕਸਪ੍ਰੈਸ ਐਂਟਰੀ ਲਗਾ ਲਵੋ, ਕੋਈ ਵੀ ਪ੍ਰੋਗਰਾਮ ਲਗਾ ਲਵੋ, ਘੱਟੋ ਘੱਟ ਸਾਲ ਦਾ ਇੱਕ ਪ੍ਰੋਸੈਸ ਹੁੰਦਾ। ਸੋ ਜੇਕਰ ਹੁਣ ਸਰਕਾਰ ਆਪਣਾ ਟੀਚਾ ਦੇ ਰਹੀ ਹੈ ਤਾਂ ਆਉਣ ਵਾਲੇ ਸਮੇਂ 'ਚ ਘੱਟੋ ਘੱਟ ਸਾਲ ਤੁਹਾਨੂੰ ਲੱਗੇਗਾ ਉਸ ਚੀਜ਼ ਨੂੰ ਅਚੀਵ ਕਰਨ ਦੇ ਵਿੱਚ। ਦੂਜੀ ਗੱਲ ਇਹ ਹੈਗੀ ਹੈ ਕਿ ਅਜੇ ਸਰਕਾਰ ਜਿਵੇਂ ਬਾਹਰੋਂ ਮੰਗਾ ਰਹੇ ਹੋ, ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਕਿ ਇੱਥੇ ਵੀ ਬਹੁਤ ਸਾਰੇ ਇਮੀਗ੍ਰੈਂਟਸ ਹੈਗੇ ਆ ਜਿਹੜੇ ਕੁਆਲੀਫਾਈਡ ਨੇ, ਇੱਥੇ ਕੰਮ ਵੀ ਕਰ ਰਹੇ ਨੇ, ਇੱਥੋਂ ਦਾ ਮਾਹੌਲ ਵੀ ਪਤਾ ਆ। ਸਭ ਤੋਂ ਵੱਡੀ ਗੱਲ ਜਿਵੇਂ ਰਿਫਿਊਜੀਜ਼ ਦੀ ਅਸੀਂ ਗੱਲ ਕਰ ਲਈਏ, ਕਿੰਨੇ ਸਾਲਾਂ ਤੋਂ ਉਹ ਆਪਣੇ ਵੇਟ ਕਰ ਰਿਹਾ ਕੇਸਿਸ ਦੀ, ਉਹਨਾਂ ਚੀਜ਼ਾਂ ਦਾ ਨਿਪਟਾਰਾ ਕਰ ਦਿੱਤਾ ਜਾਵੇ। ਇੱਥੇ ਹੀ ਮੈਨੂੰ ਲੱਗਦਾ ਕਾਫੀ ਜਿਹੜਾ ਟੀਚਾ ਤਾਂ ਇੱਥੋਂ ਹੀ ਪੂਰਾ ਹੋ ਜਾਏਗਾ ਇਹਨਾਂ ਦਾ। ਮੈਂ ਤੁਹਾਡੇ ਨਾਲ ਇਸ ਗੱਲ ਤੇ ਸਹਿਮਤ ਹਾਂ ਕਿ ਜਿਹੜੇ ਸਾਡੇ ਕੋਲੇ ਆਲਰੇਡੀ ਆਏ ਹੋਏ ਆ, ਜਿਹੜੇ ਸਾਡੇ ਸਿਸਟਮ ਦੇ ਵਿੱਚ ਆਲਰੇਡੀ ਕੰਮ ਕਰ ਰਹੇ ਆ, ਜਿਹੜੇ ਵਿੱਚੋਂ ਵੀ ਐਸੇ ਲੋਕ ਹੈਗੇ ਨੇ ਜਿਹੜੇ ਕਿ ਜਿਹਨੂੰ ਕਹਿੰਦੇ ਅੰਡਰਗਰਾਊਂਡ ਇਕਨੋਮੀ, ਉਹਦੇ ਵਿੱਚ ਕਰ ਰਹੇ ਕਿਉਂਕਿ ਉਹ ਲੀਗਲੀ ਕੰਮ ਨਹੀਂ ਕਰ ਸਕਦੇ। ਇੱਕ ਤਾਂ ਉਹਨਾਂ ਦਾ ਸ਼ੋਸ਼ਣ ਹੋ ਰਿਹਾ, ਦੂਸਰਾ ਜਿਹੜੇ ਸ਼ੋਸ਼ਣ ਕਰ ਰਹੇ ਆ ਉਹ ਕਿਹੜਾ ਸਿਸਟਮ ਦੇ ਵਿੱਚ ਟੈਕਸ ਦੇ ਰਹੇ ਆ, ਨਾ ਇੰਪਲੋਈ ਟੈਕਸ ਦੇ ਰਿਹਾ, ਨਾ ਜਿਹਨੇ ਹਾਇਰ ਕੀਤਾ ਇੰਪਲੋਇਰ ਆ ਉਹ ਟੈਕਸ ਦੇ ਰਿਹਾ। ਸੋ ਅਜਿਹਿਆਂ ਨੂੰ ਸਿਸਟਮ ਦੇ ਵਿੱਚ ਲਿਆਂਦਾ ਜਾਵੇ, ਉਹਨਾਂ ਨੂੰ ਬੈਟਰ ਤੌਰ ਦੇ ਉੱਤੇ ਸਟ੍ਰੀਮਲਾਈਨ ਕੀਤਾ ਜਾਵੇ ਕਿ ਉਹ ਸਹੀ ਢੰਗ ਦੇ ਨਾਲ। ਇਹ ਗੱਲ ਜ਼ਰੂਰ ਹੋ ਜਾਂਦੀ ਹੈ, ਅਗਲਾ ਕਹਿੰਦਾ ਵੀ ਤੁਸੀਂ ਫਾਸਟ ਵੀ ਲਾਈਨ ਜੰਪ ਕੀਤੀ ਆ, ਪਰ ਜਦੋਂ ਅਸੀਂ ਹੋਰ ਬਾਹਰੋਂ ਸੱਦਣ ਨੂੰ ਫਿਰਦੇ ਹਾਂ, ਸਾਡੇ ਕੋਲ ਆਲਰੇਡੀ ਇੱਕ ਪੂਲ ਇੱਥੇ ਹੈਗਾ, ਚਾਹੇ ਉਹ ਕਿਵੇਂ ਆਇਆ ਹੈ, ਅਸੀਂ ਉਸ ਪੂਲ ਨੂੰ ਬੈਟਰ ਯੂਟਿਲਾਈਜ਼ ਕਰੀਏ। ਅਗਲੇ ਜਿਹੜੇ ਕਾਨੂੰਨ ਆ ਇਹ ਤੋਂ ਹੋਰ ਸਖਤ ਹੋਣ ਕਿ ਉਹ ਕੋਈ ਇਸ ਤਰ੍ਹਾਂ ਉਹਨੂੰ ਇਸ ਚੀਜ਼ ਨੂੰ ਸਿਸਟਮ ਨੂੰ ਅਬਿਊਜ਼ ਨਾ ਕਰ ਸਕੇ, ਫਿਰ ਅਸੀਂ ਜਿਹੜੇ ਹੋਰ ਲੋਕ ਹੈਗੇ ਆ, ਪਰ ਜਿਹੜੇ ਇਕਨੋਮਿਕ ਤੌਰ 'ਤੇ ਜਿਹੜੇ ਆ ਰਹੇ ਨੇ ਉਹਨਾਂ ਨੂੰ ਸਭ ਨੂੰ ਮੇਰੇ ਖਿਆਲ ਅਲਾਉਡ ਕਰਨਾ ਚਾਹੀਦਾ। ਇਕਨੋਮਿਕ ਕਲਾਸ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਜ਼ਰੂਰ ਸਾਨੂੰ ਅਲਾਉ ਕਰਨਾ ਚਾਹੀਦਾ ਕਿ ਆਉਣ, ਇੱਥੇ ਇਨਵੈਸਟਮੈਂਟ ਹੋਵੇ, ਇੱਥੋਂ ਦੇ ਲੋਕ ਜੌਬਸ ਕਰਨ, ਟੈਕਸ ਹੋਵੇ ਇੱਥੇ। ਜੇ ਕੰਟਰੀ ਖੁਸ਼ਹਾਲ ਹੋਏਗਾ ਤਾਂ ਸਾਨੂੰ ਹੋਰ ਜ਼ਰੂਰਤ ਪਵੇਗੀ। ਖੁਸ਼ਹਾਲੀ ਨਾਲ ਹੀ ਹੋਵੇ, ਜੇ ਅਸੀਂ ਆਪ ਹੀ ਆਪ ਦੇ ਖਾਣ ਜੋਗਾ ਸਾਡੇ ਕੋਲ ਹੈ ਨਹੀਂ ਗਾ, ਅਸੀਂ ਹੋਰਾਂ ਨੂੰ ਬੁਲਾਉਣ ਲੱਗੇ ਹਾਂ ਤੇ ਇਟਸ ਗੋਇੰ ਟੂ ਬੀ ਅ ਟਰਬਲ। ਮੇਰੇ ਖਿਆਲ ਆ ਵੀ ਜੇ ਜਿਹੜੇ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਆਲਰੇਡੀ ਇੱਥੇ ਸਿਸਟਮ 'ਚ ਲਾਈਨ 'ਚ ਲੱਗੇ ਹੋਏ ਨੇ ਉਹਨਾਂ ਨੂੰ ਕਲੀਅਰ ਕੀਤਾ ਜਾਵੇ, ਇੱਕ ਹਿਸਾਬ ਦੇ ਨਾਲ ਉਹਨਾਂ ਦਾ ਨਿਬੇੜਾ ਕੀਤਾ ਜਾਵੇ ਤੇ ਇਕਨੋਮਿਕਸ ਕਲਾਸ ਬਾਹਰੋਂ ਆਉਂਦੀ ਰਹੇ, ਤੇ ਜਿਹੜੇ ਉਸ ਤੋਂ ਦੂਸਰੀਆਂ ਕੈਟਾਗਰੀਜ਼ ਹੈਗੀਆਂ ਨੇ ਉਹਨਾਂ ਨੂੰ ਥੋੜੀ ਦੇਰ ਵਾਸਤੇ ਸਟਾਪ ਕਰਕੇ ਮਗਰ ਉਹਨਾਂ ਨੂੰ ਬੁਲਾ ਲਿਆ ਜਾਵੇ। ਬਿਲਕੁਲ। ਤੇ ਸਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੁਝ ਕੈਟਾਗਰੀਜ਼ ਨੂੰ ਸਟਾਪ ਕੀਤਾ ਜਾਵੇ, ਇਮੀਗ੍ਰੇਸ਼ਨ ਦਾ ਵੀ ਇੱਕ ਆਪਣਾ ਹੀ ਸਿਸਟਮ ਹੁੰਦਾ ਜਿਹਦੇ ਵਿੱਚ ਨਾ ਤਾਂ ਛੇਤੀ ਤੁਸੀਂ ਕੋਈ ਬਦਲਾਵ ਕਰ ਸਕਦੇ ਹੋ, ਫੈਡਰਲ ਸਰਕਾਰ ਦੀ ਆਪਦੀ ਇੱਕ ਨੀਤੀ ਹੁੰਦੀ ਹੈ। ਸੋ ਜਿਵੇਂ ਆਪਾਂ ਗੱਲ ਕੀਤੀ ਹੈ ਕਿ
ਇੱਥੋਂ ਦੀ ਬਜ਼ੁਰਗ ਆਬਾਦੀ ਕਾਫੀ ਵੱਧ ਰਹੀ ਹੈ। ਦੂਜੀ ਗੱਲ ਹੈ ਜਨਮ ਦਰ ਜਿਹੜੀ ਹੈ ਕੈਨੇਡਾ ਦੀ ਸਭ ਤੋਂ ਲੋਐਸਟ ਜਿਹੜੀਆਂ ਜਨਮ ਦਰ ਵਾਲੀਆਂ ਕੰਟਰੀਜ਼ ਨੇ ਉਹਨਾਂ ਵਿੱਚੋਂ ਇੱਕ ਹੈ। 1.47% ਜਨਮ ਦਰ ਇੱਥੇ ਹੈਗੀ ਹੈ ਸਰ, ਜਿਹਨੂੰ ਵੀ ਪੂਰਾ ਕਰਨਾ ਹੈ। ਤੇ ਉਸ ਤੋਂ ਬਾਅਦ ਇਮੀਗ੍ਰੈਂਟਸ ਦੀ ਗੱਲ ਕੀਤੀ ਜਾਵੇ ਤਾਂ ਇਮੀਗ੍ਰੈਂਟਸ ਰਿਫਿਊਜੀਜ਼ ਦੀ ਉਹ ਗੱਲ ਕਰ ਲਈਏ ਸਰ, ਇੱਕ ਐਗਜ਼ਾਮਪਲ ਹੁਣ ਇੱਥੇ ਆਈ ਹੈ। ਕੈਨੇਡਾ ਲਈ ਰਿਫਿਊਜੀ ਲਈ ਅਪਲਾਈ ਕੀਤਾ ਹੋਇਆ ਸੀ ਇੱਕ ਪਰਸਨ ਨੇ, ਬਲੈਕ ਕਮਿਊਨਿਟੀ ਨੂੰ ਉਹ ਬਿਲੋਂਗ ਕਰਦਾ ਆ ਤੇ ਯੂਐਸ ਦੇ ਵਿੱਚ ਇਸ ਵਕਤ ਉਹ ਫੜਿਆ ਗਿਆ ਹੈ। ਰਿਫਿਊਜੀ ਦੇ ਉੱਤੇ ਉਹਦਾ ਮੀਟਿੰਗ ਸੀ ਇੱਥੋਂ ਦੇ ਜਿਹੜੇ ਅਧਿਕਾਰੀਆਂ ਦੇ ਨਾਲ, ਇੱਥੋਂ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ। ਕਾਫੀ ਅਰਸੇ ਬਾਅਦ, ਲੰਬੇ ਸਮੇਂ ਬਾਅਦ ਸਾਨੂੰ ਪਤਾ ਕਿ ਕਿੰਨੀ ਦੇਰ ਤੱਕ ਰਿਫਿਊਜੀ ਦੇ ਕੇਸਿਸ ਨਹੀਂ ਨਿਕਲਦੇ। ਉਹਦੀ ਇੱਥੇ ਸੁਣਵਾਈ ਹੋਣੀ ਸੀ ਤਾਂ ਪਰ ਜਿਹੜਾ ਅਮਰੀਕਾ ਦੇ ਉੱਥੇ ਬੰਦ ਹੈ, ਜਿਹੜੀ ਡਿਟੈਂਸ਼ਨ ਜੇਲ੍ਹ ਦੇ ਵਿੱਚ ਉਹਨੂੰ ਬੰਦ ਕੀਤਾ ਹੋਇਆ, ਉੱਥੋਂ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਉਹਨੂੰ। ਬਿਲਕੁਲ ਜੀ, ਉਹ ਉਹਦੀ ਜੇ ਇੱਥੇ ਜਿਹੜੀ ਮੀਟਿੰਗ ਹੋਣੀ ਸੀਗੀ, ਜੇ ਕਿਤੇ ਉਹਦੀ ਮੀਟਿੰਗ ਹੋਣੀ ਤਾਂ ਉਹਦਾ ਚਾਂਸ ਸੀਗੇ ਕਿ ਉਹਨੂੰ ਕਿਸੇ ਨਾ ਕਿਸੇ ਹਿਸਾਬ ਦੇ ਵਿੱਚ ਉਹਦਾ ਕੇਸ ਉਹਦਾ ਅੱਗੇ ਤੁਰ ਪੈਣਾ ਸੀਗਾ। ਉਹਨੂੰ ਚਾਂਸ ਸੀ। ਕੈਮਰੂਨ ਤੋਂ ਆ, ਕੈਮਰੂਨ ਅਫਰੀਕਨ ਨੇਸ਼ਨ ਹੈ ਜੀ, ਉੱਥੇ ਦੀ ਸੌਕਰ ਦੀ ਟੀਮ ਬੜੀ ਵਧੀਆ ਹੁੰਦੀ ਹੈ। ਤਾਂ ਕਿਸੇ ਇੱਕ ਵਾਰੀ ਵਰਲਡ ਕੱਪ ਦੇ ਵਿੱਚ ਬਹੁਤ ਅੱਗੇ ਤੱਕ ਚਲੀ ਗਈ ਸੀਗੀ। ਉੱਥੇ ਉਹਨੂੰ ਇਹ ਡਰ ਆ ਕਿ ਉਹਦੀ ਪ੍ਰੋਸੀਕਿਊਸ਼ਨ ਪਿੱਛੇ ਕੀਤੀ ਜਾਵੇ, ਜੇ ਕਿਤੇ ਚਲਾ ਜਾਂਦਾ ਤਾਂ ਉਹਨੂੰ ਜਿਹੜਾ ਉਹਦਾ ਰੈਫਿਊਜੀ ਕੇਸ ਸੀਗਾ ਹੁਣ ਪਤਾ ਨਹੀਂ ਹੁਣ ਠੰਡੇ ਵਾਸਤੇ ਪੈ ਗਿਆ। ਜਿਹੜੇ ਯੂਐਸ ਵਾਲੇ ਉਹਨਾਂ ਨੇ ਕਿਉਂ ਨਹੀਂ ਛੱਡਿਆ, ਉਹ ਹੋ ਸਕਦਾ ਉੱਥੇ ਇਲੀਗਲ ਹੈਗਾ, ਇਲੀਗਲ ਨੂੰ ਨਹੀਂ ਛੱਡਣਾ ਚਾਹੁੰਦੇ ਹੋਣਗੇ। ਪਰ ਜਿਹੜਾ ਉਹਨਾਂ ਦਾ ਵਕੀਲ ਆ ਉਹ ਕਹਿ ਰਿਹਾ ਵੀ ਸਾਡੀ ਸਰਕਾਰ ਜਿਹੜੀ ਕੈਨੇਡੀਅਨ ਹੈਗੀ ਉਹ ਘੱਟੋ ਘੱਟ ਉਹਨਾਂ ਨਾਲ ਪਰਸਿਊ ਤਾਂ ਕਰ ਸਕਦੀ ਵੀ ਸਾਡੇ ਕੋਲੇ ਬੰਦੇ ਦੀ ਆਲਰੇਡੀ ਅਪਾਇੰਟਮੈਂਟ ਬਣੀ ਹੋਈ ਹੈ, ਸਾਡੇ ਕੋਲ ਕੇਸ ਹੈਗਾ, ਤੁਸੀਂ ਇਹਨੂੰ ਸਾਡੇ ਕੋਲੇ ਭੇਜ ਦਿਓ, ਅਸੀਂ ਇਹ ਕੀਤਾ ਜਾ ਸਕਦਾ, ਤੁਸੀਂ ਨਹੀਂ ਇਸ ਨੂੰ ਵਾਪਸ ਭੇਜ ਦੇਂਗੇ ਜੇ ਕੁਝ ਸਾਡੇ ਨਾਲ ਗੱਲ ਨਹੀਂ ਬਣਦੀ। ਕਿਉਂਕਿ ਸਾਡਾ ਇੱਕ ਅੱਗੇ ਐਸਾ ਪ੍ਰੋਗਰਾਮ ਹੁੰਦਾ, ਮੈਨੂੰ ਨਹੀਂ ਪਤਾ ਹੁਣ ਉਹ ਹੈਗਾ ਜਾਂ ਨਹੀਂ ਹੈਗਾ। ਜਿਹੜੇ ਰੈਫਿਊਜੀ ਆਉਂਦੇ ਸੀਗੇ ਉਹਨਾਂ ਦੀ ਸ਼ਰਤ ਹੁੰਦੀ ਤੁਸੀਂ ਇਹ ਕੰਟਰੀ ਨੂੰ ਇੱਕ ਵਾਰੀ ਬਾਹਰ ਨਿਕਲਣਾ। ਸਾਡੀ ਯੂਐਸ ਦੇ ਨਾਲ ਸੰਧੀ ਸੀ ਇਹ ਸੀਗੀ ਕਿ ਜਿਹੜਾ ਉਹ ਬੰਦਾ ਆਉਂਦਾ ਸੀਗਾ ਉਹਨੂੰ ਜਦੋਂ ਉਹਨੂੰ ਪੀਆਰ ਮਿਲਣੀ ਸੀਗੀ, ਉਹ ਗੋਜ਼ ਇਨਟੂ ਯੂਐਸ, ਜਸਟ ਕਮਸ ਅਰਾਊਂਡ ਐਂਡ ਆ ਕੇ ਉਹਨੂੰ ਪੀਆਰ ਮਿਲ ਜਾਂਦੀ ਸੀਗੀ। ਕੰਟਰੀ ਆਊਟ ਇੱਕ ਵਾਰੀ ਕਰਨਾ ਪੈਂਦਾ। ਦੈਟਸ ਰਾਈਟ। ਹਾਂ, ਉਹ ਇਹ ਪ੍ਰੋਗਰਾਮ ਸਾਡਾ ਯੂਐਸ ਦੇ ਨਾਲ ਸੀਗਾ ਤੇ ਇਹ ਗੱਲ ਵੀ ਕਿਉਂ ਨਹੀਂ ਕੀਤੀ ਜਾ ਸਕਦੀ। ਇੱਕ ਗੱਲ ਹੋਰ, ਜਿਹੜੀ ਇਮੀਗ੍ਰੇਸ਼ਨ ਦੇ ਕੋਟੇ ਦੀ ਗੱਲ ਹੈਗੀ, ਮੇਰੇ ਹੁਣ ਦਿਮਾਗ ਦੇ ਵਿੱਚ ਆਈ ਸੀਗੀ। ਉਹ ਤਰਨ ਇਹ ਹੈ ਕਿ ਜਿਹੜੀਆਂ ਸਾਡੀਆਂ ਫੈਡਰਲ ਸਰਕਾਰਾਂ, ਫੈਡਰਲ ਸਰਕਾਰ ਤੇ ਜਿਹੜੀ ਪ੍ਰੋਵਿੰਸ਼ੀਅਲ ਸਰਕਾਰਾਂ ਨੇ, ਇਹਨਾਂ ਦਾ ਆਪਸ ਵਿੱਚ ਤਾਲਮੇਲ ਨਹੀਂ ਹੈ। ਉਹਦਾ ਰੀਜ਼ਨ ਕੀ ਹੈ? ਅੰਟਾਰੀਓ ਨੂੰ ਜਿਹੜੇ ਪ੍ਰੋਫੈਸ਼ਨ ਦੇ ਬੰਦੇ ਚਾਹੀਦੇ ਆ, ਲੈਟਸ ਸੇ ਫॉर ਐਗਜ਼ਾਮਪਲ, ਜਿਹੜੀ ਫੈਡਰਲ ਸਰਕਾਰ ਆਪਦਾ ਕੋਟਾ ਮੰਗਾ ਰਹੀ ਆ, ਉਹ ਆਪਦੇ ਬੇਸ ਤੇ ਮੰਗਾ ਰਹੀ ਆ। ਉਹ ਇਉਂ ਨਹੀਂ ਪੁੱਛ ਰਹੀ ਵੀ ਤੁਹਾਨੂੰ ਕਿਹੜੀ ਬੰਦੇ ਦੀ ਲੋੜ ਹੈਗੀ ਆ, ਉਹ ਆਪਦੇ ਕੋਟੇ ਵਿੱਚ ਉਹ ਨਹੀਂ। ਉਹ ਜਿਹੜੀ ਆਪਦੀ ਸਟੱਡੀ ਹੈਗੀ ਆ ਉਹ ਉਸ ਲੈਵਲ ਤੇ ਕਰਦੀ, ਉਹ ਬਾਕੀ ਸੂਬਿਆਂ ਨਾਲ ਬਹੁਤੀ ਸਲਾਹ ਤਾਲਮੇਲ ਇਸ ਮਾਮਲੇ ਦੇ ਵਿੱਚ ਨਹੀਂ ਹੈਗਾ। ਜਿਹੜੇ ਸੂਬੇ ਨੂੰ ਜਿਹੜੇ ਲੋਕਾਂ ਦੀ ਜ਼ਿਆਦਾ ਜ਼ਰੂਰਤ ਹੈਗੀ ਆ, ਉਹ ਕਈ ਵਾਰੀ ਉਹਨਾਂ ਦੀ ਕੈਟਾਗਰੀ ਵਿੱਚ ਨਹੀਂ ਹੁੰਦੇ। ਸਰ, ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਦੇ ਅੰਡਰ ਇਦਾਂ ਕੀਤਾ ਜਾਂਦਾ ਹੈ, ਜਦੋਂ ਕੋਈ ਅਲੱਗ-ਅਲੱਗ ਜਿਵੇਂ ਕਿਤੇ ਦੇ ਕੋਈ ਸਕਿਲਡ ਵਰਕਰਸ ਦੀ ਜ਼ਰੂਰਤ ਹੈਗੀ, ਉਹਨਾਂ ਲਈ ਵੀ ਅਲੱਗ ਜਿਹੜੇ ਉਹ ਕੱਢੇ ਜਾਂਦੇ ਆ, ਉਹਨਾਂ ਲਈ ਵੀ ਡਰਾ ਹੁੰਦੇ ਆ। ਪਰ ਉਹਦੀ ਜਗ੍ਹਾ ਤੇ ਵਾਈ ਨਾਟ ਫੈਡਰਲ ਸਰਕਾਰ ਹੀ ਇਸ ਗੱਲ ਨੂੰ ਕਰੇ। ਫੈਡਰਲ ਸਰਕਾਰ ਨੂੰ ਪਤਾ ਹੈ ਵੀ ਕਿੱਥੇ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈਗੀ ਹੈ, ਕਿੱਥੇ ਕਿੰਨੇ ਬੰਦੇ ਦੀ ਲੋੜ ਹੈਗੀ ਆ, ਕਿਹੜੀ ਕੈਟਾਗਰੀ ਦੀ ਲੋੜ ਆ। ਉਹ ਕੈਟਾਗਰੀ ਉਹ ਆਪ ਹੀ ਕਿਉਂ ਨਹੀਂ ਹੈਂਡਲ ਕਰਦੀ? ਪ੍ਰੋਵਿੰਸ ਤੇ ਕਿਉਂ ਛੱਡਿਆ ਹੈ? ਪ੍ਰੋਵਿੰਸ ਨੂੰ ਹੋਰ ਥੋੜੇ ਕੰਮ ਹੈਗੇ ਕਰਨ ਵਾਸਤੇ, ਉਹਨਾਂ ਦਾ ਆਪਦਾ ਕੰਮ ਕਰੀ ਜਾਣ। ਫੈਡਰਲ ਦੇ ਕੋਲੇ ਜਿੰਨੇ ਕੰਮ ਹੈਗੇ, ਫੈਡਰਲ ਨੂੰ ਇਮੀਗ੍ਰੇਸ਼ਨ ਆਪਦੇ ਕੋਲ ਰੱਖਣੀ ਚਾਹੀਦੀ ਹੈ, ਔਰ ਉਹਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਸਾਨੂੰ ਕਿਹੜੇ ਪ੍ਰੋਫੈਸ਼ਨਸ ਦੀ ਲੋੜ ਆ, ਕਿੱਥੇ ਬੰਦਿਆਂ ਦੀ ਲੋੜ ਹੈਗੀ ਆ, ਔਰ ਅਸੀਂ ਕਿੱਥੇ ਡਿਵਾਈਡ ਕਰਨੇ ਆ, ਕਿੱਥੇ ਭੇਜਣੇ ਹੈਗੇ ਆ। ਆਫਟਰ ਪੈਂਡੈਮਿਕ ਮੋਰ ਓਵਰ ਇਹਨਾਂ ਨੇ ਹੁਣ ਕਰ ਦਿੱਤਾ ਕਿ ਪ੍ਰਾਇੋਰਟੀ ਬੇਸ ਜਿਹੜੇ ਹਾਲ ਜਿਵੇਂ ਹੋ ਗਏ ਫਰੰਟ ਲਾਈਨ ਵਰਕਰਸ, ਪ੍ਰਾਇੋਰਟੀ ਬੇਸ ਦੇ ਉੱਤੇ ਉਹਨਾਂ ਦੀਆਂ ਫਾਈਲਸ ਜਿਹੜੀਆਂ ਨੇ ਉਹ ਕੱਢੀਆਂ ਨੇ, ਜਾਂ ਫਾਸਟ ਟਰੈਕ ਫਾਈਲਸ ਕੀਤੀਆਂ ਹੋਈਆਂ ਨੇ। ਉਹ ਵੀ ਜਿਹੜੇ ਲੋਕ ਇੱਥੇ ਆਲਰੇਡੀ ਆਏ ਹੋਏ ਨੇ, ਔਰ ਜਿਹੜੇ ਸਰਟਨ ਪ੍ਰੋਫੈਸ਼ਨ ਦੇ ਵਿੱਚ ਹੈਗੇ ਨੇ, ਹਰ ਇੱਕ ਪ੍ਰੋਫੈਸ਼ਨ ਦੇ ਵਿੱਚ ਨਹੀਂ, ਜਿਹੜਾ ਕਿ ਖਾਸ ਕਰ ਜਿਹੜੇ ਮੈਡੀਸਨ ਦੇ ਵਿੱਚ ਸੰਬੰਧਿਤ ਹੈਗੇ ਉਹਨਾਂ ਨੇ ਫਾਸਟ ਟਰੈਕ। ਇਟਸ ਅ ਗੁੱਡ ਥਿੰਗ। ਬੰਦਾ ਤੁਹਾਡੇ ਕੋਲ ਆਲਰੇਡੀ ਹੈਗਾ, ਇੱਥੇ ਆਇਆ ਹੋਇਆ, ਇੱਥੇ ਉਹ ਕੰਮ ਕਰ ਰਿਹਾ, ਉਹ ਆਲਰੇਡੀ ਸਿਸਟਮ 'ਚ ਕੰਮ ਕਰ ਰਿਹਾ, ਸੋ ਵਾਈ ਨਾਟ ਗਿਵ ਹਿਮ ਇਮੀਗ੍ਰੇਸ਼ਨ। ਬਿਲਕੁਲ ਸਰ, ਪਰ ਉਹੀ ਹੈ ਨਾ ਕਿ ਜਿਹੜਾ ਵੀ ਇੱਥੇ ਆਏਗਾ ਪੜ੍ਹ ਲਿਖ ਕੇ ਐਕਸਪ੍ਰੈਸ ਐਂਟਰੀ ਦੇ ਪੁਆਇੰਟ ਪੂਰੇ ਕਰਕੇ ਹੀ ਆਏਗਾ, ਬਿਨਾਂ ਐਜੂਕੇਸ਼ਨ ਦੇ ਕੋਈ ਵੀ ਨਹੀਂ ਆ ਸਕਦਾ। ਪਰ ਇਹ ਹੈ ਕਿ ਆਉਣ ਸਾਰ ਜਿਹੜੀਆਂ ਜੌਬ ਉਹ ਇੱਥੇ ਆ ਕੇ ਕਰਦੇ ਨੇ, ਉਹ ਆਮ ਇੱਥੋਂ ਦੇ ਲੋਕ ਨਹੀਂ ਕਰਦੇ। ਸੋ ਚਾਹੇ ਜਿਵੇਂ ਅਸੀਂ ਵੇਅਰ ਹਾਊਸ ਦੀਆਂ ਜੌਬਸ ਕਰ ਲਈਏ, ਇੱਥੋਂ ਦੀ ਲੋਕਲ ਆਪਾਂ ਗੱਲ ਕਰ ਲਈਏ, ਕਿੰਨੇ ਕੁ ਲੋਕ ਕਰਦੇ ਨੇ। ਸੋ ਇਮੀਗ੍ਰੈਂਟਸ ਇਸ ਵਕਤ ਇਹ ਚੀਜ਼ਾਂ ਚੱਲਦੀਆਂ ਨੇ, ਇਮੀਗ੍ਰੈਂਟਸ ਦੇ ਸਿਰ ਤੇ ਚੱਲ ਰਹੀਆਂ ਨੇ, ਆ ਕੇ ਇਹਨਾਂ ਚੀਜ਼ਾਂ ਦੇ ਉੱਤੇ ਜੌਬ ਕਰ ਰਹੇ, ਬੱਚੇ ਹੋਣ, ਸਟੂਡੈਂਟਸ ਹੋਣ, ਨਵੇਂ ਇਮੀਗ੍ਰੈਂਟਸ ਹੋਣ। ਜੇ ਅਸੀਂ ਟਰੱਕਿੰਗ ਦੀ ਗੱਲ ਕਰ ਲਈਏ, ਓਨਰ ਆਪਰੇਟਰਸ ਆ ਕੇ ਬਣਦੇ ਨੇ, ਇੱਥੇ ਆ ਕੇ ਆਪਣੇ ਟਰੱਕਸ ਲੈਂਦੇ ਨੇ, ਬਾਏ ਕਰਦੇ ਨੇ। ਸੋ ਬਿਜ਼ਨਸ ਨੂੰ ਵੀ ਬੂਸਟ ਕਰਦੇ ਨੇ ਇੱਕ ਤਰੀਕੇ ਨਾਲ। ਰਾਈਟ। ਸਰਟਨ ਜਿਹੜੀਆਂ ਜੌਬਸ ਹੈਗੇ ਨੇ, ਜਿਹੜੇ ਕਿ ਇੱਥੋਂ ਦੇ ਲੋਕਲ ਕੈਨੇਡੀਅਨਸ ਨੇ, ਲੋਕਲ ਜਿਹੜੇ ਇੱਥੋਂ ਦੇ ਸਮਟਾਈਮਸ ਦੇ ਆਰ ਲੇਜ਼ੀ, ਸੌਰੀ ਇਹ ਗੱਲ ਕਰਨ ਲੱਗਿਆ, ਉਹ ਉਹਨਾਂ ਕੰਮਾਂ ਨੂੰ ਕਰਨ ਨੂੰ ਤਿਆਰ ਨਹੀਂ। ਜਿਹੜਾ ਇਮੀਗ੍ਰੈਂਟ ਆਏਗਾ, ਉਹ ਨਵਾਂ ਆਇਆ, ਉਹਨੇ ਐਸਟੈਬਲਿਸ਼ ਹੋਣਾ, ਉਹਨੂੰ ਕੋਈ ਵੀ ਜੌਬ ਮਿਲੇਗੀ ਉਹ ਕਰਨ ਵਾਸਤੇ ਤਿਆਰ ਹੋਏਗਾ। ਜਿਹੜੇ ਇੱਥੇ ਵਾਲੇ ਕਈ ਨਖਰੇ ਕਰਦੇ ਆ, ਇਹ ਮੇਰੇ ਵਾਸਤੇ ਜੌਬ ਨਹੀਂ ਹੈ, ਮੈਂ ਇਹ ਕੰਮ ਨਹੀਂ ਕਰਨਾ। ਈਵਨ ਸਾਡੇ ਲੋਕਾਂ ਨੇ ਟੈਕਸੀ ਇੰਡਸਟਰੀ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਟੈਕਸੀ ਇੰਡਸਟਰੀ ਦਾ ਜੋ ਲੈਵਲ ਹੁਣ ਤੋਂ 50 ਸਾਲ ਪਹਿਲਾਂ ਹੁੰਦਾ ਸੀਗਾ, ਉਹ ਇੱਥੇ ਸੀਗਾ, ਅਸੀਂ ਲੈ ਕੇ ਇੱਥੇ ਚਲੇ ਗਏ ਆਲ ਓਵਰ ਕੈਨੇਡਾ। ਅਸੀਂ ਟੈਕਸੀ ਇੰਡਸਟਰੀ ਨੂੰ ਇੰਨਾ ਵਧੀਆ ਬਣਾ ਦਿੱਤਾ। ਅਸੀਂ ਉਹ 'ਚ ਜਿਹੜੀ ਲੋਕ
ਪਾਰਟ ਟਾਈਮ ਕੰਮ ਦੇ ਸੀ ਫੁੱਲ ਟਾਈਮ ਬਣਾ ਕੇ ਉਸ ਨੂੰ ਇੰਨਾ ਕਨਵਰਟ ਕਰ ਦਿੱਤਾ। ਜੋ ਹੁਣ ਹਾਲਾਤ ਐਸੇ ਹੋ ਗਏ ਨੇ ਕੋਈ ਇੰਡਸਟਰੀ ਇਸ ਵੇਲੇ ਜ਼ੀਰੋ ਹੋ ਗਈ ਹੈ, ਪਰ ਅਸੀਂ ਉਹਨੂੰ ਇੰਨਾ ਇਮੀਗ੍ਰੈਂਟਸ ਨੇ ਕੰਮ ਕਰਕੇ ਉਹਨੂੰ ਚੱਕਿਆ ਸੀਗਾ। ਜਿਹੜੇ ਇੱਥੇ ਲੋਕਲ ਬਹੁਤ ਐਸੇ ਕੰਮ ਨੇ, ਟਰੱਕਿੰਗ ਇੰਡਸਟਰੀ ਹੈ ਇੱਥੋਂ ਦੇ ਲੋਕਲ ਕਰ ਦਿੰਦੇ ਸੀ, ਪਰ ਉਹ ਸਰਟਨ ਆਵਰਸ ਹੀ ਕੰਮ ਕਰ ਦਿੰਦੇ ਸੀ। ਵੀ ਹੈਵ ਚੇਂਜ ਦੈਟ ਥਿੰਗ। ਅਸੀਂ ਹੁਣ ਰਾਉਂਡ ਦਾ ਕਲੌਕ ਚੱਲਦਾ ਸਾਡਾ ਕੁਝ ਚੀਜ਼ਾਂ 'ਚ ਅਸੀਂ ਚੰਗਾ ਵੀ ਕੀਤਾ, ਕੁਝ ਚੀਜ਼ਾਂ 'ਚ ਅਸੀਂ ਮਾੜਾ ਵੀ ਕੀਤਾ ਪਰ ਖੈਰ ਦੋਨੇ ਪਾਸੇ ਨੇ, ਫਾਇਦਾ ਵੀ ਹੈ ਨੁਕਸਾਨ ਵੀ ਹੈਗਾ। ਬਟ ਇਮੀਗ੍ਰੈਂਟਸ ਉਹ ਕੰਮਾਂ ਨੂੰ ਤਿਆਰ ਕਰਨ ਵਾਸਤੇ ਤਿਆਰ ਹੁੰਦੇ ਨੇ ਜਿਹੜਾ ਕਿ ਇੱਥੋਂ ਦਾ ਜਿਹੜਾ ਬੋਰਨ ਰੇਜ਼ਡ ਹੈਗਾ, ਸਮਟਾਈਮਸ ਦੇ ਆਰ ਨਾਟ ਰੈਡੀ ਟੂ ਡੂ ਦੈਟ। ਔਰ ਇਮੀਗ੍ਰੈਂਟਸ ਨੈਚੁਰਲੀ ਜਿਹੜਾ ਇਮੀਗ੍ਰੈਂਟ ਆਏਗਾ ਉਹ ਮਿਹਨਤੀ ਹੋਏਗਾ, ਉਹਦੀ ਅਗਲੀ ਜਨਰੇਸ਼ਨ ਉਦੋਂ ਘੱਟ ਮਿਹਨਤੀ ਹੋਏਗੀ, ਤੀਜੀ ਉਦੋਂ ਘੱਟ ਜਾਏਗੀ। ਇਮੀਗ੍ਰੈਂਟ ਆਈ ਜਾਣਗੇ, ਉਹੀ ਨਵਾਂ ਖੂਨ ਆ ਰਿਹਾ, ਉਹ ਬੂਸਟ ਦੇ ਰਿਹਾ, ਤੇ ਉਦੋਂ ਜਿਹੜੇ ਉੱਪਰਲੇ ਆ ਉਹ ਅਸੀਂ ਆਏ ਆ, ਸਾਡੇ ਬੱਚਿਆਂ ਦਾ ਫਰਕ ਹੋਏਗਾ, ਉਹਨਾਂ ਦੇ ਬੱਚਿਆਂ ਦਾ ਉਦੋਂ ਫਰਕ ਹੋਏਗਾ। ਇਹ ਜਿਹੜੇ ਪਹਿਲਾਂ ਆਏ ਸੀ, ਹੁਣ ਤੋਂ 5 ਜਨਰੇਸ਼ਨਾਂ ਪਹਿਲਾਂ ਆਏ ਸੀਗੇ, ਉਹਨਾਂ ਦੇ ਵੀ ਐਵੇਂ ਆ ਜੀ। ਬਿਲਕੁਲ ਜੀ। ਥੋੜੀ ਜਿਹੀ ਪੈਂਡੈਮਿਕ ਤੇ ਵੀ ਗੱਲ ਕਰ ਲਈਏ। ਅਸੀਂ ਦੇਖ ਰਹੇ ਹਾਂ ਕਿ ਅੱਜ ਜਿਹੜੇ ਆ ਕੇਸਿਸ ਜਿਹੜੇ ਆ ਅਰਾਊਂਡ 900 ਦੇ ਕਰੀਬ ਆਏ ਨੇ, ਹਾਲਾਂਕਿ 849 ਦੇ ਕਰੀਬ ਮੇਰੇ ਖਿਆਲ 'ਚ ਜਿਹੜੇ ਅੱਜ ਮੈਟਰ ਸੀਗੇ। ਤੇ ਓਨਟਾਰੀਓ ਦੇ ਵਿੱਚ ਪ੍ਰੀਮੀਅਰ ਦੀ ਨਵੀਂ ਸਟੇਟਮੈਂਟ ਇਸ ਨੂੰ ਲੈ ਕੇ ਆਈ ਹੈ ਕਿ ਬਿਜ਼ਨੈਸਿਸ ਨੂੰ ਹੁਣ ਰੀਓਪਨ ਕਰਨ ਦੀ ਸਰ ਉਹ ਗੱਲ ਕਰ ਰਹੇ ਨੇ। ਹਾਂਜੀ, ਦੇਖੋ ਇਹ ਬੜੀ ਵੱਡੀ ਪ੍ਰੋਬਲਮ ਹੈ ਤਾਂ। ਪਿਛਲੇ ਹਫਤੇ ਦੀ ਐਵਰੇਜ 900 ਤੋਂ ਉੱਪਰ ਹੈ ਓਨਟਾਰੀਓ ਦੀ ਜੀ। ਗੱਲ ਕਰਾਂਗੇ ਕਿ ਦਰਸ਼ਕ ਹੋਣਾ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਕਰਨ ਜੀ। ਸਤਿ ਸ਼੍ਰੀ ਅਕਾਲ ਸਾਹਿਬ, ਇੰਨੇ ਦਿਨ ਕਿੱਥੇ ਰਹੇ ਹੋ? ਉਹ ਸਰ ਮੈਂ ਗਿਆ ਹੋਇਆ ਸੀ ਵਿਕਟੋਰੀਆ 3-4 ਦਿਨ। ਸੌਰੀ, ਮੈਂ ਆਪ ਬਹੁਤ ਮਿਸ ਕਰਿਆ ਜੀ ਤੁਹਾਨੂੰ। ਬਾਕੀ ਸਾਰਾ ਮੈਂ ਬਾਅਦ ਚ ਪ੍ਰੋਗਰਾਮ ਦੇਖੀ ਗਿਆ ਜੀ ਫੇਸਬੁੱਕ ਤੇ ਜੀ। ਜੀ ਸਰ, ਥੈਂਕ ਯੂ ਜੀ। ਵਿਕਟੋਰੀਆ ਥਾਂ ਬੜਾ ਸੋਹਣਾ ਜੀ, ਬੜਾ ਬਿਊਟੀਫੁਲ ਥਾਂ। ਅਸੀਂ ਪਰਸੋਂ ਗੱਲ ਕਰਕੇ ਹਟੇ ਜੀ, ਕੱਲ ਹਲੇ ਗੱਲ ਕਰਕੇ। ਹਾਂਜੀ ਹਾਂ, ਮੈਂ ਬੜਾ ਸੋਹਣੀ ਜਗ੍ਹਾ ਜੀ, ਬਹੁਤ ਹੀ ਵਧੀਆ ਸੀ, ਪਰ ਹੁਣ ਪੈਂਡੇਮਿਕ ਕਰਕੇ ਪਹਿਲਾਂ ਜਾ ਨਹੀਂ ਸਕੇ, ਹੁਣ ਜਾ ਕੇ ਆਇਆ ਜੀ। ਹਾਂਜੀ, ਤੇ ਗੱਲ ਇਹ ਹੈ ਜੀ, ਹੁਣ ਕਰਨ ਜੀ ਗੱਲ ਕਰ ਰਹੇ ਆ, ਇਹਨਾਂ ਦੀ ਬਹੁਤ ਜ਼ਿਆਦਾ ਨੌਲੇਜ ਤੇ ਸਟੱਡੀ ਹੋ ਗਈ ਜੀ ਇਮੀਗ੍ਰੇਸ਼ਨ ਤੇ। ਬਿਲਕੁਲ ਜੀ, ਮਾਸਟਰ ਹੈ ਜੀ ਇਸ ਕੰਮ 'ਚ। ਹਾਂਜੀ, ਤਰ੍ਹਾਂ ਦਾ ਵੈਸੇ ਤਾਂ ਸਾਰੇ ਚੀਜ਼ਾਂ 'ਚ ਮਾਸਟਰ ਬਣ ਚੁੱਕੇ ਨੇ ਜੀ, ਇਮੀਗ੍ਰੇਸ਼ਨ 'ਚ ਖਾਸ ਕਰਕੇ। ਨਹੀਂ ਸਰ, ਕੰਸਲਟੈਂਟਸ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਸੋ ਪਤਾ ਲੱਗਦਾ ਰਹਿੰਦਾ। ਤੁਸੀਂ ਡਾਕਟਰਸ ਨਾਲ ਵੀ ਬੈਠਦੇ ਹੋ, ਤੁਸੀਂ ਸਾਰਿਆਂ ਨਾਲ ਹੀ ਬੈਠਦੇ ਹੋ, ਯਾਦ ਵੀ ਰੱਖਣਾ ਨਾ। ਹਾਂਜੀ ਹਾਂਜੀ। ਤੇ ਗੱਲ ਇਹ ਹੈ ਡਾਕਟਰ ਸਾਹਿਬ, ਜਿਵੇਂ ਅੱਜ ਇਹ ਦਿੱਤਾ ਸਰਕਾਰ ਨੇ ਜੀ, ਜਿੰਨੇ ਬੰਦੇ ਅਸੀਂ ਹੋਰ ਪੱਕੇ ਕਰਨੇ ਆ ਜੀ। ਤੇ ਅੱਜ ਤਾਂ ਜੀ ਸਵੇਰੀ ਪੰਜਾਬ 'ਚ ਬੋਰਡ ਲੱਗਣੇ ਸ਼ੁਰੂ ਹੋ ਜਾਣੇ ਵੀ ਇੰਨੇ ਬੰਦੇ ਉੱਥੇ ਚਾਹੀਦੇ ਨੇ, ਦਵਾ ਦਵਾ ਆ ਜਾਓ। ਸਹੀ ਗੱਲ ਹੈ। ਇੰਡੀਆ ਦੀ ਤਾਂ ਮੈਂ ਗੱਲ ਕਰਦਾ ਜੀ, ਮੈਂ ਤਾਂ ਪੰਜਾਬ ਦੀ ਗੱਲ ਕਰਦਾ ਜੀ। ਪਿੱਛੇ ਜੇ 2 ਕੈਟਾਗਰੀਆਂ ਖੁੱਲੀਆਂ ਸੀ, ਇੱਕ ਮੀਟ ਕਟਰ ਦੀ ਖੁੱਲੀ ਸੀ ਜੀ, ਫਾਰਮ ਵਰਕਰ ਦੀ ਖੁੱਲੀ ਸੀ। ਤਾਂ ਉੱਥੇ ਇੰਨੀ ਲੁੱਟ ਪਈ ਹੈ ਜੀ ਪੰਜਾਬ 'ਚ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਕਿੰਨੇ ਪੈਸੇ ਲੋਕਾਂ ਨੇ ਉੱਥੇ ਲੁੱਟ ਲਏ ਜੀ ਲੋਕਾਂ ਤੋਂ। ਸਹੀ ਗੱਲ ਹੈ ਜੀ, ਹਾਲਤ ਮਾੜੀ ਹੈ। ਕਿਉਂਕਿ ਉਹਦੇ ਵਿੱਚ ਕੈਟਾਗਰੀ ਜੇ ਵੀ 10ਵੀਂ 12ਵੀਂ ਬੰਦਾ ਚੱਲ ਜਾਊਗਾ, ਉਹ ਆਈਲੈਟਸ ਦੀ ਵੀ ਲੋੜ ਨਹੀਂ, ਕੋਈ ਲੋੜ ਨਹੀਂ, ਸਿੱਧਾ ਪੱਕਾ। ਹਾਂਜੀ, ਠੀਕ ਹੈ ਜੀ। ਤੇ ਦੂਜੀ ਗੱਲ ਇਹ ਹੈ ਡਾਕਟਰ ਸਾਹਿਬ, ਮੈਂ ਤੁਹਾਨੂੰ, ਤੁਸੀਂ ਬਹੁਤ ਇੰਟੈਲੀਜੈਂਟ ਹੋ, ਤਰਨ ਜੀ ਬਹੁਤ ਇੰਟੈਲੀਜੈਂਟ ਹੈ। ਤਰਨ ਹੈ ਜੀ ਇੰਟੈਲੀਜੈਂਟ। ਇਮੀਗ੍ਰੇਸ਼ਨ ਦਾ ਕੋਈ ਸਿਸਟਮ ਨਹੀਂ ਹੈ ਜੀ ਉਰੇ। ਹਾਂਜੀ, ਜਿੰਨੀਆਂ ਵੀ ਨਿਊਜ਼ ਉਰੇ ਆਉਂਦੀਆਂ ਨੇ ਜੀ ਇਮੀਗ੍ਰੇਸ਼ਨ ਦੇ ਸੰਬੰਧ 'ਚ ਵੀ, ਅਸੀਂ ਆਹ ਫਾਸਟ ਕਰਤਾ, ਅਸੀਂ ਆਹ ਕਰਤਾ, ਅਸੀਂ ਉਹ ਕਰਤਾ, ਮੈਂ ਬਹੁਤ ਬੰਦਿਆਂ ਨੂੰ ਮਿਲਦਾ ਜੀ, ਬਹੁਤ ਹੀ ਬੰਦੇ ਇਮੀਗ੍ਰੈਂਟਸ ਨੂੰ ਮਿਲਣਾ, ਤੇ ਉਹ ਸਾਰੇ ਬਹੁਤ ਹੀ ਮਾਯੂਸ ਨੇ ਵੀ ਜਿਹੜੀ ਇਹਨਾਂ ਦੀ ਇਮੀਗ੍ਰੇਸ਼ਨ ਪਾਲਿਸੀਆਂ ਆ, ਇਟ ਇਜ਼ ਨੋਟ ਗੁੱਡ, ਨੋਟ ਅਪ ਟੂ ਮਾਰਕ। ਹਾਂਜੀ, ਕਦੀ ਕੁਛ ਹੋ ਜਾਂਦਾ ਜੀ, ਕਦੀ ਕੁਛ ਹੋ ਜਾਂਦਾ ਹੈ। ਦੇਖੋ ਤੁਸੀਂ ਤਾਂ ਇਨਫੋਰਮੇਸ਼ਨ ਦਿੰਦੇ ਹੋ ਬਿਲਕੁਲ ਸਹੀ। ਹੁਣ ਬਾਕੀ ਕਈ ਬੜੇ ਫੇਸਬੁੱਕ ਚੈਨਲ ਨੇ ਜੀ, ਜਿਨ੍ਹਾਂ ਤੇ ਬਹੁਤ ਕੁਛ ਹੁੰਦਾ ਹੈ, ਜਿਨ੍ਹਾਂ ਤੇ ਬਹੁਤ ਗੱਲਾਂ ਪਤਾ ਲੱਗਦੀਆਂ ਨੇ, ਤੇ ਉਹ ਦੇ ਦਿੰਦੇ ਨੇ ਜੀ ਵੀ ਅੱਜ ਤੋਂ ਹੀ ਖੁੱਲ ਗਿਆ ਜੀ ਸਾਰਾ ਕੁਛ, ਅੱਜ ਤੋਂ ਹੀ ਐ ਹੋ ਗਿਆ ਜੀ, ਅੱਜ ਤੋਂ ਹੀ ਉਹ ਹੋ ਗਿਆ ਸਾਰਾ ਕੁਛ। ਮਤਲਬ ਡਾਕਟਰ ਸਾਹਿਬ, ਮੇਰੀ ਤਾਂ ਤੁਹਾਡੇ ਥਰੂ ਤੇ ਤੁਹਾਡੇ ਚੈਨਲ ਦੇ ਥਰੂ ਇਹੀ ਸਾਨੂੰ ਤਾਂ ਬੇਨਤੀ ਹੈ ਵੀ ਵੱਧ ਤੋਂ ਵੱਧ ਜਿਹੜੇ ਬੱਚੇ ਉਰੇ ਆਏ ਹੋਏ ਨੇ, ਸਟੂਡੈਂਟ ਆਏ ਹੋਏ ਨੇ, ਜਿਹੜੇ ਪਹਿਲਾਂ ਇਮੀਗ੍ਰੈਂਟਸ ਆਏ ਹੋਏ ਨੇ, ਉਹਨਾਂ ਨੂੰ ਪੱਕਾ ਕੀਤਾ ਜਾਵੇ ਜੀ। ਬਿਲਕੁਲ ਜੀ। ਤੇ ਜਿਹੜੇ ਬਾਹਰੋਂ ਮੰਗਾਉਣ ਦੀ ਗੱਲ ਹੈ ਜੀ, ਉਹ ਬਾਅਦ 'ਚ ਦੇਖੀ ਜਾਵੇ। ਸਹੀ ਗੱਲ ਹੈ ਜੀ। ਥੈਂਕ ਯੂ ਜੀ, ਸੋ ਨਾਈਸ। ਸ਼ੁਕਰੀਆ ਸਰ, ਸ਼ੁਕਰੀਆ ਕਾਲ ਕਰਨ ਲਈ। ਸਰ, ਇਹਨਾਂ ਨੇ ਜਿਵੇਂ ਕਿਹਾ ਕਿ ਇੱਥੋਂ ਦੇ ਸਟੂਡੈਂਟਸ ਨੂੰ ਪੱਕਾ ਕੀਤਾ ਜਾਵੇ, ਇੱਥੋਂ ਦੇ ਲਈ ਸਰਕਾਰ ਜਿਹੜੇ ਆ ਨਿਯਮ ਹੋਰ ਤੇ ਹੋਰ ਔਖੇ ਕਰੀ ਜਾਂਦੀ ਪਈ ਆ। ਹੁਣ ਜਿਵੇਂ ਪਿੱਛੇ ਜੇ ਇਹਨਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਫ੍ਰੈਂਚ ਆਉਂਦੀ ਆ ਉਹਨਾਂ ਲਈ ਜਿਹੜੇ ਆ ਪੁਆਇੰਟਸ ਐਕਸਟਰਾ ਹੋਣਗੇ। ਹੁਣ ਜਿਹੜੇ ਸਟੂਡੈਂਟਸ ਆਲਰੇਡੀ ਇੱਥੇ ਆ ਗਏ ਨੇ, ਉਹਨਾਂ ਨੂੰ ਕਿੱਥੋਂ, ਜਾਂ ਤਾਂ ਉਹ ਦੁਬਾਰਾ ਹੁਣ ਫ੍ਰੈਂਚ ਦਾ ਕੋਰਸ ਕਰਨ, ਉਸ ਤੋਂ ਬਾਅਦ ਉਹਦੇ ਵਿੱਚ ਪਰਪੱਕ ਹੋ ਕੇ ਫਿਰ ਆਪਣੇ ਪੁਆਇੰਟਸ ਲਗਾਉਣ, ਜਦ ਤੱਕ ਉਹਨਾਂ ਦਾ ਆਲਰੇਡੀ ਵਰਕ ਪਰਮਿਟ ਜਾਂ ਵੀਜ਼ਾ ਆਲਰੇਡੀ ਐਕਸਪਾਇਰ ਹੋਣ ਵਾਲਾ ਹੋ ਜਾਣਾ। ਗੱਲ ਉਹੀ ਹੈ ਕਿ ਸਰਕਾਰ ਇੱਥੋਂ ਵਾਲਿਆਂ ਲਈ ਰੂਲ ਔਖੇ ਕਰ ਰਹੀ ਹੈ। ਅਲਬਰਟਾ ਨੇ ਹੁਣ ਆਪਣੀ LMIA ਪ੍ਰੋਸੈਸਿੰਗ ਰੋਕ ਦਿੱਤੀ ਆ, ਹੋਲਡ ਪਾ ਦਿੱਤੀ ਆ। ਜਿਹੜੇ ਬੱਚੇ ਹੁਣ ਉੱਥੇ ਗਏ ਸੀ ਕਿ ਸ਼ਾਇਦ ਉੱਥੇ ਪੁਆਇੰਟਸ ਪੂਰੇ ਹੋ ਸਕਣਗੇ, ਅਸੀਂ ਆਪਣੀ LMIS ਲਈ ਉੱਥੇ ਅਪਲਾਈ ਕਰਦੇ ਆ, ਉਹ ਬਿਲਕੁਲ ਬੰਦ ਹੋ ਗਿਆ। ਬਹੁਤ ਬੱਚੇ ਜੀ ontario ਨੂੰ ਛੱਡ ਕੇ ਸਸਕੈਚੁਅਨ ਚ ਗਏ ਸੀਗੇ, ਅਲਬਰਟਾ ਚ ਗਏ ਸੀਗੇ, ਤੇ ਉਹਨਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ। ਇਹਦੇ ਵਾਸਤੇ ਇੱਕ ਸ਼ਬਦ ਆ ਤਰਨ, ਇਹਨੂੰ ਪੈਚ ਵਰਕ ਕਹਿੰਦੇ ਆ।
ਇਹ ਸਰਕਾਰ ਫੈਡਰਲ ਸਰਕਾਰ ਹੈਗੀ, ਜਿੱਥੇ ਕੋਈ ਮਾੜੀ ਮੋਟੀ ਗੱਲ ਹੁੰਦੀ ਹੈ ਉੱਥੇ ਚੇਪੀ ਲਾ ਦਿੰਦੇ ਆ, ਕਿਤੇ ਹੋਰ ਗਲੀ ਨਿਕਲੀ ਤੇ ਉੱਥੇ ਚੇਪੀ ਲਾ ਦਿੰਦੇ ਆ। ਇਹ ਉਹ ਨਹੀਂ ਹੈ, ਇਹ ਸਿਸਟਮ ਹੋਲ ਸਿਸਟਮ ਨੀਡਸ ਓਵਰਹੌਲਿੰਗ। ਇਹਦਾ ਓਵਰਹੌਲ ਕਰਨ ਵਾਲਾ ਮਿਨਿਸਟਰੀ, ਕੋਈ ਸਿਆਣਾ ਮਿਨਿਸਟਰ ਆਵੇ। ਕਿਉਂ ਨਹੀਂ ਓਵਰਹੌਲ ਹੋ ਰਿਹਾ? 4 ਸਾਲ ਦੀ ਮਿਆਦ ਹੈ, 4 ਸਾਲਾਂ ਦੇ ਵਿੱਚ ਤੁਹਾਡਾ ਵਾਅਦਾ ਤਾਂ ਉਹਨਾਂ ਨੇ ਕੀਤਾ ਹੈ। ਇਨ ਦਾ ਮੀਨ ਟਾਈਮ ਉਹਨਾਂ ਨੂੰ ਪਤਾ ਲੱਗਾ ਹੁਣ ਲੱਗਦਾ ਸਾਡੀ ਐਤਕੀ ਸਾਖ ਥੱਲੇ ਨੂੰ ਜਾ ਰਹੀ ਹੈ, ਇਹਨੂੰ ਤਾਂ ਕਿਵੇਂ ਚੱਕੀਏ? ਇਮੀਗ੍ਰੇਸ਼ਨ ਦਾ ਕੋਈ ਨਾ ਕੋਈ ਐਸਾ ਚੀਜ਼ ਬਣਾਓ ਅਸੀਂ ਖੁਸ਼ ਹੋ ਜਾਈਏ। ਇਹਨੂੰ ਉੱਪਰ ਕਰ ਸਕਦੇ ਆ, ਪਰ ਨੀਚੇ ਕਰਨ ਦਾ ਕਿਸੇ ਵੀ ਪਾਰਟੀ ਦਾ ਨਹੀਂ ਹਿੰਮਤ ਕੋਈ ਨਹੀਂ ਕਰੇਗਾ। ਹਾਂਜੀ, ਬਹੁਤ ਕੱਟ ਕਰਨਾ ਬੜਾ ਮੁਸ਼ਕਲ ਹੁੰਦਾ। ਸੋ ਇਟਸ ਅ ਪੈਚ ਵਰਕ ਬਟ ਇਟ ਨੀਡਸ ਅ ਹੋਲ। ਬਿਲਕੁਲ ਜੀ, ਗੱਲ ਕਰ ਰਹੇ ਸੀ ਅਸੀਂ ਓਨਟਾਰੀਓ ਦੇ ਪ੍ਰੀਮੀਅਰ ਦੀ, ਤੇ ਓਨਟਾਰੀਓ ਦੇ ਵਿੱਚ ਬਿਜ਼ਨੈਸਸ ਜਿਹੜੇ ਆ ਰੀਓਪਨ ਕਰਨ ਵਾਲ ਉਹਨਾਂ ਦਾ ਅੱਜ ਜਿਹੜਾ ਬਿਆਨ ਆਇਆ, ਤੇ ਤੁਹਾਨੂੰ ਲੱਗਦਾ ਪੈਂਡੈਮਿਕ ਖਤਮ ਹੋ ਰਿਹਾ ਜਿਹਦੇ ਕਰਕੇ ਬਿਜ਼ਨੈਸ ਬਿਲਕੁਲ ਨਹੀਂ ਜੀ ਖਤਮ ਹੋ ਰਿਹਾ। ਜਿਹੜੇ ਆਪਣੇ ਪ੍ਰੀਮੀਅਰ ਸਾਹਿਬ ਆ, ਇਹਨਾਂ ਨੂੰ ਇਹ ਹੁਣ ਬਹੁਤ ਵੱਡੀ ਇਟਸ ਵੈਰੀ ਹਾਰਡ ਟੂ ਬੈਲੈਂਸ ਕੀਤਾ ਕੀ ਜਾਵੇ। 900 ਤੋਂ ਉੱਪਰ ਐਵਰੇਜ ਆ ਪਿਛਲੇ ਹਫ਼ਤੇ ਦੀ। ਕੇਸ ਘੱਟ ਨਹੀਂ ਰਹੇ, ਕੇਸ ਵੱਧ ਰਹੇ ਨੇ। ਕੇਸ ਦੇ ਉਹਨਾਂ ਨੇ ਇੱਕ ਹੋਰ ਕਾਰਨ ਦੱਸਿਆ ਹੈਗਾ, ਜਿਹੜੀ ਸਾਡੀ ਐਕਚੁਅਲੀ ਜਿਹੜੀ ਥਰੀਸਾ ਟਾਈਮ ਹੈ, ਸਾਡੀ ਚੀਫ ਮੈਡੀਕਲ ਆਫਸਰ ਆਫ ਕੈਨੇਡੀਅਨ ਹੈਗੀ ਆ, ਉਹਨੇ ਇਹ ਗੱਲ ਕਹੀ ਵੀ ਸਾਨੂੰ ਘੱਟੋ ਘੱਟ 25% ਅਸੀਂ ਆਪਸ ਵਿੱਚ ਜਿਹੜਾ ਮੇਲ ਜੋੜਾ ਘਟਾਉਣਾ ਪਊਗਾ। ਉਹਨੇ ਚੌਥਾ ਹਿੱਸਾ ਕਿਹਾ, ਮੇਰਾ ਖਿਆਲ ਇਹ ਤੋਂ ਵੱਧ ਘਟਾਉਣਾ ਪਏਗਾ ਜੀ। ਸਾਡੀ ਇੱਥੇ ontario ਛਲੇ ਆਪਣੇ 10 ਹੈ, ਤੇ ਘਰ ਦੇ ਅੰਦਰ 10 ਹੈ, ਬਾਹਰ 25 ਹੈਗੇ ਆ। ਅੱਜ ਫੋਰਡ ਸਾਹਿਬ ਨੂੰ ਕੁਐਸਚਨ ਕੀਤਾ ਗਿਆ, ਐਂਡ ਆਈ ਗੈਸ ਗਵਰਨਮੈਂਟ ਇਜ਼ ਰੀਕਨਸੀਡਰਿੰਗ ਦੈਟ ਅਗੇਨ। ਇਹ ਨਹੀਂ ਪਤਾ ਕਰੇਗਾ ਜਾਂ ਨਹੀਂ ਕਰੇਗਾ, ਪਰ ਪ੍ਰੋਬਲਮ ਹੁਣ ਇਹ ਆ ਰਹੀ ਹੈ। ਫੋਰਡ ਸਾਹਿਬ ਕਹਿੰਦੇ ਜੀ ਅਸੀਂ ਬੰਦੇ ਜਿਹੜੇ ਬਾਹਰ ਜਾ ਰਹੇ ਉਹ 100 ਨੂੰ ਮਿਲ ਰਹੇ ਆ। 100 ਨੂੰ ਮਿਲਿਆ, ਉਹ ਕਹਿੰਦੇ ਜੀ ਅੱਗੇ 10,000 ਹੋ ਗਿਆ, 10,000 ਚੋਂ ਫਿਰ 100 ਨੂੰ ਮਿਲੇਗਾ। ਐਂ ਕਹਿੰਦੇ ਕੇਸਿਸ ਵਧ ਰਹੇ ਨੇ, ਸਕੂਲਾਂ ਕਰਕੇ ਵਧ ਰਹੇ ਨੇ। ਆਪਾਂ ਬਿਲਕੁਲ ਸਰਕਾਰ ਉਹੀ ਹੈ ਕਿ ਜਿਹੜਾ ਹੁਣ ਲੇਟੈਸਟ ਰਿਪੋਰਟ ਆਈ ਹੈ ਕਿ ਸਕੂਲਸ ਦੇ ਕਰਕੇ ਜਿਹੜੀਆਂ ਮੈਟਰਸ ਹੋਰ ਜ਼ਿਆਦਾ ਵਧ ਰਹੇ ਨੇ। ਸਰਕਾਰ ਇੱਕ ਪਾਸੇ ਸਕੂਲ ਓਪਨ ਕਰਨ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਬਿਜ਼ਨਸ ਓਪਨ ਕਰਨ ਦੀ ਗੱਲ ਕਰ ਰਹੀ ਹੈ। ਏਦਾਂ ਕਿੱਦਾਂ ਬੈਲੈਂਸ ਹੋਏਗਾ? ਸਰਕਾਰ ਨੂੰ ਜਿਹੜਾ ਪਹਿਲਾਂ ਜਿਹੜੀਆਂ ਯੂਨੀਅਨਸ ਨੇ ਉਹਨਾਂ ਨੇ ਗੱਲ ਕਹੀ ਸੀਗੀ, ਉਹ ਇਹ ਕਹਿ ਰਹੇ ਸੀਗੇ ਵੀ ਇਹ ਗੱਲ ਹੋ ਸਕਦੀ ਹੈ, ਐਂਡ ਉਹ ਹੋ ਰਹੀ ਹੈ। ਇਹ ਤੁਹਾਨੂੰ ਯੂਨੀਅਨਸ ਠੀਕ ਸਾਬਤ ਹੋ ਰਹੀਆਂ ਨੇ। ਜੇ ਸਰਕਾਰ ਨੇ ਇਹ ਕੋਸ਼ਿਸ਼ ਕੀਤੀ ਹੈ ਵੀ ਅਸੀਂ ਅੱਧੇ ਬੱਚੇ ਆਉਣ, ਅੱਧੇ ਬਦਲ ਕੇ ਆਉਣ, ਇਹੋ ਜਿਹਾ ਕੁਛ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਮੈਨੂੰ ਲੱਗਦਾ ਸਾਰੇ ਉਹਨਾਂ ਨੂੰ ਆਨਲਾਈਨ ਕਰਨਾ ਪਵੇਗਾ ਜੇ ਇਸ ਚੀਜ਼ ਨੂੰ ਇੱਕ ਵਾਰੀ ਠੱਲ ਪਾਉਣੀ ਹੈ। ਅਦਰਵਾਈਜ਼ ਜੇ ਕਿਤੇ ਹੱਥੋਂ ਬਾਹਰ ਨਿਕਲ ਗਿਆ, US ਦੇ ਵਿੱਚ ਇਹ ਬਾਹਰ ਨਿਕਲ ਗਿਆ ਹੱਥੋਂ, ਸਾਡੇ ਹੱਥੋਂ ਬਾਹਰ, ਅਸੀਂ ਤੁਹਾਨੂੰ 25-30 ਕੇਸਾਂ ਤੋਂ ਅਸੀਂ ਵਾਪਸ 900 ਤੇ ਆ ਗਏ ਹਾਂ। ਇਟਸ ਅ ਵੈਰੀ ਬਿਗ ਥਿੰਗ। BC ਆ ਅੱਜ ਮੇਰੇ ਖਿਆਲ 250 ਤੋਂ ਉੱਪਰ ਆ ਜੀ। ਅਲਬਰਟਾ 400 ਤੋਂ ਉੱਪਰ, ਉਹਦੇ ਨਾਲ ਆਬਾਦੀ ਘੱਟ ਹੈਗੀ ਆ। ਕੁਬੈਕ ਹੈਗਾ ਉਹ 1000 ਦੇ ਨੇੜੇ ਪਿਛਲੇ ਕਈ ਅੰਦਰਾਂ ਜਾ ਰਹੇ। ਸਾਡੇ ਤਾਂ ਕੇਸਿਸ ਵੱਧ ਰਹੇ। ਸੋ ਵੀ ਹੈਵ ਟੂ ਐਕਚੁਅਲੀ all of us, we have to be very serious about this. It's a pandemic. ਇਹ ਮਹਾਮਾਰੀ ਹੈ, ਅਜੇ ਤੱਕ ਇਹ ਦਵਾਈ ਆਈ ਨਹੀਂ। ਆਪਾਂ ਨੂੰ we have to control ourselves as well. ਬਿਲਕੁਲ ਜੀ, ਇਸ ਤੋਂ ਪਹਿਲਾਂ ਕਿ ਅਗਲੀ ਖਬਰ ਵੱਲ ਅਸੀਂ ਵਧੀਆ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਤੁਹਾਨੂੰ ਦੱਸ ਦੇਵਾਂਗੇ ਓਨਟਾਰੀਓ ਵਾਲੇ ਖਾਸ ਤੌਰ ਤੇ ਸਾਵਧਾਨ ਹੋ ਜਾਓ, ਹਾਈਡਰੋ ਰੇਟਸ ਤੁਹਾਡੇ ਵਧਣ ਲੱਗੇ ਨੇ। ਇਸ ਤੋਂ ਇਲਾਵਾ ਹੰਬੋਲਟ ਬੱਸ ਹਾਦਸਾ ਜਿਹੜਾ ਸੀ, ਉਹਦੇ ਵਿੱਚ ਜਿਹੜਾ ਦੋਸ਼ੀ ਡਰਾਈਵਰ ਸੀ ਜਸਕੀਰਤ ਸਿੱਧੂ, ਉਹਨੂੰ ਜੀ ਹੋ ਸਕਦਾ ਦੇਸ਼ ਨਿਕਾਲਾ ਦੇ ਦਿੱਤਾ ਜਾਵੇ। ਇਹਦੇ ਬਾਰੇ ਗੱਲ ਕਰਾਂਗੇ। ਨਾਲ ਹੀ ਬ੍ਰੈਂਪਟਨ ਦੇ ਇੱਕ ਪੰਜਾਬੀ ਦੇ ਘਰ ਤੋਂ ਨਸ਼ਾ ਬਰਾਮਦ ਹੋਇਆ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਦੇ ਬਾਰੇ ਵੀ ਗੱਲ ਕਰਾਂਗੇ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੈਨੇਡਾ ਦੇ ਵਿੱਚ ਠੰਡ ਨੇ ਦੇ ਦਿੱਤੀ ਹੈ ਦਸਤਕ। ਅਜਿਹੇ ਵਿੱਚ ਘਰਾਂ ਵਿੱਚ ਰਹਿੰਦੇ ਹੋ ਜਾਂ ਫਿਰ ਬੇਸਮੈਂਟ ਦੇ ਵਿੱਚ ਆਪਣੇ ਆਪ ਨੂੰ ਵਾਰਮ ਰੱਖਣ ਲਈ ਅੱਜ ਹੀ ਮੰਗਵਾਓ ਵਧੀਆ ਕੁਆਲਿਟੀ ਦੇ ਡਬਲ ਪ੍ਰਾਈਸ ਦੇ ਬ੍ਰਾਂਡਡ ਕੰਬਲ, ਪਰ ਬਾਜ਼ਾਰ ਦੇ ਨਾਲੋਂ ਬਹੁਤ ਹੀ ਘੱਟ ਕੀਮਤਾਂ ਤੇ। ਹਰ ਸਾਈਜ਼ ਅਵੇਲੇਬਲ। ਬੈੱਡ ਸ਼ੀਟਸ ਤੇ ਪਿੱਲੋ ਕਵਰ ਵੀ ਬਹੁਤ ਹੀ ਵਾਜਿਬ ਕੀਮਤਾਂ ਤੇ। ਠੰਡ ਦਾ ਇੰਤਜ਼ਾਰ ਕਰਨ ਦੀ ਥਾਂ ਤੇ ਅੱਜ ਹੀ ਕਮਾਓ ਫੋਨ। ਸੰਪਰਕ ਕਰੋ ਹੈਰੀ ਦੇ ਨਾਲ। ਫੋਨ 647 760 2290। ਸਮੂਹ ਸਾਊਥ ਏਸ਼ੀਅਨ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀ ਕਮਿਊਨਿਟੀ ਅਤੇ ਅਮਰੀਕਾ ਨੂੰ ਮਜ਼ਬੂਤ ਬਣਾਉਣ ਲਈ 3 ਨਵੰਬਰ 2020 ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵੋਟ ਪਾਓ। ਆਪਣੀ ਇਕਨੋਮੀ, ਆਪਣੇ ਮੁਲਕ ਅਤੇ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਵਾਸਤੇ ਵੋਟ ਫॉर ਡੋਨਲਡ ਟਰੰਪ। ਆਓ ਸਾਰੇ ਮਿਲ ਕੇ ਅਮਰੀਕਾ ਨੂੰ ਇੱਕ ਵਾਰੀ ਫਿਰ ਮਜ਼ਬੂਤ ਬਣਾਈਏ। ਮੇਕ ਅਮਰੀਕਾ ਗ੍ਰੇਟ ਅਗੇਨ। ਟੈਲੀ ਟਾਕ। ਅੱਜ ਦੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਤੁਹਾਡਾ ਟੈਲੈਂਟ ਕਿਉਂ ਰਹੇ ਪਿੱਛੇ? ਟਿਕਟੌਕ ਨਹੀਂ ਤਾਂ ਟੈਲੀ ਟਾਕ ਹੀ ਸਹੀ। ਜੀ ਹਾਂ, ਬਿਲਕੁਲ ਠੀਕ ਸੁਣਿਆ, ਟੈਲੀ ਟਾਕ ਐਂਡਰੋਇਡ ਦੇ ਨਾਲ ਐਪਲ ਫੋਨਸ ਦੇ ਵਿੱਚ ਵੀ ਆ ਚੁੱਕੀ ਹੈ, ਜਿਸ ਵਿੱਚ ਨੇ ਬਿਲਕੁਲ ਟਿਕਟੌਕ ਵਰਗੇ ਫੀਚਰਸ, ਜਿਵੇਂ ਕਿ ਸ਼ਾਰਟ ਵੀਡੀਓ ਅਪਲੋਡਿੰਗ, ਵੀਡੀਓ ਸ਼ੇਅਰਿੰਗ, ਇਮੇजेस ਸ਼ੇਅਰਿੰਗ। ਫੇਸਬੁੱਕ ਦੀ ਤਰ੍ਹਾਂ ਹੀ ਆਪਣੇ ਮਨਪਸੰਦ ਲੋਕਾਂ ਨੂੰ ਕਰੋ ਫੋਲੋ। ਰਿਕਾਰਡ ਔਨ ਕੈਮਰਾ। ਟਿਕਟੌਕ ਦੀ ਤਰ੍ਹਾਂ ਹੀ ਟੈਲੈਂਟ ਸੈਕਸ਼ਨ। ਇੰਡੀਆ ਦੀ ਨੰਬਰ 1 ਐਪ
ਲਾਈਵ ਵੀਡੀਓਜ਼। ਯੂਜ਼ਰਸ ਆਪਣਾ ਵੀਡੀਓ ਖੁਦ ਬਣਾ ਸਕਦੇ ਨੇ। ਸੋ ਅੱਜ ਹੀ ਆਪਣੇ ਐਂਡਰॉयड ਜਾਂ ਫਿਰ ਐਪਲ ਫੋਨਸ ਦੇ ਵਿੱਚ ਡਾਊਨਲੋਡ ਕਰੋ ਟੈਲੀ ਟਾਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 647 710 8300। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ। ਤੇ ਅੱਜ ਗੱਲਬਾਤ ਹੋ ਰਹੀ ਹੈ ਹੁਣ ਤੱਕ ਦੀਆਂ ਖਾਸ ਖਬਰਾਂ ਦੀ। ਖਾਸ ਖਬਰਾਂ ਵਿੱਚੋਂ ਇੱਕ ਖਬਰ ਇਹ ਵੀ ਹੈ ਕਿ ਅੱਜ ਸਰ ਓਨਟਾਰੀਓ ਦੇ ਪ੍ਰੀਮੀਅਰ ਮਿਸਟਰ ਫੋਰਡ ਦੀ ਜਿਹੜੀ ਕਨਸਟੀਟੂਐਂਸੀ ਹੈ ਉਹ ਵਾਲੇ ਆਫਿਸ ਦੇ ਵਿੱਚ ਉਹਨਾਂ ਦੀ ਆਫਿਸ ਦੇ ਵਿੱਚ ਇੱਕ ਕਰੋਨਾ ਪੋਜ਼ਿਟਿਵ ਕੇਸ ਪਾਇਆ ਗਿਆ। ਹਾਂ, ਤੁਹਾਨੂੰ ਨੰਬਰ ਨਹੀਂ ਦੱਸਿਆਗਾ ਕਿੰਨਿਆਂ ਨੂੰ ਪੋਜ਼ਿਟਿਵ ਹੋਇਆ। ਰੀਜ਼ਨ ਇਹ ਹੈ ਕਿ ਉਹਨਾਂ ਦਾ ਆਫਿਸ ਖੁੱਲ੍ਹਾ, ਲੋਕ ਆਉਂਦੇ ਜਾਂਦੇ ਆ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਆਉਣਾ ਜਾਣਾ ਹੁੰਦਾ ਜੀ। ਪਰ ਫੋਰਡ ਸਾਹਿਬ ਆਪ 2 ਹਫ਼ਤਿਆਂ ਤੋਂ ਉਸ ਆਫਿਸ ਦੇ ਵਿੱਚ ਨਹੀਂ ਗਏ ਤੇ ਹੁਣ ਪਤਾ ਇਹ ਲੱਗ ਗਿਆ ਹੈਗਾ, ਗਿਣਤੀ ਨਹੀਂ ਦੱਸੀ ਗਈ ਪਰ ਜਿਹੜਾ ਹੁਣ ਅਨਾਉਂਸਮੈਂਟ ਹੋਈ ਹੈ ਕਿ ਉਹਦੀ ਡੀਪ ਕਲੀਨਿੰਗ ਕੀਤੀ ਜਾਵੇਗੀ, ਸਾਰੀ ਸਾਫ਼ ਸਫਾਈ ਕੀਤਾ ਜਾਵੇਗਾ, ਉਸ ਤੋਂ ਬਾਅਦ ਆਫਿਸ ਫੇਰ ਖੋਲ੍ਹਿਆ ਜਾਵੇਗਾ। ਸੋ ਇਹ ਘਰ ਤੱਕ ਪਹੁੰਚਿਆ ਹੈ, ਸਭ ਦੇ ਆਇਆ ਹੈ, ਕੋਈ ਐਸੀ ਗੱਲ ਹੈ ਨਹੀਂ ਕਿ ਪਰ ਸਾਨੂੰ ਵੀ ਗਟ ਟੂ ਬੀ ਵੈਰੀ ਕੇਅਰਫੁਲ। ਜਿਵੇਂ ਪਹਿਲਾਂ ਅਨਾਉਂਸਮੈਂਟ ਕੀਤਾ, ਆਪਾਂ ਪਹਿਲੇ ਦਿਨ ਤੋਂ ਇਹ ਗੱਲ ਕਰਦੇ ਹਾਂ ਵੀ COVID-19 ਇਹਦੀ ਹਾਲੇ ਤੱਕ ਵੈਕਸੀਨ ਨਹੀਂ ਹੈ ਜੀ, ਪਲੀਜ਼ ਬੀ ਕੇਅਰਫੁਲ। ਬਿਲਕੁਲ ਜੀ। ਤੇ ਸਰ ਅਗਲੀ ਖਬਰ ਵੱਲ ਰੁਕ ਕਰ ਲਈਏ। ਹਾਈਡਰੋ ਰੇਟਸ ਓਨਟਾਰੀਓ ਦੇ ਵਿੱਚ ਵਧਣ ਵਾਲੇ ਨੇ ਵੀਕਐਂਡ ਦੇ ਉੱਤੇ। ਓਨਟਾਰੀਓ ਵਾਲੇ ਸਾਵਧਾਨ ਹੋ ਜਾਣ। ਜਿਹੜੀ ਹੁਣ ਤੱਕ ਆਪਾਂ ਕਹਿ ਰਹੇ ਸੀ ਕਿਸੇ ਵੀ ਟਾਈਮ ਲਾਂਡਰੀ ਕਰ ਲਈਏ, ਹੁਣ ਫਿਰ ਸੋਚ ਸਮਝ ਕੇ ਕਰਨੀ ਪੈਣੀ ਹੈ। ਉਹ ਰੇਟ ਸੀਗਾ 12 ਪੈਸੇ ਕੁਛ ਸੀਗਾ ਪਰ ਕਿਲੋਵਾਟ ਦਾ ਮੇਰੇ ਖਿਆਲ, ਤੇ ਹੁਣ ਇੱਕ ਸਸਤਾ ਰੇਟ ਹੈਗਾ 10 ਪੈਸੇ ਆ, ਤੇ ਜਿਹੜੇ ਕੋਈ 10 ਪੈਸੇ ਵਾਲਾ 21 ਪੈਸੇ, 10 ਕੁਛ 21 ਕੁਛ ਇੰਨਾ ਹੋ ਜਾਣਾ ਜੀ। ਵੈਸੇ ਮੈਨੂੰ ਆਸ ਸੀ ਤਰਨ ਕਿ ਅਨਾਉਂਸਮੈਂਟ ਹੋਏਗੀ ਵੀ ਕੋਈ ਗੱਲ ਨਹੀਂ, ਕੋਵਿਡ ਹੋਰ ਵੱਧ ਰਿਹਾ ਹੈਗਾ, ਕੇਸਿਸ ਵੱਧ ਰਹੇ ਨੇ, ਲੋਕੀ ਹਰੇ ਕੰਮਾਂ ਤੇ ਨਹੀਂ ਜਾ ਸਕਦੀ ਤੇ ਰੇਟ ਉਹੀ ਰਹਿਣਾ ਚਾਹੀਦਾ। ਮੇਰਾ ਦੈਟ ਵਾਸ ਮਾਈ ਰੀਡਿੰਗ ਵੀ ਹੋ ਜਾਣਾ ਚਾਹੀਦਾ। ਇਹਨਾਂ ਨੇ ਕ੍ਰਿਸਟੀਆ ਫਰੀਲੈਂਡ ਦੀ ਸਟੇਟਮੈਂਟ ਨੂੰ ਜ਼ਿਆਦਾ ਸੀਰੀਅਸਲੀ ਲੈ ਲਿਆ ਸਰ। ਸਹੀ ਗੱਲ ਹੈ। ਸੋ ਇਹ ਜੀ ਆਹ 1 ਨਵੰਬਰ ਤੋਂ ਜੀ ਪਹਿਲਾਂ ਜਿਹੜੀ ਲਾਂਡਰੀ ਕਰਨੀ ਹੈ ਦਿਨੇ ਸਿਰਾ ਕੋ ਕਰਨਾ ਕਰ ਲਓ ਜੀ, ਤੁਸੀਂ ਲੈ ਲਓ ਜਿਹੜੀਆਂ ਮੌਜਾਂ ਲੈਣੀਆਂ ਨੇ। ਤੇ ਮੌਜਾਂ ਤਾਂ ਕਾਹਨੂੰ, ਸਟਿਲ ਆਪਾਂ ਨੂੰ ਉਹ ਚਿੰਨਾ ਹੈਗਾ, ਇੱਕ ਰੇਟ ਹੈਗਾ, ਤੁਸੀਂ ਕਿਸੇ ਵੀ ਵੇਲੇ ਕਰ ਸਕਦੇ ਸੀਗੇ। ਹੁਣ 2 ਰੇਟ ਹੋਣਗੇ ਜੀ। ਐਕਚੁਅਲੀ ਟੀਅਰ ਰੇਟਿੰਗ ਵੀ ਹੈਗੀ ਆ, ਜੇ ਤੁਸੀਂ ਉਸ ਨੂੰ ਚੁਣਨਾ ਚਾਹੁੰਦੇ ਹੈਗੇ ਆ, ਉਹਦੇ 'ਚ ਤਰਨ ਵੱਖਰੇ ਟਾਈਮ ਤੇ ਵੱਖਰੇ ਰੇਟਸ ਹੈਗੇ ਨੇ। ਇੱਕ 'ਚ ਹੈਗੇ ਨੇ, ਇੱਕ ਪੀਕ ਰੇਟ ਆ ਤੇ ਇੱਕ ਦੂਜਾ ਰੇਟ ਆ। ਇਹ ਤੁਹਾਡੀ ਆਪਣੀ ਜ਼ਰੂਰਤ ਦੇ ਮੁਤਾਬਕ ਤੁਸੀਂ ਚੂਜ਼ ਕਰ ਸਕਦੇ ਹੋ ਜੀ। ਵੈਸੇ ਓਵਰਆਲ ਕੋਈ ਪਤਾ ਫਰਕ ਨਹੀਂ ਹੈ ਪੈਂਦਾ, ਇਹ ਨੰਬਰਸ ਗੇਮ ਹੈ, ਮੰਨ ਲਈ ਦੀ ਗੱਲ ਹੀ ਹੈਗੀ ਹੈ। ਹਾਂਜੀ, 1 ਤਾਰੀਖ ਤੋਂ ਰੇਟਸ ਅੰਟਾਰੀਓ ਦੇ ਵਿੱਚ ਵਧਣ ਜਾ ਰਹੇ ਨੇ ਜੀ। ਸਰ ਸਮੇਂ ਨੂੰ ਲੈ ਕੇ ਵੀ ਬੜਾ ਗੱਲ ਹੋ ਰਹੀ ਹੈ, ਸਮਾਂ ਚੇਂਜ ਹੋਏਗਾ ਜਾਂ ਨਹੀਂ ਹੋਏਗਾ? ਕਦੇ ਕਿਹਾ ਜਾਂਦਾ ਹੋਏਗਾ, ਕਦੇ ਕਿਹਾ ਜਾਂਦਾ ਨਹੀਂ ਹੋਏਗਾ। ਤਰਨ ਹੋਏਗਾ ਜੀ, ਹੋਏਗਾ। ਹਾਂਜੀ, ਉਹਦੀ ਕੰਡੀਸ਼ਨ ਹੈ ਆਪਣੇ ਅੰਟਾਰੀਓ 'ਚ ਇਹ ਪਾਸ ਹੋ ਚੁੱਕਾ ਹੈ। ਇਹ ਪ੍ਰਾਈਵੇਟ ਮੈਂਬਰਸ ਬਿੱਲ ਸੀਗਾ, ਪ੍ਰਾਈਵੇਟ ਮੈਂਬਰਸ ਬਿੱਲ ਵੀ ਪਾਸ ਹੋ ਜਾਂਦੇ ਨੇ। ਪ੍ਰਾਈਵੇਟ ਇਸ ਮੈਂਬਰ ਦੇ ਬਿੱਲ ਦੀ ਜਿਹੜੀ ਸੀਗੀ ਇਹ ਕੰਜ਼ਰਵੇਟਿਵ ਸੀਗੇ ਤੇ ਪਾਰਟੀ ਨੇ ਸਪੋਰਟ ਕੀਤੀ ਸੀਗੀ ਕਿ ਟਾਈਮ ਨਹੀਂ ਬਦਲਣਾ ਚਾਹੀਦਾ। ਵੈਸੇ ਮੈਂ ਇਸ ਹੱਕ 'ਚ ਹਾਂ, ਟਾਈਮ ਨਹੀਂ ਬਦਲਣਾ ਚਾਹੀਦਾ ਕਿ ਐਸੀ ਕਿਹੜੀ ਗੱਲ ਹੈਗੀ ਆ, ਕਿਉਂ ਬਦਲਣਾ ਹੈਗਾ ਟਾਈਮ? ਜਿਹੜੇ ਕਾਰਨਾਂ ਕਰਕੇ ਟਾਈਮ ਬਦਲਿਆ ਜਾਂਦਾ ਸੀਗਾ ਉਹ ਕਾਰਨ ਹੁਣ ਇਸ ਵੇਲੇ ਨਹੀਂ ਹੈਗੇ, ਉਹ ਗੱਲਾਂ ਮੁੱਕ ਗਈਆਂ ਨੇ। ਇਹ ਕਿਸੇ ਫਰਸਟ ਵਰਲਡ ਵਾਰ ਬੜੇ ਸ਼ੁਰੂ ਹੋਇਆ ਸੀਗਾ। ਸਸੀ ਪਾਸ ਕਰ ਦਿੱਤਾ, ਕੰਡੀਸ਼ਨ ਆ ਉਹਦੀ ਕੰਡੀਸ਼ਨ ਇਹ ਹੈ ਜਦੋਂ ਕੁਬੈਕ ਤੇ ਸਾਡੇ ਸਾਊਥ ਵਾਲੀ ਜਿਹੜੀ ਸਟੇਟ ਹੈਗੀ ਆ, ਜਿਹੜੀ ਨਿਊਯਾਰਕ ਸਟੇਟ ਹੈ, ਜਦੋਂ ਇਹ ਦੋਨੇ ਆਪਸ ਵਿੱਚ ਰਲ ਕੇ ਇਹ ਪਾਸ ਕਰ ਦੇਣਗੇ ਕਿ ਅਸੀਂ ਟਾਈਮ ਨਹੀਂ ਚੇਂਜ ਕਰਨਾ, ਉਸ ਦਿਨ ਤੋਂ ontario ਦਾ ਟਾਈਮ ਚੇਂਜ ਹੋਏਗਾ। ਇਸ ਵੇਲੇ ਜੀ ਟਾਈਮ ਚੇਂਜ ਹੋਏਗਾ ਆਪਣਾ ਜੀ, ਫਾਲ ਬੈਕ 1 ਘੰਟਾ ਪਿੱਛੇ ਚਲੇ ਜਾਣਾ ਜੀ, ਕਿਉਂਕਿ ਇਹਦੇ 'ਚ ਇੱਕ ਹੀ ਗੱਲ ਕੀਤੀ ਜਾਂਦੀ ਹੈ ਕਿ ਜੇ ਟਾਈਮ ਨਹੀਂ ਚੇਂਜ ਹੁੰਦਾ ਤਾਂ ਬੱਚਿਆਂ ਨੇ ਸਵੇਰੇ ਸਕੂਲ ਜਾਣਾ ਹੁੰਦਾ, ਸਕੂਲ ਜਾਣ ਵੇਲੇ ਵੀ ਹਨੇਰਾ ਹੋਇਆ ਕਰੇਗਾ, ਪਰ ਸ਼ਾਮ ਨੂੰ ਉਹੀ ਤੁਹਾਨੂੰ ਜ਼ਿਆਦਾ ਹੁਣ 4 ਵਜੇ ਹਨੇਰਾ ਹੋ ਜਾਇਆ ਕਰਨਾ, ਆਪਣੇ ਦਿਨ ਬੜੀ ਛੇਤੀ ਛਿਪ ਜਾਂਦਾ। ਸੋ ਉਹਦੇ ਨਾਲ I am in the favor of not changing the time। ਇੱਕ ਟਾਈਮ ਕਰ ਲਓ, ਕੋਈ ਕਰ ਲਓ, ਚਾਹੇ ਫਾਲ ਬੈਕ ਵਾਲਾ ਰੱਖ ਲਓ, ਚਾਹੇ ਸਮਰ ਵਾਲਾ ਕੋਈ ਰੱਖ ਲਓ, ਇੱਕ ਟਾਈਮ ਹੀ ਚਾਹੀਦਾ, ਕਿਉਂਕਿ ਉਹਦੇ ਨਾਲ ਪ੍ਰੋਬਲਮਸ ਬੜੀਆਂ ਆਉਂਦੀਆਂ ਨੇ, ਲੋਕਾਂ ਨੂੰ ਹਾਰਟ ਅਟੈਕ ਹੁੰਦੇ ਨੇ, ਐਕਸੀਡੈਂਟ ਹੁੰਦੇ ਨੇ, ਲੋਕਾਂ ਨੂੰ ਗਲਤ ਨਾਲ ਐਡਜਸਟ ਕਰਨਾ, ਨੀਂਦ ਨਹੀਂ ਆਉਂਦੀ ਕਈਆਂ ਲੋਕਾਂ ਨੂੰ ਜਿਹੜੇ ਪੱਕੇ ਟਾਈਮ ਤੇ ਕਰਦੇ ਨੇ। ਸੋ ਉਹਦੇ ਘਾਟੇ ਬਹੁਤੇ ਨੇ, ਫਾਇਦੇ ਜ਼ਿਆਦੇ ਆ ਜੀ। ਬਿਲਕੁਲ ਜੀ। ਤੇ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਸਰ। ਹੰਬੋਲਟ ਬੱਸ ਹਾਦਸਾ ਜਿਹਦੇ ਵਿੱਚ ਘੱਟੋ ਘੱਟ 13 ਪਲੇਅਰਸ ਦੀ 16 ਦੀ ਜਾਨ ਚਲੀ ਗਈ ਸੀ, 13 ਜਿਹੜੇ ਇੰਜਰਡ ਹੋ ਗਏ ਸੀ। ਇਸ ਹਾਦਸੇ ਨੂੰ ਹਜੇ ਤੱਕ ਨਹੀਂ ਕੋਈ ਭੁਲਾ ਸਕਦਾ ਹੈਗਾ ਤੇ ਮੈਨੂੰ ਲੱਗਦਾ ਕੈਨੇਡਾ ਦੇ ਇਤਿਹਾਸ ਦੇ ਵਿੱਚ ਬਹੁਤ ਖਤਰਨਾਕ ਇਹ ਹਾਦਸਾ ਸੀ। ਇਸ ਹਾਦਸੇ ਵਿੱਚ ਦੋਸ਼ੀ ਜਿਹੜੇ ਸੀ ਜਸਕੀਰਤ ਸਿੰਘ ਸਿੱਧੂ, ਆਪਣਾ ਜੁਰਮ ਵੀ ਇਹਨਾਂ ਨੇ ਕਬੂਲ ਕਰ ਲਿਆ ਸੀ ਤੇ ਸਜ਼ਾ ਤਾਂ ਹੋਈ ਆ। ਹੁਣ ਸੁਣਨ ਵਿੱਚ ਆ ਰਿਹਾ ਕਿ ਇਹਨਾਂ ਨੂੰ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਹੈ। ਗੱਲ ਆ ਜਿਹੜੀ ਇਮੀਗ੍ਰੇਸ਼ਨ ਦਾ ਲਾਅ ਹੈਗਾ, ਉਹਦੇ ਜਿਹਨੂੰ ਜਿਹੜਾ PR ਹੈਗਾ ਉਹਨੂੰ ਜੇ 6 ਮਹੀਨੇ ਤੋਂ ਵੱਧ ਦੀ ਸਜ਼ਾ ਹੋ ਜਾਂਦੀ ਹੈ ਤਾਂ
ਦੇ ਵਿਲ ਬੀ ਡਿਪੋਰਟਡ। ਓਕੇ, ਸੋ ਇਹਨਾਂ ਦੀ ਜਿਹੜੀ ਸਜ਼ਾ ਇਹ ਵੱਧਦੀ ਹੈਗੀ ਹੈ ਤੇ ਇਹਦੇ ਕਰਕੇ ਇਹਨਾਂ ਨੂੰ ਡਿਪੋਰਟ ਕੀਤਾ ਜਾਏਗਾ ਜੀ। ਜਿਹੜੇ ਸਪੈਸ਼ਲਿਸਟ ਨੇ ਉਹੀ ਗੱਲਾਂ ਕਰ ਰਹੇ ਨੇ, ਪਰ ਇਹਨਾਂ ਦਾ ਜੋ ਵਕੀਲ ਹੈਗਾ ਉਹਨਾਂ ਨੇ ਇੱਕ ਦਲੀਲ, ਦਿਸ ਇਜ਼ ਅ ਡਿਫਰੈਂਟ ਕੇਸ, ਇਹ ਯੂਨੀਕ ਕੇਸ ਹੈ, ਐਸੀ ਕੋਈ ਪਹਿਲਾਂ ਐਸੀ ਅਜਿਹੀ ਘਟਨਾ ਨਹੀਂ ਵਾਪਰੀ ਹੋਈ। ਉਹਦੇ ਜਿਹੜਾ ਵਕੀਲ ਹੈ ਉਹਦੀ ਦਲੀਲ ਇਹ ਹੈ ਕਿ ਇਹਦਾ ਸੁਸਾਇਟੀ ਨੂੰ ਕੋਈ ਨੁਕਸਾਨ ਨਹੀਂ ਹੈ। ਜਿਹੜੀ ਇਹਨੇ ਗਲਤੀ, ਜੋ ਕੁਝ ਹੋਇਆ ਇਹਦੀ ਗਲਤੀ ਹੈ, ਉਹ ਗਲਤੀ ਕਿਸੇ ਦੀ ਵੀ ਹੋ ਸਕਦੀ ਹੈ, ਔਰ ਉਹ ਗਲਤੀ ਹਜ਼ਾਰਾਂ ਲੋਕ ਕਰਦੇ ਨੇ, ਸਟਾਪ ਸਾਈਨ ਤੇ ਨਹੀਂ ਖੜਦੇ ਹੈ ਨਾ, ਤੇ ਇਹ ਨਹੀਂ ਖੜਿਆ ਤੇ ਐਕਸੀਡੈਂਟ ਹੋ ਗਿਆ। ਇਹ ਬੜੀ ਵੱਡੀ ਗੱਲ ਹੋ ਗਈ, ਕਿਉਂਕਿ ਇੰਨੀਆਂ ਮੌਤਾਂ ਹੋ ਗਈਆਂ ਨੇ, ਇੰਨੇ ਬੰਦੇ ਜ਼ਖਮੀ ਹੋਏ ਨੇ, ਕਈ ਪੈਰਾਲਾਈਜ਼ ਹੋ ਗਏ ਨੇ। ਇਹ ਇੱਕੋ ਹੀ ਦਲੀਲ ਹੈਗੀ ਹੈ ਕਿ ਇਹਦਾ ਸੁਸਾਇਟੀ ਨੂੰ ਕੋਈ ਨੁਕਸਾਨ ਨਹੀਂ ਹੈਗਾ। ਜੇ ਇਹਨੂੰ ਨੁਕਸਾਨ ਨਹੀਂ ਹੈਗਾ ਤਾਂ ਇਹਨੂੰ ਇੱਥੇ ਛੱਡਣਾ, ਰਹਿਣ ਦੇਣਾ ਚਾਹੀਦਾ। ਇੱਕ ਹੋਰ ਕੰਡੀਸ਼ਨ ਇਹ, ਜੇ ਤੁਸੀਂ ਡਿਪੈਂਡੈਂਸੀ ਹੈ, ਤੁਹਾਡੇ ਬੱਚੇ ਹੈਗੇ ਨੇ ਤਾਂ ਸ਼ਾਇਦ ਰਹਿ ਜਾਂਦੇ ਇੱਥੇ। ਬੱਚਾ ਨਹੀਂ ਹੈ, ਇਹਨਾਂ ਦੀ ਜਿਹੜੀ ਵਾਈਫ ਹੈ ਉਹ ਜਿਹੜੀ ਡੈਂਟਿਸਟਰੀ ਦੇ ਵਿੱਚ ਕਰਦੇ ਹੁੰਦੇ ਆ, ਉਹ ਜਿਹੜੀ ਤੁਹਾਡੇ ਕਲੀਨਿੰਗ ਵਗੈਰਾ ਕਰਦੇ ਨੇ ਜੀ, ਉਹ ਹੈ, ਉਹਦੀ ਪੜ੍ਹਾਈ ਕਰ ਰਹੀ ਸੀਗੀ, ਹੁਣ ਤਾਂ ਵਿਚਾਰੀ ਦੀ ਹੋ ਗਈ ਹੋਣੀ ਮੈਨੂੰ ਲੱਗਦਾ। ਸੋ ਕੋਸ਼ਿਸ਼ ਇਹ ਹੈ, ਔਰ ਮੇਰਾ ਖਿਆਲ ਹੈ ਜੀ ਇਹਨੂੰ ਰਹਿਣ ਦੇਣਾ ਚਾਹੀਦਾ। ਬੰਦੇ ਤੋਂ ਗਲਤੀ ਹੋਈ ਹੈ, ਮੱਥ ਕੇ ਤਾਂ ਗਲਤੀ ਹੋਈ ਨਹੀਂ। ਕਈ ਲੋਕ ਐਸੇ ਨੇ ਇੱਥੇ ਕਾਤਲ ਵੀ ਰਹੀ ਤੁਰੇ ਜਾਂਦੇ ਨੇ, ਐਂਡ ਹੀ ਐਕਸੈਪਟਡ ਦੈਟ। ਔਰ ਇਹਨੂੰ ਭਾਰਤ ਸਰਕਾਰਾਂ ਇਹ ਜਿਹੇ ਥਾਵਾਂ ਤੇ ਕਈ ਵਾਰੀ ਨਾ ਇਸ ਚੱਕਰ ਦੇ ਵਿੱਚ ਕਿ ਇੱਕ ਐਗਜ਼ਾਮਪਲ ਸੈੱਟ ਕੀਤੀ ਜਾਵੇ ਵੀ ਕੱਲ ਨੂੰ ਕੋਈ ਵੀ ਇਹ ਜੀ ਅਣਗਹਿਲੀ ਨਾ ਕਰੇ, ਇਹ ਜਿਹੇ ਵਿੱਚ ਫਿਰ ਸਰਕਾਰ ਵੀ ਕਈ ਵਾਰੀ ਸਖਤ ਹੋ ਜਾਂਦੀ ਆ। ਬੀਤੇ ਜੇ ਆਪਾਂ ਪਿਛਲੇ ਸਾਲ ਤੇ ਨਜ਼ਰ ਮਾਰੀਏ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਡਿਪੋਰਟ ਕੀਤਾ ਗਿਆ ਸੀ, ਕਿਉਂਕਿ ਉਹਨੇ ਸਟੂਡੈਂਟ ਵੀਜ਼ਾ ਦੇ ਉੱਤੇ ਉਹਨੇ ਟਰੱਕ ਡਰਾਈਵਿੰਗ ਕੀਤੀ ਸੀ। ਜੇ ਯਾਦ ਹੋਵੇ, ਉਸ ਨੂੰ ਲੈ ਕੇ, ਮੁੰਡੇ ਨੂੰ ਲੈ ਕੇ ਕਾਫੀ ਜ਼ਿਆਦਾ ਪ੍ਰੋਟੈਸਟ ਵੀ ਹੋਏ ਸੀ। ਪਰ ਉਸ ਟਾਈਮ ਸਰਕਾਰ ਨੇ ਵੀ ਇੱਕ ਐਗਜ਼ਾਮਪਲ ਸੈੱਟ ਕੀਤੀ ਸੀ ਵੀ ਜੇ ਲਾਅ ਨੂੰ ਤੁਸੀਂ ਤੋੜਦੇ ਹੋ, ਜਿਹੜੇ ਲਾਅ ਤੇ ਤੁਸੀਂ ਅੰਡਰ ਆਏ ਹੋ ਇੱਥੇ, ਉਹ ਚੀਜ਼ ਕਰੋ। ਸੋ ਜੇਕਰ ਸਰਕਾਰ ਏਦਾਂ ਨਾ ਕਰਦੀ ਤਾਂ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਨੂੰ ਦੇਖਣਾ ਸੀ, ਇਸ ਚੀਜ਼ ਦਾ ਮਿਸਯੂਜ਼ ਕਰਨਾ ਸੀ। ਆਈ ਐਗਰੀ ਵਿਦ ਯੂ, ਪਰ ਉਹ ਜਿਹੜੀ ਗੱਲ ਕੀਤੀ ਸੀ ਉਹ ਮੱਥ ਕੇ ਕੀਤੀ ਸੀ, ਉਹ ਜਾਣਬੁੱਝ ਕੇ ਕੀਤੀ ਗਈ ਸੀ। ਇਹ ਜਿਹੜੀ ਗੱਲ ਹੋਈ ਹੈ ਇਹ ਅਣਜਾਣਪੁਣੇ ਚ ਹੋਈ ਹੈ, ਜਾਂ ਘੱਟ ਤਜਰਬੇ ਚ ਹੋਈ ਹੈ, ਇਹ ਕਾਰਨ ਕਰਕੇ ਹੋਈ ਹੈ। ਔਰ ਇਹਨੂੰ ਮੋਸਟਲੀ ਜਿਹੜੀ ਪਰਿਵਾਰ ਜਿਨ੍ਹਾਂ ਦੇ ਬੱਚਿਆਂ ਦੀ ਡੈਥਸ ਹੋਈਆਂ ਨੇ, ਮੋਸਟਲੀ ਪਰਿਵਾਰ ਦੇ ਆਰ ਸਿੰਪੈਥੈਟਿਕ ਟੂ ਹਿਮ। ਇਹਦੇ ਮੋਰਨਾ ਪਰਿਵਾਰਾਂ ਨੇ ਇਹਨਾਂ ਮੁਲਾਕਾਤ ਵੀ ਕੀਤੀ ਹੈ, ਸਟੇਟਮੈਂਟ ਵੀ ਉਦੋਂ ਦਿੱਤੀ ਗਈ ਅਦਾਲਤ ਵਿੱਚ, ਉਹਨਾਂ ਨੇ ਬਿਆਨ ਆਪਣੇ ਦਿੱਤੇ ਇਸ ਚੀਜ਼ ਨੂੰ ਲੈ ਕੇ ਜਦੋਂ ਸਜ਼ਾ ਸੁਣਾਈ ਜਾਣੀ ਸੀ। ਇਹਦੇ ਬਾਰੇ ਗੱਲ ਕਰਾਂਗੇ, ਇੱਕ ਦਰਸ਼ਕ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਨਾਸ਼ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਇਹ ਸਭ ਇੱਕੋ ਗੱਲ ਕਹਿਣਾ ਚਾਹੁੰਦਾ, ਇਹਦਾ ਟੈਨਸ਼ਨ ਨਹੀਂ ਸੀਗਾ ਮਤਲਬ ਮਾਰਨ ਦਾ, ਇਹ ਬੱਚੇ ਦਾ, ਇਹਦਾ ਜਿਹੜਾ ਵੀ ਇਹ ਤੋਂ ਹੋਇਆ, ਤੇ ਨਾ ਇਹਦਾ ਟੈਨਸ਼ਨ ਇਸ ਤੋਂ ਬਾਅਦ ਸਜ਼ਾ ਪੂਰੀ ਹੋਣ ਤੋਂ ਬਾਅਦ ਇਹਦਾ ਕਿਸੇ ਨੂੰ ਮਾਰਨ ਦਾ ਵਾ। ਇਸ ਕਰਕੇ ਇਹਨੂੰ ਮਤਲਬ ਕੱਢਣਾ ਨਹੀਂ ਚਾਹੀਦਾ, ਪਰ ਇਹ ਤੋਂ ਗਲਤੀ ਬਹੁਤ ਹੀ ਵੱਡੀ ਹੋ ਗਈ ਜਿਹੜੀ ਮਤਲਬ ਹਰ ਕੋਈ ਕਰਦਾ, ਪਰ ਇਹ ਟੈਨਸ਼ਨ ਨਹੀਂ। ਤੇ ਸੈਕੰਡ ਚੀਜ਼, ਕੌਣ ਬਣੇਗਾ ਕਰੋੜਪਤੀ ਬੜਾ ਫੇਮਸ ਹੋਇਆ ਸੀ ਸਰ, ਉਵੇਂ ਕੌਣ ਬਣੇਗਾ ਹਮਦਰਦ ਟੀਵੀ ਬਣ ਗਿਆ ਸਰ। ਤੁਹਾਡੇ ਦੋਨਾਂ ਦੀ ਜੋੜੀ ਬਹੁਤ ਬੈਟਰ ਜਾ ਰਹੀ ਆ। ਸ਼ੁਕਰੀਆ ਸਰ, ਤੁਹਾਡੀ ਪਰਸਨੈਲਿਟੀ ਤੇ ਤੁਹਾਡਾ ਵੇ ਆਫ ਟਾਕ ਤੇ ਹਰ ਚੀਜ਼ ਤੇ ਮੈਡਮ ਵੀ ਤੇ ਦੋਨਾਂ ਸਰ ਵੈਰੀ ਗੁੱਡ ਹੈ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਸਰ, ਆਪਣੇ ਵਿਚਾਰ ਦੇਣ ਲਈ। ਇਹ ਜਿਹੜਾ ਤੁਹਾਡਾ ਹੌਸਲਾ ਹੈ ਜੀ, ਤੁਹਾਡੀਆਂ ਇਹ ਸਾਨੂੰ ਪੋਜ਼ਿਟਿਵ ਕਾਲਸ ਆਉਂਦੀਆਂ ਨੇ ਜੀ, ਬਹੁਤ ਹੌਸਲਾ ਦਿੰਦੀਆਂ ਨੇ ਸਾਨੂੰ। ਅੱਗੇ ਮੈਂ ਕਹਿੰਦਾ ਹੁੰਦਾ, ਸਾਡੇ ਤਾਂ ਇਹ ਦੀਵੇ ਦੇ ਵਿੱਚ, ਮੈਂ ਤੇਲ ਨਹੀਂ ਜੀ ਕਹਿੰਦਾ, ਸਾਡੇ ਦੀਵੇ 'ਚ ਘਿਓ ਦਾ ਕੰਮ ਕਰਦੀਆਂ ਨੇ ਜੀ, ਸਾਨੂੰ ਹੌਸਲਾ ਹੁੰਦਾ ਜੀ। ਤੇ then she is very good, ਬਹੁਤ ਵਧੀਆ, she is very intelligent ਜੀ, ਮੈਨੂੰ ਮਾਣ ਹੈ, I'm working with her। ਸੇਮ ਹੇਅਰ ਸਰ, ਮੇਰੇ ਸੀਨੀਅਰ ਹੋ ਤੁਸੀਂ। ਬਿਲਕੁਲ ਸਰ, ਆਪਾਂ ਗੱਲ ਕਰ ਰਹੇ ਸੀ ਹੰਬੋਲਟ ਬੱਸ ਹਾਦਸੇ ਦੀ। ਜਿਵੇਂ ਤੁਸੀਂ ਕਿਹਾ ਕਿ ਗਲਤੀ ਨਾਲ ਇਹ ਸਭ ਕੁਝ ਹੋਇਆ। ਸਰਕਾਰ ਨੇ 2018 ਵਿੱਚ ਜਦੋਂ ਬਹੁਤ ਸਖਤ ਡਰਾਈਵਿੰਗ ਨਿਯਮ ਪਾਸ ਕੀਤੇ ਸੀ, ਉਦੋਂ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਕੋਈ PR ਹੋਲਡਰ ਡਰਾਈਵ ਦੌਰਾਨ ਕੋਈ ਗਲਤੀਆਂ ਕਰਦਾ ਆ, ਕੋਈ ਐਵੇਂ ਦੀ ਕੋਈ ਉਹਦੀ ਗਲਤੀ ਸਾਹਮਣੇ ਆਉਂਦੀ ਆ, ਤਾਂ ਉਸ ਨੂੰ ਸਿੱਧਾ ਡਿਪੋਰਟ ਕਰ ਦਿੱਤਾ ਜਾਏਗਾ। ਉਸ ਦੌਰਾਨ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ PR ਹੋਲਡਰਸ ਬਣੀ ਹੋਈ ਜਿਹੀਆਂ ਗਲਤੀਆਂ ਹੋਈਆਂ ਨੇ, ਉਹਨਾਂ ਵਿੱਚੋਂ ਕੋਈ ਵੀ ਇਹੋ ਜਿਹਾ ਕੇਸ ਨਹੀਂ ਸਰਕਾਰ ਨੇ ਪਾਸ ਕੀਤਾ ਕਿ ਕਿਸੇ ਨੂੰ ਤੁਸੀਂ ਦੇਸ਼ ਨਿਕਾਲਾ ਦਿੱਤਾ ਹੋਵੇ। ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਇਹਦੇ ਵਿੱਚ ਇੰਟੈਂਸ਼ਨ ਨਹੀਂ ਸੀਗਾ, ਇੰਟੈਂਸ਼ਨਲੀ ਨਹੀਂ ਇਹ ਚੀਜ਼ ਕੀਤੀ ਗਈ ਹੈਗੀ। ਸੋ ਹੋ ਸਕਦਾ ਜੀ ਇਹਨੂੰ ਕਿਤੇ ਕਾਨੂੰਨੀ ਤੌਰ ਤੇ ਰਹਿ ਨਹੀਂ ਸਕਦਾ। ਲੈਟਸ ਸੇ ਸਟਾਰਟ ਫਰਮ देयर, ਦਿਸ ਇਜ਼ ਦ ਥਿੰਗ ਵੀ ਕਾਨੂੰਨ ਕੋਈ ਵੀ ਇਸ ਵੇਲੇ ਇਜਾਜ਼ਤ ਨਹੀਂ ਦੇ ਰਿਹਾ ਕਿ ਜਸਕੀਰ ਤੇ ਇੱਥੇ ਰਹਿ ਸਕੇਗਾ। ਹਾਂ, ਜਿਹੜੇ ਹੁਣ ਹਿਊਮਨਿਟੇਰੀਅਨ ਗਰਾਊਂਡਸ ਉੱਤੇ ਜਿਹੜੇ ਲਾਇਰਸ ਹੈਗੇ ਆ, ਔਰ ਮੈਂ ਇੱਕ ਹੋਰ ਗੱਲ ਮੇਰੇ ਮਨ 'ਚ ਆਉਂਦੀ ਹੁੰਦੀ ਹੈ ਜੀ, ਪਰਮਾਤਮਾ ਕਰੇ ਇੱਥੇ ਰਹਿ ਜਾਵੇ ਜੀ। ਆਪਾਂ ਜਿਹੜਾ ਆਇਆ, ਮੈਂ ਹਰ ਇੱਕ ਨੂੰ ਕਹਿੰਦਾ ਇੱਥੇ ਰਹੇ, ਕਿਉਂਕਿ ਹਰ ਕੋਈ ਬੰਦਾ ਤਾਂ ਆਇਆ ਤਾਂ ਚੰਗੀ ਇੰਟੈਂਸ਼ਨ ਨਾਲ ਹੀ ਹੈ। ਅਖੀਰ ਉਹ ਕੋਈ ਗਲਤ ਹੈ ਸਹੀ ਹੈ, ਅਖੀਰ ਇਸ ਕੰਟਰੀ ਦੀ ਉਹ ਤਰੱਕੀ ਦੇ ਵਿੱਚ ਹਿੱਸਾ ਪਾਉਣ ਵਾਲੇ ਲੋਕ ਨੇ। ਇਹ ਮੁੰਡਾ ਬਾਅਦ ਵਿੱਚ
ਐਜ਼ ਅ ਸਪੀਕਰ ਕੰਮ ਕਰ ਸਕਦਾ। ਜਿਹੜੀਆਂ ਗੱਲਾਂ ਹੋਈਆਂ ਨੇ, ਘਟਨਾਵਾਂ ਵਾਪਰੀਆਂ ਨੇ, ਕਿਸੇ ਹੋਰ ਲੋਕਾਂ ਨੂੰ ਸਮਝਾਉਣ ਵਾਸਤੇ, ਜਿਹੜਾ ਇਹੋ ਜਿਹਾ ਬੰਦਾ ਆਪ ਐਗਜ਼ਾਮਪਲ ਹੁੰਦਾ, ਉਹਨੂੰ ਲੋਕਾਂ ਨੂੰ ਇੰਸਪਾਇਰ ਕਰਨਾ ਸੌਖਾ ਹੁੰਦਾ, ਉਹਨੂੰ ਗੱਲ ਕਰਨੀ ਸੌਖੀ ਹੁੰਦੀ ਹੈ ਵੀ ਮੇਰੇ ਤੋਂ ਇਹ ਗਲਤੀ ਹੋ ਗਈ ਸੀ, ਤੁਸੀਂ ਇਹ ਗਲਤੀ ਨਾ ਕਰਿਓ, ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ। ਸੋ ਅਜਿਹੇ ਬੰਦੇ ਬਹੁਤ ਵਧੀਆ ਸਪੀਕਰਸ, ਲੀਡਰਸ ਬਣ ਸਕਦੇ ਆ ਜਿਹੜੇ ਕਿ ਸੁਸਾਇਟੀ ਵਾਸਤੇ ਪੋਜ਼ਿਟਿਵ ਕੰਮ ਕਰਨਗੇ। ਐਂਡ ਦਿਲੋਂ ਮੈਂ ਚਾਹੁੰਦਾ ਜੀ, ਆਈ ਹੋਪ ਜਸਕੀਰਤ ਵਿਲ ਬੀ ਅਲਾਊਡ ਟੂ ਸਟੇ ਹੀਅਰ। ਆਈ ਡੋਂਟ ਨੋ ਇਹਦੇ 'ਚ ਸ਼ਾਇਦ ਜਿਹੜੀਆਂ ਫੈਮਲੀਜ਼ ਦੇ ਬੱਚਿਆਂ ਦੀ ਮੌਤ ਹੋਈ ਹੈ ਉਹਨਾਂ ਦੀ ਵੀ ਸ਼ਾਇਦ ਕੋਈ ਨਾ ਕੋਈ, ਜੇ ਵਕੀਲ ਜ਼ਰੂਰ ਇਹ ਗੱਲ ਕਰੇਗਾ, ਉਹਨਾਂ ਦੀ ਕੰਟਰੀਬਿਊਸ਼ਨ ਜ਼ਰੂਰ ਲਵੇਗਾ ਇਸ ਮਾਮਲੇ ਦੇ ਵਿੱਚ ਵੀ ਜੇ ਕਿੱਥੇ ਰਹਿੰਦਾ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਾ ਹੋਵੇ। ਆਈ ਗੈਸ ਇਟਸ ਗੋਇੰ ਬੀ struggle, it's going to be a battle, and I hope he stays here. ਬਿਲਕੁਲ ਜੀ। ਤੇ ਉਧਰ ਸਰ ਅਸੀਂ ਵੈਨਕੂਵਰ ਦੀ ਗੱਲ ਕਰੀਏ, ਵੈਨਕੂਵਰ ਦੇ ਵਿੱਚ ਜਿਹੜੀਆਂ ਰਿਪੋਰਟਸ ਸਾਹਮਣੇ ਆਈਆਂ ਨੇ, ਇੱਕ ਡਾਟਾ ਸਾਹਮਣੇ ਆਇਆ ਜੋ ਕੋਈ ਬਹੁਤਾ ਚੰਗਾ ਨਹੀਂ ਹੈ। ਵੈਨਕੂਵਰ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 87% ਹੇਟ ਕ੍ਰਾਈਮ ਵਿੱਚ ਵਾਧਾ ਹੋਇਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਹੇਟ ਕ੍ਰਾਈਮ ਵਿੱਚ ਸਭ ਤੋਂ ਵੱਧ ਵਾਧਾ ਏਸ਼ੀਅਨਸ ਦੇ ਅਗੇਂਸਟ ਹੋਇਆ ਵਾ। ਹਾਂ, ਜਿਹੜੇ ਏਸ਼ੀਅਨਸ ਨੇ, ਆਪਾਂ ਜਿਹੜੇ ਲੋਕ ਚਾਈਨੀਜ਼ ਡਿਸੈਂਟ ਦੇ ਲੋਕ ਆ, ਅਸੀਂ ਉਹਨਾਂ ਨੂੰ ਏਸ਼ੀਅਨਸ ਕਹਿੰਦੇ ਆ। ਅਸੀਂ ਜਿਹੜੇ ਇੰਡੀਅਨ ਅਸੀਂ ਉਹ 'ਚ ਨਹੀਂ ਆਉਂਦੇ, ਅਸੀਂ ਸਾਊਥ ਏਸ਼ੀਅਨਸ ਆ। ਹਾਂ, ਇਹ ਥੋੜਾ ਆਪਾਂ ਪਹਿਲਾਂ ਥੋੜੀ ਗੱਲ ਕਲੀਅਰ ਕਰ ਦਈਏ। ਏਸ਼ੀਅਨ ਦੇ ਅਗੇਂਸਟ ਕਿਉਂ ਹੈਗਾ? ਪੈਂਡੈਮਿਕ ਦਾ ਜਿਹੜਾ ਸਾਡੇ ਸਾਊਥ ਵਿੱਚ ਪੈਟਰੋਲ ਪੀ ਕੇ ਟਰੰਪ ਸਾਹਿਬ ਗੱਲਾਂ ਕਰ ਰਹੇ ਨੇ, ਉਹਨਾਂ ਦਾ ਅਸਰ ਇੱਧਰ ਆ ਰਿਹਾ ਹੈ ਵੈਨਕੂਵਰ ਦੇ ਉੱਤੇ। ਇਕੱਲਾ ਵੈਨਕੂਵਰ ਨਹੀਂ ਤਰਨ, ਜਿੱਥੇ ਵੀ ਅਸੀਂ ਚਾਈਨੀਜ਼ ਦੁਨੀਆ 'ਚ ਬਹੁਤ ਪਾਸੇ ਹੋਇਆ, ਆਸਟ੍ਰੇਲੀਆ 'ਚ ਬਹੁਤ ਐਵੇਂ ਦੇ ਇਨਸੀਡੈਂਟਸ ਹੋਏ। ਦੈਟਸ ਰਾਈਟ। ਹਾਂ, ਜਿੱਥੇ ਤੁਸੀਂ ਹਾਲਾਂਕਿ born and raised in those countries, ਤੁਸੀਂ ਫਿਰ ਉਹਨਾਂ ਨੂੰ ਚਾਈਨੀਜ਼ ਕਹੀ ਤੁਰੇ ਆ ਰਹੇ ਹੋ ਔਰ ਵੀ ਤੁਸੀਂ ਲੈ ਕੇ ਆਏ ਹੋ। ਇਹ ਹੇਟ ਇਸ ਕਰਕੇ ਵਧੀ ਹੋਈ ਹੈ। ਹਰ ਕੋਈ ਕਹਿੰਦਾ ਜਿਹੜਾ ਪੈਂਡੈਮਿਕ ਹੈ ਤੁਹਾਡੇ ਕਰਕੇ ਵਧਿਆ, ਹਾਲਾਂਕਿ ਉਹਨਾਂ ਦਾ ਕੋਈ ਫਾਲਟ ਵੀ ਹੈ ਨਹੀਂ ਗਾ, ਪਰ ਇਟਸ ਨਾਟ ਅ ਰਾਈਟ ਥਿੰਗ ਟੂ ਸੇ। ਫਸਟ ਆਫ ਆਲ ਦ ਲੀਡਰਸ, ਸਾਡੇ ਕਿਸੇ ਲੀਡਰ ਨੇ ਇਹ ਕਰਨੀ ਕਹੀ ਆਪਣੇ ਕੈਨੇਡਾ ਦੇ ਵਿੱਚ, ਕਿਸੇ ਨੇ ਇਹ ਗੱਲ ਨਹੀਂ ਕਿ ਵੀ ਚਾਈਨੀਜ਼ ਨੇ ਲੈ ਕੇ ਆਇਆ। ਟਰੰਪ ਸਾਹਿਬ ਨੇ ਤਾਂ ਚਾਈਨਾ ਵਾਇਰਸ ਕਹਿ ਕੇ ਫਿਰ ਅਖੀਰ ਕਿਸੇ ਦੇ ਦਿਮਾਗ 'ਚ ਗੱਲ ਕਰ ਜਾਂਦੀ ਹੈ ਔਰ ਉਹ ਇਹ ਗੱਲਾਂ ਦਾ ਅਸਰ ਹੋਣ ਲੱਗਿਆ ਹੈ। ਪਰ ਇਹ ਜ਼ਰੂਰ ਹੈ ਕਿ ਕੁਝ ਦੇਸ਼ਾਂ ਨੇ ਮਿਲ ਕੇ ਇਸ ਚੀਜ਼ ਨੂੰ ਜ਼ਰੂਰ ਕੀਤਾ, WHO ਦੇ ਨਾਲ ਮਿਲ ਕੇ, ਕਿ ਚਾਈਨਾ ਨੂੰ ਇਸ ਚੀਜ਼ ਦੀ ਭਰਪਾਈ ਕੀਤੀ ਜਾਵੇ ਕਿ ਜਿਹੜਾ ਪੂਰਾ ਵਿਸ਼ਵ ਪੱਧਰ ਦੇ ਉੱਤੇ ਨੁਕਸਾਨ ਜਿਹੜਾ ਚੱਲਣਾ ਪਿਆ ਵਾ ਸਾਰੀਆਂ ਵੱਖ-ਵੱਖ ਕਮਿਊਨਿਟੀਜ਼ ਨੂੰ। ਦੈਟਸ ਟਰੂ, ਆਈ ਐਗਰੀ ਵਿਦ ਯੂ। ਇਸ ਮਾਮਲੇ ਤੇ ਜਿਹੜਾ WHO ਨੇ ਇਹ ਗੱਲ ਕਹੀ ਹੈ ਔਰ ਇਹ ਹੋਣੀ ਵੀ ਚਾਹੀਦੀ ਹੈ ਕਿ ਅੱਗੇ ਨੂੰ ਅਜਿਹੀ ਗੱਲ ਨਾ ਹੋ ਸਕੇ। ਤੁਸੀਂ ਹੁਣ ਦੇਖੋ, ਉਹ ਆਪਦਾ ਕੰਟਰੋਲ ਕਰੀ ਬੈਠੇ ਚਾਈਨਾ ਦੇ ਵਿੱਚ, ਜਾਂ ਤਾਂ ਖਬਰਾਂ ਆਉਣੋਂ ਹਟ ਗਈਆਂ, ਪਰ ਇੰਨੀਆਂ ਵੀ ਹੋ ਨਹੀਂ ਸਕਦਾ ਵੀ ਸਾਰੀ ਖਬਰ ਬੰਦ ਹੋ ਜਾਵੇ ਤਰਨ। ਉਹ ਆਪਦਾ ਕੰਟਰੋਲ ਕਰੀ ਬੈਠੇ ਆ, ਇਹ ਕੰਟਰੋਲ ਕਰਨਾ ਚਾਹੁੰਦੇ ਸੀ। ਟਰੰਪ ਸਾਹਿਬ ਵਧਾਉਣ ਲੱਗੇ ਆ, ਖੰਡਾਉਣ ਲੱਗੇ ਆ। ਤੁਸੀਂ ਜਿੰਨੀਆਂ ਵੀ ਇਹਨਾਂ ਦੀਆਂ ਰੈਲੀਜ਼ ਦੇਖ ਰਹੇ ਹੋ, ਉੱਥੇ ਮਾਸਕ ਬਹੁਤ ਘੱਟ ਹੈਗਾ। ਆਪ ਨਹੀਂ ਮਾਸਕ ਪਾ ਰਹੇ, ਜਿਹਨਾਂ ਦੀ ਵਾਈਫ ਹੈ ਉਹਨੇ ਨਹੀਂ ਮਾਸਕ ਪਾਇਆ, ਇੱਧਰ ਵੱਧ ਰਿਹਾ। ਔਰ ਉਹਦਾ ਅਸਰ ਜਿਹੜਾ ਇਹ ਹੋਇਆ, ਜਿਹੜੇ ਹੇਟ ਕ੍ਰਾਈਮਸ ਚਾਈਨੀਜ਼ ਦੇ ਅਗੇਂਸਟ ਵਧਿਆ, ਆਈ ਗੈਸ ਦੈਟਸ ਦ ਰੀਜ਼ਨ। ਬਿਲਕੁਲ। ਉਧਰ ਦੂਜੇ ਪਾਸੇ ਕਹਿੰਦੇ ਮਿਸੀਸਾਗਾ ਦੇ ਵਿੱਚ ਵੀ ਅਮਰੀਕੀ ਝੰਡਾ ਸਾੜਿਆ ਗਿਆ ਤੇ ਪੁਲਿਸ ਦੇ ਅਨੁਸਾਰ ਜੋ ਇਸ ਵਕਤ ਪੁਲਿਸ ਦਾ ਬਿਆਨ ਸਾਹਮਣੇ ਆਇਆ, ਇਹ ਹੇਟ ਕ੍ਰਾਈਮ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਬਿਲਕੁਲ, ਪੁਲਿਸ ਨੇ ਹੇਟ ਕ੍ਰਾਈਮ ਇਹਨੂੰ ਕਿਹਾ ਤਾਂ ਇੱਕ ਬੰਦਾ ਸੀਗਾ ਕੋਈ ਤੁਰਿਆ ਫਿਰਦਾ, ਵੈਸੇ ਹੀ ਇਜ਼ ਵਾਈਟ, ਉਹ ਚੋਰੀ ਵੀ ਕਰਦਾ ਫਿਰਦਾ, ਕਾਰ ਦੀਆਂ ਹੈਂਡਲ ਨਾਲ ਡੋਰ ਖੋਲਣ ਦੀ ਕੋਸ਼ਿਸ਼ ਕਰਦਾ, ਲੌਕ ਕੀਤਾ ਨਹੀਂ। ਉਹ ਅਗਲੇ ਵੈਸੇ ਉੱਥੇ ਝੰਡਾ ਲੱਗਿਆ ਸੀਗਾ ਘਰ ਦੇ ਵਿੱਚ, US ਦਾ ਝੰਡਾ ਸੀਗਾ। ਮੇਬੀ ਹੀ ਹੇਟਸ ਟਰੰਪ ਔਰ ਸਮਥਿੰਗ। ਨਹੀਂ ਤਾਂ ਸਾਡੇ ਤਾਂ ਗੁਆਂਢੀ ਨੇ, ਸਾਡੇ ਮਿੱਤਰ, ਸਾਡੇ ਲੀਡਰ ਨਾਲ ਇਖਤਲਾਫਾਤ ਹੋ ਸਕਦੇ, ਦੇਸ਼ ਨਾਲ ਥੋੜੀ ਆ। ਉਹ ਝੰਡਾ ਉਹਦਾ ਸਾੜ ਗਿਆ ਜੀ, ਤੇ ਗੁਆਂਢੀਆਂ ਦੀ ਕਾਰ 'ਚ ਉਹਨੇ ਚੋਰੀ ਕਰ ਲਈ ਆ, ਐਸੀ ਗੱਲ ਵੀ ਕੀਤੀ ਹੈਗੀ ਉਹਨੇ। ਬਟ ਦਿਸ ਇਜ਼ ਅ ਹੇਟ ਕ੍ਰਾਈਮ। ਸਾਨੂੰ ਕੋਈ ਹੱਕ ਨਹੀਂ ਹੈ ਕਿਸੇ ਵੀ ਦੇਸ਼ ਦੇ ਝੰਡੇ ਨੂੰ ਅਸੀਂ ਸਾੜੀਏ ਜਾਂ ਪੈਰਾਂ ਹੇਠ ਰੋੜੀਏ। ਦੇਸ਼ ਨਾਲ ਤੁਹਾਡਾ ਕੀ ਰੌਲਾ ਹੋ ਸਕਦਾ ਹੈ? ਸਰਕਾਰ ਨਾਲ ਰੌਲਾ ਹੋ ਸਕਦਾ ਹੈ, ਉੱਥੋਂ ਦੀ ਤੁਸੀਂ ਦੇਸ਼ ਨਾਲ ਕੋਈ ਰੌਲਾ ਨਹੀਂ। ਦੇਸ਼ ਦੀ ਜਿਹੜੀ ਤੁਸੀਂ ਸ਼ਾਨ, ਆਨ, ਜਿਹੜੀ ਆਬਰੂ ਹੈਗੀ ਹੈ, ਉਹ ਤੁਹਾਨੂੰ ਉਹਦੀ ਇੱਜ਼ਤ ਕਰਨੀ ਚਾਹੀਦੀ ਹੈ। ਹਾਂ, ਤੁਹਾਡੀ ਜਿਹੜੀ ਉਸ ਵੇਲੇ ਦੀ ਮੌਜੂਦਾ ਸਰਕਾਰ ਹੈ, ਟਰੰਪ ਦੇ ਨਾਲ ਤੁਹਾਡਾ ਨਹੀਂ ਗੱਲ ਬਣਦੀ, ਨਹੀਂ ਚੰਗਾ ਲੱਗਦਾ, ਤਾਂ ਇਹਦਾ ਮਤਲਬ ਇਹ ਥੋੜ੍ਹੀ ਤੁਸੀਂ ਸਾਰੇ ਅਮਰੀਕਨਸ ਹੀ ਮਾੜੇ ਹੋ ਗਏ। ਅਸੀਂ ਇਸੇ ਕਰਕੇ ਕਈ ਐਸੀਆਂ ਗੱਲਾਂ ਹੋਈਆਂ ਨੇ ਜਿਹੜੀ ਅਮਰੀਕਨ ਲਾਇਸੈਂਸ ਪਲੇਟਾਂ ਨੇ, ਉਹਨਾਂ ਨੂੰ ਲੋਕਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਹੋਈਆਂ ਨੇ। ਹਾਲਾਂਕਿ 2000 ਕੈਨੇਡੀਅਨਸ ਇੱਥੇ ਕੈਨੇਡੀਅਨ ਹੈ ਜੋ US ਕੰਮ ਕਰਦੇ, ਉਹ ਇੱਧਰ ਕਾਰ ਆਪਦੀ ਲੈ ਆਏ ਨੇ, ਤਾਂ ਲੋਕੀ ਉਹਨਾਂ ਕਹਿੰਦੇ ਗੋ ਬੈਕ ਟੂ US। ਹਾਲਾਂਕਿ 2000 ਕੈਨੇਡੀਅਨ। ਸੋ ਅਸੀਂ ਸਾਡਾ ਇੱਕ ਮਾਈਂਡ ਫਰੇਮ ਜਿਹੜਾ ਬਣ ਜਾਂਦਾ ਉਹ ਠੀਕ ਨਹੀਂ ਹੈ। ਥੋੜ੍ਹਾ ਜਿਹਾ ਖੁੱਲ੍ਹਦੀ ਨਹੀਂ ਨਾਲ
ਵੱਖਰੀਆਂ ਐਨਕਾਂ ਲਾ ਕੇ ਸੋਚਣਾ ਚਾਹੀਦਾ, ਦੇਖਣਾ ਤੁਸੀਂ ਚਾਹੀਦਾ। ਵੱਖਰੀਆਂ ਐਨਕਾਂ ਦੀ ਗੱਲ ਕੀਤੀ, ਕਿਵੇਂ ਦਾ ਇੱਕ ਹੋਰ ਮਾਮਲਾ ਲੈ ਕੇ ਸਾਹਮਣੇ ਆਇਆ ਮੈਕਡੋਨਲਡਸ ਨੂੰ ਲੈ ਕੇ, ਜਿੱਥੇ ਬਲੈਕ ਫਰੈਂਚਾਈਜ਼ੀ ਨੇ ਕਿਹਾ ਹੈ ਕਿ ਉਹ ਡਿਸਕ੍ਰਿਮੀਨੇਸ਼ਨ ਕੀਤਾ ਜਾ ਰਿਹਾ ਉਹਨਾਂ ਦੇ ਨਾਲ। 700 ਤੋਂ ਉੱਪਰ ਫਰੈਂਚਾਈਜ਼ਸ ਨੇ ਤਰਨ ਮੇਰੇ ਖਿਆਲ ਜ਼ਰੂਰ ਵੱਧ ਹੀ ਹੋਣਗੇ ਮੈਕਡੋਨਲਡਸ ਦੇ US ਦੇ ਵਿੱਚ। ਕੋਈ ਸਵੇਰਾ ਸੀਗਾ ਜੀ ਅੱਧ ਤੋਂ ਥੋੜੇ ਜਿਹਾ ਘੱਟ ਜਿਹੜੇ ਉਹਦੇ ਫਰੈਂਚਾਈਜ਼ ਓਨਰ ਸੀਗੇ ਉਹ ਬਲੈਕ ਕਮਿਊਨਿਟੀ ਨੂੰ ਬਿਲੋਂਗ ਕਰਦੇ ਸੀਗੇ। ਬਲੈਕ ਕਮਿਊਨਿਟੀ ਨੇ ਹੁਣ ਇਸ ਵੇਲੇ ਜੀ ਕੇਸ ਕੀਤਾ। ਕਿਉਂ ਕੀਤਾ ਕੇਸ? ਉਹਨਾਂ ਨੇ ਕੇਸ ਇਹ ਕੀਤਾ ਕਿ ਜਿਹੜੇ ਬਲੈਕ ਫਰੈਂਚਾਈਜ਼ੀ ਓਨਰਸ ਆ ਉਹਨਾਂ ਨੂੰ ਉਹ ਫਰੈਂਚਾਈਜ਼ ਲੋਕੇਸ਼ਨ ਦਿੱਤੀਆਂ ਗਈਆਂ ਨੇ ਜਿੱਥੇ ਕ੍ਰਾਈਮ ਵੱਧ ਹੈ, ਜਿੱਥੇ ਉਹਨਾਂ ਨੂੰ ਇੰਸ਼ੋਰੈਂਸ ਵੱਧ ਦੇਣੀ ਪਏਗੀ, ਜਿੱਥੇ ਉਹਨਾਂ ਨੂੰ ਸਿਕਿਉਰਿਟੀ ਦੇ ਜ਼ਿਆਦਾ ਖਰਚਾ ਕਰਨਾ ਪਏਗਾ, ਤੇ ਉਹੀ ਲੋਕੇਸ਼ਨ ਉਹਨਾਂ ਨੂੰ ਕਿਉਂ ਦਿੱਤੀਆਂ ਗਈਆਂ ਨੇ? ਇਸ ਕਰਕੇ ਇਟਸ ਓਵਰ $1 ਬਿਲੀਅਨ ਕੇਸ ਮੈਕਡੋਨਲਡਸ ਦੇ ਉੱਤੇ ਹੈ। ਮੈਕਡੋਨਲਡ ਨੇ ਇਸ ਕਾਰਨ ਨੈਚੁਰਲ ਡਿਨਾਈ ਕਰਨਾ ਜੀ, ਪਰ US ਦੇ ਵਿੱਚ ਨਾ ਸੂ ਕਰਨ ਦੀ ਬਹੁਤ ਵੱਡੀ ਆਦਤ ਹੈ। ਕੁਝ ਵੀ ਇੱਕ ਨਾ ਲੇਡੀ ਨੇ, ਤੁਹਾਨੂੰ ਸ਼ਾਇਦ ਨਾ ਯਾਦ ਹੋਵੇ, ਇੱਕ ਲੇਡੀ ਨੇ ਮੈਕਡੋਨਲਡਸ ਨੂੰ ਸੂ ਕੀਤਾ ਸੀਗਾ। ਉਹਨੇ ਕਾਫੀ ਲਈ ਡਰਾਈਵ ਥਰੂ ਚੋਂ, ਕਾਫੀ ਉਹਦੇ ਉੱਤੇ ਡੁੱਲ ਗਈ। ਉਹਨੇ ਮੈਕਡੋਨਲਡਸ ਸੂ ਪਤਾ ਕਿਉਂ ਕੀਤਾ? ਕਾਫੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਗਰਮ ਸੀਗਾ। ਓਕੇ, ਸੋ ਅਮਰੀਕਨ ਸੋਸਾਇਟੀ, ਸੌਰੀ ਅਮਰੀਕਨਸ ਤੁਹਾਨੂੰ ਲੱਭਦੇ ਫਿਰਦੇ ਆ ਵੀ ਕਿਹੜੀ ਥਾਂ ਤੇ ਕਿਸੇ ਨੂੰ ਸੂ ਕੀਤਾ ਜਾਵੇ, ਉਹਨੂੰ ਕੋਰਟ 'ਚ ਘੜੀਸਾ ਜਾਵੇ, ਉਹ ਤੋਂ ਪੈਸੇ ਲੈ ਜਾਣ। ਪਰ ਜਿਹੜੀ ਆਹ ਗੱਲ ਹੈਗੀ ਹੈ ਇਹ ਹੇਟ ਲੱਗਦਾ ਵੀ ਜਿਵੇਂ ਸਰਟਨ ਰੇਸ ਨੂੰ ਹੇਟ ਕਰਕੇ ਉਹਨਾਂ ਨੂੰ ਉਸ ਥਾਂ ਤੇ ਫਸਾਇਆ ਗਿਆ ਔਰ ਉਹਨਾਂ ਦੇ ਮਨ ਚਾਹੀਏ ਤੇ ਹੁੰਦੇ। ਦੇਖੋ ਸੋ ਮੈਕਡੋਨਲਡਸ ਇਜ਼ ਵੈਰੀ, ਮੇਰੇ ਖਿਆਲ ਦੁਨੀਆ ਦੀ ਸਭ ਤੋਂ ਵੱਡੀ ਫਰੈਂਚਾਈਜ਼ ਹੈ ਜੀ ਮੈਕਡੋਨਲਡ ਫੂਡ ਦੀ। ਬਿਲਕੁਲ ਸਰ, ਇਹ ਤਾਂ ਜਾਣਬੁੱਝ ਕੇ ਕੀਤਾ ਜਾਂ ਅਣਜਾਣੇ 'ਚ ਕੀਤਾ ਤਾਂ ਵੱਖਰੀ ਗੱਲ ਹੈ, ਪਰ ਸ਼ਾਪਿੰਗ ਮਾਲਸ ਦੇ ਵਿੱਚ ਹੁਣ ਜਾਣਬੁੱਝ ਕੇ ਕਹਿੰਦੇ ਆ ਇੱਕ ਡਾਟਾ ਇਕੱਠਾ ਕੀਤਾ ਜਾ ਰਿਹਾ, ਇੱਕ ਅਲੱਗ-ਅਲੱਗ ਰੇਸ ਦੇਖੀ ਜਾ ਰਹੀ ਹੈ ਤੇ ਉਹਦੇ ਬੇਸ ਦੇ ਉੱਤੇ ਡਾਟਾ ਇਕੱਠਾ ਕੀਤਾ ਜਾ ਰਿਹਾ। ਇਹਦਾ ਕੀ ਕਾਰਨ? ਕਰਨ ਮੇਰੇ ਵਾਲੇ ਨੂੰ ਕੀ ਫਰਕ ਹੈ, ਤੁਹਾਡੇ ਵਾਲੇ ਨੂੰ ਫਰਕ ਹੈਗਾ। ਤੁਸੀਂ ਜਾਣਾ ਮਾਲਾਂ ਦੇ ਵਿੱਚ, ਤੁਸੀਂ ਉੱਥੇ ਗੇੜੇ ਦੇਣੇ ਆ ਜੀ, ਤੁਸੀਂ ਉੱਥੇ ਮੈਂ ਕੀ ਕਰਨ ਜਾਣਾ ਜੀ? ਸਰ ਕਿਹੜੇ ਟਾਈਮ ਅਸੀਂ ਗੇੜੇ ਦਿੰਦੇ ਆ? ਕੈਡਿਲੈਕ ਫੇਅਰਵਿਊ ਹੈ ਜੀ, ਬਹੁਤ ਵੱਡੀ ਕੰਪਨੀ ਹੈ ਜਿਹਦੇ ਬਹੁਤ ਸਾਰੇ ਸਾਡੇ ਕੈਨੇਡਾ ਦੇ ਵਿੱਚ ਸ਼ਾਪਿੰਗ ਮਾਲਸ ਨੇ। ਡਾਊਨਟਾਊਨ ਦੇ ਵਿੱਚ ਈਟਨ ਐਂਡ ਕੈਡਿਲੈਕ ਫੇਅਰਵਿਊ ਦਾ ਜੀ, ਜਿਹੜੀ ਸ਼ੇਰਵੇ ਮਾਲ ਹੈਗੀ ਹੈ, ਮੈਂ ਜਿਹੜੇ ਸਾਡੇ ਲੋਕਲ ਉਹਨਾਂ ਨੂੰ ਦੱਸਣਾ ਗਿਆ, ਉਹ ਵੀ ਕੈਡਿਲੈਕ ਫੇਅਰਵਿਊ ਦਾ। ਉਹਨਾਂ ਨੇ ਡਾਟਾ ਇਕੱਠਾ ਕੀਤਾ, ਤੁਹਾਨੂੰ ਪਤਾ ਵੀ ਨਹੀਂ। ਇਹ ਵੱਡੀ ਗੱਲ ਹੈ, ਡਾਟਾ ਇਕੱਠਾ ਕਰਨਾ ਕਰ ਲਓ, ਪਤਾ ਵੀ ਨਹੀਂ, ਪਤਾ ਕਿਹੜੀ ਜਗ੍ਹਾ ਤੋਂ ਇਕੱਠਾ ਕੀਤਾ। ਅਸੀਂ ਮੌਲ 'ਚ ਜਾਂਦੇ, ਇਨਫੋਰਮੇਸ਼ਨ ਵਾਲਾ ਹੁੰਦਾ ਜੀ ਬੂਥ, ਜਿੱਥੇ ਵੀਡੀਓ ਚੱਲਦੀ ਆ, ਹੱਥ ਮਾਰਦੇ ਸਾਰੇ ਦਾ ਸਾਰਾ ਸਕਰੀਨ ਉਹਦੇ ਵਿੱਚ ਕੈਮਰਾ ਲਾਇਆ ਹੈ, ਉਹ ਤੁਹਾਡੀ ਰਿਕਾਰਡਿੰਗ ਹੋ ਰਹੀ ਹੈ, ਉਹ ਦੇਖ ਰਿਹਾ। ਉਹਨਾਂ ਹੁਣ ਪਤਾ ਲੱਗ ਗਿਆ ਤਾਂ ਜਵਾਬ ਕੀਤਾ। ਉਹ ਕਹਿੰਦੇ ਜੀ ਦੇਖਣਾ ਚਾਹੁੰਦੇ ਆ ਕਿ ਕਿਹੜਾ ਡੈਮੋਗ੍ਰਾਫਿਕ ਹੈ, ਏਜ ਗਰੁੱਪ ਹੈਗਾ, ਉਹ ਮਾਲਸ ਦੇ ਵਿੱਚ ਜ਼ਿਆਦਾ ਆਉਂਦਾ ਹੈਗਾ। ਨੈਚੁਰਲੀ ਤੁਹਾਨੂੰ ਉਹਨਾਂ ਨੇ ਜਾਣਾ ਜੀ, ਪਰ ਉਹ ਫਿਰ ਉਹਨਾਂ ਨੂੰ ਹਿੱਟ ਕਰਨਾ, ਉਹਨਾਂ ਨੇ ਉਹਨਾਂ ਦੇ ਮੁਤਾਬਕ ਉਹ ਚੀਜ਼ਾਂ ਵੇਚਣੀਆਂ ਨੇ। ਉਹਨਾਂ ਨੇ ਉਹ ਤੇ ਜਿਹੜਾ ਡਾਟਾ ਤਾਂ ਤਿਆਰ ਕਰ ਲਿਆ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਵੀ ਸਾਡੇ ਕੋਲ ਡਾਟਾ ਨਹੀਂ, ਅਸੀਂ ਡਿਲੀਟ ਕਰੀ ਜਾਂਦੇ ਹਾਂ, ਵੀ ਅਸੀਂ ਰੱਖਦੇ ਨਹੀਂ ਹਾਂ ਕੋਲੇ। ਹਾਊ ਇਜ਼ ਇਟ ਪੋਸੀਬਲ? ਉਹ ਜਿਹੜਾ ਡਾਟਾ ਹੈ ਉਹ ਕੈਡਿਲੈਕ ਫੇਅਰਵਿਊ ਨੇ ਇੱਕ ਥਰਡ ਪਾਰਟੀ ਨਾਲ ਗੱਲ ਕੀਤੀ ਹੋਈ ਹੈ, ਜਿਹਦੇ ਕੋਲ ਸਟੋਰ ਹੋ ਰਿਹਾ। ਜਦੋਂ ਉਹ ਸਟੋਰ ਹੋ ਰਿਹਾ ਉਹ ਕਿਸੇ ਨਾ ਕਿਸੇ ਕੰਮ ਵਾਸਤੇ ਵਰਤੇਗਾ। ਬਿਨਾਂ ਦੱਸਿਓ ਮੇਰੀ ਵੀਡੀਓ ਕਿਉਂ ਬਣਾਈ ਹੈ, ਬਿਨਾਂ ਦੱਸਿਓ ਮੇਰੀ ਫੋਟੋ ਕਿਉਂ ਲਈ ਗਈ ਹੈ। ਫੇਸ ਰੈਕਗਨੀਸ਼ਨ ਸਿਸਟਮ ਦੇ ਨਾਲ ਕੀਤਾ ਗਿਆ। ਫਿਰ ਜਦੋਂ ਤੁਸੀਂ ਕਿੰਨੀ ਵਾਰੀ ਆਉਂਦੇ ਹੋ, ਤੁਹਾਡਾ ਫੇਸ ਰੈਕਗਨਾਈਜ਼ ਕਰੇਗਾ ਨਾ, ਤੁਸੀਂ ਫਿਰ ਮੁੜ ਕੇ ਆ ਗਏ, ਆ ਬੰਦਾ ਦੁਬਾਰੇ ਆ ਗਿਆ, ਇਹ 10 ਵਾਰੀ ਵੀਕ 'ਚ ਆ ਕੇ ਗਿਆ। ਇਹ ਫੇਸ ਰੈਕਗਨੀਸ਼ਨ ਕਿਉਂ ਕੀਤੀ ਗਈ? ਦਿਸ ਇਜ਼ ਨਾਟ ਅ ਰਾਈਟ ਥਿੰਗ ਟੂ ਡੂ। ਹਾਂ, ਤੁਹਾਨੂੰ ਪਤਾ ਹੋਵੇ, ਤੁਸੀਂ ਡੋਰ 'ਚ ਵੜਨ ਲੱਗਿਆ ਵੀ ਅਸੀਂ ਫੇਸ ਰੈਕਗਨਾਈਸ਼ਨ ਦਾ ਇੱਥੇ ਸਿਸਟਮ ਚੱਲ ਰਿਹਾ, ਅਸੀਂ ਡਾਟਾ ਤਿਆਰ ਕਰ ਰਹੇ ਹਾਂ, ਤੁਹਾਡੀ ਮਰਜ਼ੀ ਆ, ਆਉਣਾ ਆਓ, ਨਹੀਂ ਆਉਣਾ ਨਾ ਆਓ, then it's okay, but now this is not right। ਇੰਨੀ ਵੱਡੀ ਫਰਮ ਇਹ ਜਿਹਾ ਕੁਝ ਕਰ ਰਹੀ ਹੈ, ਆਪਦੇ ਮਤਲਬ ਵਾਸਤੇ ਕਰ ਰਹੀ ਹੈ, and I guess somebody going to take them to the court, I guess। ਬਿਲਕੁਲ ਜੀ। ਤੇ ਸਰ ਅਗਲੀ ਖਬਰ ਵੱਲ ਰੁਖ ਕਰੀਏ ਤਾਂ ਬਰੈਂਪਟਨ ਦੇ ਵਿੱਚ ਪੁਲਿਸ ਨੇ ਛਾਪੇਮਾਰੀ ਕੀਤੀ ਹੈ। ਇੱਕ ਘਰ ਦੇ ਵਿੱਚ ਸੂਹ ਦੇ ਆਧਾਰ ਤੇ ਉਹਨਾਂ ਨੇ ਛਾਪੇਮਾਰੀ ਕੀਤੀ ਹੈ ਤੇ ਛਾਪੇਮਾਰੀ ਦੌਰਾਨ ਉਸ ਘਰ ਦੇ ਵਿੱਚੋਂ ਡਰੱਗਸ ਮਿਲੇ ਨੇ, ਜਿਸ ਦੇ ਤਹਿਤ ਘਰ ਦੇ ਮਾਲਕ ਜਤਿੰਦਰ ਸੰਦਰ ਨੂੰ 42 ਸਾਲਾ ਜਤਿੰਦਰ ਸੰਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਰ ਕੀ ਕਹੋਗੇ? ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੇ ਕਈ ਦਰਸ਼ਕਾਂ ਨੂੰ ਇਸ ਗੱਲ ਤੇ ਆ ਹੋ ਜਾਂਦਾ ਵੀ ਆਪਾਂ ਆਪਣੀ ਜਿਹੜੀ ਕਮਿਊਨਿਟੀ ਉਹਦੀ ਗੱਲ ਕਿਉਂ ਕਰਦੇ ਹਾਂ। ਗੱਲ ਇਉਂ ਜੀ, ਅਸੀਂ ਆਪਣੀ ਕਮਿਊਨਿਟੀ ਦੀਆਂ ਗੱਲਾਂ ਹੁੰਦੀਆਂ ਨੇ ਤੇ ਆਪਣੀ ਕਮਿਊਨਿਟੀ ਦੇ ਵਿੱਚ ਅਸੀਂ ਚੰਗੀਆਂ ਗੱਲਾਂ ਜ਼ਰੂਰ ਉਜਾਗਰ ਕਰਦੇ ਹਾਂ, ਅਸੀਂ ਲੈ ਕੇ ਆਉਂਦੇ ਹਾਂ। ਪਰ ਜਿਹੜੀ ਕੋਈ ਐਸੀ ਗੱਲ ਹੋਏਗੀ, ਓਕੇ, ਦਿਸ ਇਜ਼ ਅ ਪਬਲਿਕ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ, ਉਹ ਨਹੀਂ ਹੈ, ਇਹ ਪੁਲਿਸ ਦੀ ਸਾਨੂੰ ਇਨਫੋਰਮੇਸ਼ਨ ਆਈ ਹੋਈ ਹੈ। ਉਹਦੇ ਜਤਿੰਦਰ ਸੰਦਰ ਸਾਹਿਬ ਜੀ, ਇਹਨਾਂ ਕੋਲੇ ਡਰੱਗ ਫੜੀ ਗਈ ਹੈ ਜੀ, $39,000 ਦੀ ਡਰੱਗ ਫੜੀ ਗਈ ਹੈ ਔਰ ਇਹਨਾਂ ਨੂੰ ਚਾਰਜ ਕਰ ਲਿਆ ਗਿਆ ਹੈ ਜੀ। ਮੈਂ ਛੇਤੀ ਅਮੀਰ ਹੋਣ ਦੀਆਂ ਗੱਲਾਂ ਨਾ ਕਰੋ, ਇਹ ਰਾਹ ਬੜਾ ਵਿਖੜਾ ਹੈਗਾ, ਇਹਦੇ ਵਨ ਵੇ ਸਟਰੀਟ ਹੈ, ਇਹਦੇ 'ਚ no coming back, frankly। ਇਸ ਮਾਤਰ ਕੋਈ ਮੰਨੇ ਨਾ ਮੰਨੇ, ਇਸ ਦੇ ਵਿੱਚ no coming back, it's one way street। ਜਿਹੜੇ ਕੋਈ ਸੋਚਦੇ ਆ ਇਸ ਮਾਮਲੇ 'ਚ, ਪਲੀਜ਼ ਨਾ ਸੋਚੋ।
ਮਿਹਨਤ ਦੀ ਕਮਾਈ ਕਰੋ। ਮਿਹਨਤ ਦੀ ਕਮਾਈ ਵਰਗਾ ਸਵਾਦ ਨਹੀਂ ਹੈ। ਤੁਹਾਨੂੰ ਚਾਹੇ ਥੋੜੇ ਬਣਦੇ ਆ, ਤੁਹਾਨੂੰ ਤੁਰੇ ਜਾਂਦੇ ਕੋਈ ਕਹਿ ਨਹੀਂ ਸਕਦਾ ਬਈ ਤੁਸੀਂ ਜੀ ਆਹ ਕੰਮ ਕੀਤਾ, ਜਾਂ ਤੁਸੀਂ 4 ਬੰਦਿਆਂ 'ਚ ਬੈਠੇ ਉੱਠ ਕੇ ਤੁਰ ਜਾਂਦੇ ਹੋ, ਅਗਲਾ ਗੱਲ ਕਰਿਆ ਯਾਰ ਡਰੱਗ ਵੇਚ ਗਈ ਇਹਨੇ, ਵਟਐਵਰ ਕੁਛ ਕੀਤਾ ਜਾਂ ਐਡਾ ਮਹਿਲ ਬਣਾਇਆ ਜਾਂ ਇਹੋ ਜਿਹੀ ਕਾਰ ਲਈ ਹੈ। ਅਜਿਹੀਆਂ ਗੱਲਾਂ ਫਿਰ ਵੀ ਸੁਸਾਇਟੀ 'ਚ ਇੱਕ ਵਾਰੀ ਵੀ ਆਏ ਆ, ਇੱਜ਼ਤ ਦੀ ਜ਼ਿੰਦਗੀ ਜਿਉਣੀ ਚੰਗੀ ਹੁੰਦੀ ਹੈ। ਬਿਲਕੁਲ। ਨਾਲੇ ਮੋਰਓਵਰ ਆਪਾਂ ਕਮਿਊਨਿਟੀ ਦੀਆਂ ਗੱਲਾਂ ਇਸ ਲਈ ਕਰਦੇ ਹਾਂ ਕਿਉਂਕਿ ਆਪਾਂ ਆਪਣੇ ਦੇਸ਼ ਛੱਡ ਕੇ ਇੱਥੇ ਆਏ ਆ, ਇੱਥੇ ਦੂਸਰੇ ਮੁਲਕ 'ਚ ਆ ਕੇ ਆਪਾਂ ਆਪਣੀ ਪਛਾਣ ਬਣਾ ਰਹੇ ਹਾਂ। ਸੋ ਕੋਈ ਇਹ ਨਾ ਕਵੇ ਕਿ ਫਲਾਨੀ ਕਮਿਊਨਿਟੀ ਦੇ ਲੋਕ ਆਏ ਸੀ ਤੇ ਉਹਨਾਂ ਨੇ ਆ ਕੇ ਦੇਸ਼ ਦੇ ਵਿੱਚ ਕ੍ਰਾਈਮ 'ਚ ਵਾਧਾ ਕੀਤਾ, ਵੀ ਉਸ ਕਮਿਊਨਿਟੀ ਨੂੰ ਮੁੜ ਕੇ ਆਉਣ ਦੇ ਉਹਨਾਂ ਦੇ ਰਾਹ ਹੀ ਬੰਦ ਕਰ ਦਿੱਤੇ ਜਾਣ। ਦੈਟਸ ਰਾਈਟ। ਕਿਉਂਕਿ ਇੱਥੇ ਕਈ ਐਸੀ ਕਮਿਊਨਿਟੀ ਹੈਗੀਆਂ ਨੇ ਤਰਨ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਕਮਿਊਨਿਟੀਜ਼ ਨੂੰ ਇਹ ਕਿਹਾ ਜਾਂਦਾ ਵੀ ਅੱਛਾ ਉਹ ਸੀਗਾ ਜਾਂ ਕਿਤੇ ਕੋਈ ਕ੍ਰਾਈਮ ਹੋ ਗਿਆ ਕਹਿੰਦੇ ਅੱਛਾ ਉਹ ਤਾਂ ਕਿਤੇ ਹੋਣਾ ਉੱਥੇ ਚਾਹੇ ਉਹ ਬੰਦਾ ਭਲਾ ਹੀ ਹੋਵੇ ਉਹਨਾਂ ਦੇ ਵਿੱਚੋਂ, ਉਸ ਰੰਗ ਰੂਪ ਜਿਹੜਾ ਕੋਈ ਫਿੱਟ ਆਉਂਦਾ ਹੈ ਅਸੀਂ ਜਦੋਂ ਉਹਦਾ ਨਾਂ ਲੈਂਦੇ ਹਾਂ ਉਹ ਯਾਰ ਉਹ ਹੋਊਗਾ ਹਨਾ। ਸੋ ਅਸੀਂ ਇਹ ਨਹੀਂ ਚਾਹੁੰਦੇ ਕਿ ਅਖੀਰ ਇਹ ਕਹੇ ਹਾਲਾਂਕਿ ਉਹ ਤਾਂ ਈਸਟ ਇੰਡੀਅਨ ਸੀਗਾ ਜਾਂ ਦਸਤਾਰ ਜੇ ਹੈਗੀ ਹੈ ਤਾਂ ਸਾਡੀ ਤਾਂ ਪੱਕੀ ਪਛਾਣ ਹੈ ਜੀ, ਅਗਲਾ ਨਾਂ ਲਏਗਾ। ਪਲੀਜ਼ ਕੋਸ਼ਿਸ਼ ਕਰੋ, ਚੰਗੇ ਕੰਮ ਕਰੋ, ਚੰਗੇ ਕੰਮਾਂ 'ਚ ਵੀ ਬੜਾ ਸਵਾਦ ਹੈ। ਬਿਲਕੁਲ ਸਰ। ਅਗਲੀ ਖਬਰ ਸਾਂਝੀ ਕਰਦੇ ਹਾਂ ਕਿਉਂਕਿ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ ਤੇ ਬਾਸਕਟਬਾਲ ਦੀ ਇੱਕ ਪਲੇਅਰ ਹੈ ਜੀ, ਮੁਸਲਿਮ ਪਲੇਅਰ ਜਿਹਦਾ ਨਾਮ ਹੈ ਜੀ ਬਿਲਕਿਸ ਅਬਦੁਲ ਕਾਦਿਰ। 4 ਸਾਲ ਇਹਨਾਂ ਨੇ ਇੱਕ ਮੁਕੱਦਮਾ ਲੜਿਆ। ਮੁਕੱਦਮਾ ਕਾਹਦਾ ਸੀ ਕਿ ਬਾਸਕਟਬਾਲ ਦੌਰਾਨ ਖੇਡਣ ਦੌਰਾਨ ਜਿਹੜੀਆਂ ਮੁਸਲਿਮ ਮਹਿਲਾਵਾਂ ਨੇ ਜਿਹੜੀਆਂ ਖੇਡਦੀਆਂ ਨੇ ਮੁਸਲਿਮ ਪਲੇਅਰਸ, ਹਿਜਾਬ ਉਹ ਪਾ ਸਕਦੀਆਂ ਨੇ ਕਿ ਨਹੀਂ। ਉਹ ਹਿਜਾਬ ਪਾ ਕੇ ਖੇਡਦੀ ਸੀ ਜਿਸ ਕਰਕੇ ਉਸਨੂੰ ਅੱਗੇ ਫਰਦਰ ਆਪਦਾ ਫਿਊਚਰ ਜਿਹੜਾ ਬਣਾਉਣ ਦੀ ਨਹੀਂ ਇਜਾਜ਼ਤ ਦਿੱਤੀ ਗਈ। ਹਿਜਾਬ ਪਾ ਕੇ ਉਸਨੂੰ ਉਤਾਰ ਕੇ ਖੇਡਣ ਲਈ ਕਿਹਾ ਗਿਆ ਅੱਗੇ ਵੱਡੇ ਲੈਵਲ ਦੇ ਜਿਹੜੇ ਮੈਚਸ ਵਗੈਰਾ ਸੀ, ਜਿਸ ਨੂੰ ਲੈ ਕੇ ਫਿਰ ਉਹਨੇ ਲੜਾਈ ਲੜੀ, ਅਦਾਲਤੀ ਲੜਾਈ ਲੜੀ ਤੇ ਫਾਈਨਲੀ ਸਰ ਉਹਨੂੰ ਜਿੱਤ ਪ੍ਰਾਪਤ ਹੋਈ। ਯੂਨੀਵਰਸਿਟੀ ਆਫ ਮੈਂਫਿਸ ਟੈਨਸੀ ਦੇ ਵਿੱਚ ਇਹ ਪੜ੍ਹਦੀ ਸੀਗੀ ਜੀ, ਉੱਥੋਂ ਦੀ ਬਾਸਕਟਬਾਲ ਟੀਮ ਦੇ ਵਿੱਚ ਅਖੀਰ ਇਹਨੂੰ ਕਾਲ ਲਓ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਤਰਨ ਨਾਲ ਗੱਲ ਕਰਨੀ। ਹਾਂਜੀ ਮੈਮ, ਮੈਂ ਤਰਨ ਹੀ ਬੋਲ ਰਹੀ ਹਾਂ। ਦੱਸੋ ਜੀ, ਪ੍ਰੋਗਰਾਮ 'ਚ ਤੁਸੀਂ ਇਸ ਵਕਤ ਲਾਈਵ ਕਾਲ ਕੀਤੀ ਹੈ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਆਹ ਜਿਹੜਾ ਤੁਸੀਂ ਗੱਲ ਕਰਦੇ ਸੀ ਜਿੱਦਾਂ ਬ੍ਰੈਂਟਨ 'ਚ ਉਹ ਫੜੇ ਆ ਹਨਾ ਡਰੱਗ ਬਾਰੇ ਜੀ, ਤੇ ਹਨਾ ਹਾਂਜੀ ਜਿਹਨਾਂ ਮਾਮਾ ਦੇ ਪੁੱਤ ਇਸ ਕੰਮ 'ਚ ਲੱਗੇ ਹੋਆ ਹਨਾ, ਇਹ ਵੀ ਬਹੁਤ ਮਾੜੀ ਗੱਲ ਵਾ ਹਨਾ। ਜਿੱਦਾਂ ਇਹਨਾਂ ਨੂੰ ਵੀ ਕੋਈ ਨਾ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿਹਨਾਂ ਇਹ ਤਾਂ ਦੇਖੋ ਅੰਦਰ ਹੀ ਆ ਕੇ ਖੜਾ ਜਾਂਦੇ ਆ ਜਿੱਦਾਂ ਬਹੁਤ ਇਹ ਕੰਮ ਵਧਿਆ ਪਾਇਆ। ਮੈਂ ਜਿੱਦਾਂ ਜੀ 에어ਪੋਰਟ ਤੋਂ ਬੋਲਦੀ ਆ ਜੀ। ਇੱਥੇ ਇਸ ਵਕਤ ਵੀ ਕੀ ਤੁਹਾਨੂੰ ਲੱਗਦਾ ਕਿ ਤੁਹਾਡੇ ਆਲੇ ਦੁਆਲੇ ਵੀ ਇਹ ਜਿਹੇ ਹਾਲਾਤ ਜ਼ਿਆਦਾ ਵਧੇ ਹੋਏ ਨੇ ਨਸ਼ੇ ਦੇ? ਹਾਂਜੀ, ਬਹੁਤ ਜ਼ਿਆਦਾ ਆ। ਜਿੱਦਾਂ ਜੀ ਮੇਰਾ ਤਾਂ ਆਪਦਾ ਬੇਟਾ ਇਸ ਕੰਮ 'ਚ ਲੱਗਾ ਆ, ਜਿੱਦਾਂ ਬਹੁਤ ਟਰਾਈ ਮਾਰਦੇ ਆ ਪਰ ਇਹ ਨਸ਼ਾ ਛੱਡ ਨਹੀਂ ਸਕਦਾ ਬੰਦਾ। ਇਹ ਜਿਹੇ ਹਾਲਾਤਾਂ 'ਚ ਹੀ ਉਹਨਾਂ ਦੀ ਮੋਰਲ ਸਪੋਰਟ ਬਹੁਤ ਕਰੋ। ਜਿੰਨਾ ਤੁਸੀਂ ਉਹਨਾਂ ਨੂੰ ਪੋਜ਼ਿਟਿਵ ਰੱਖੋਗੇ, ਜਿੰਨਾ ਉਹਨਾਂ ਨਾਲ ਗੁੱਸੇ ਨਾਲ ਗੱਲ ਕਰੋਗੇ ਉਹਨਾਂ ਨੇ ਨਹੀਂ ਹਟਣਾ। ਜਿੰਨਾ ਨੂੰ ਪੋਜ਼ਿਟਿਵਿਟੀ ਦੇਵੋਗੇ, ਉਹਨਾਂ ਨੂੰ ਥੋੜਾ ਜਿਹਾ ਪੋਜ਼ਿਟਿਵ ਕਰੋਗੇ ਕਿ ਹਾਂ ਇਹਨੂੰ ਛੱਡਿਆ ਜਾ ਸਕਦਾ, ਤਾਂ ਸ਼ਾਇਦ ਅੱਗੇ ਜਾ ਕੇ ਕੋਈ ਮਨ ਉਹਨਾਂ ਦਾ ਬਦਲ ਜਾਵੇ। ਤੇ ਹਾਂਜੀ, ਇਹ ਜਿੰਨਾ ਜਿਹੜਾ ਇਹ ਵੇਚਦੇ ਆ ਨਾ ਇਹ ਬਹੁਤ ਦੁਆ ਹੈ, ਇਹ ਤਾਂ ਅੰਦਰ ਹੀ ਦੇਣ ਨੂੰ ਵੀ ਤਿਆਰ ਵਾ ਜੀ। ਸਹੀ ਗੱਲ ਹੈ ਜੀ, ਥੈਂਕ ਯੂ ਜੀ, ਸ਼ੁਕਰੀਆ ਜੀ, ਤੁਸੀਂ ਕਾਲ ਕੀਤੀ ਹੈ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ। ਮੈਂ ਇੱਕ ਤਾਂ ਇਹਨਾਂ ਨੂੰ ਮੈਂ ਦਾਦ ਦੇਣੀ ਚਾਹਾਂਗਾ, ਇਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਦੇ ਘਰੇ ਪ੍ਰੋਬਲਮ ਹੈਗੀ ਹੈ। ਇਟਸ ਇਸ ਸਟੈਪ ਦੇ ਇਸ ਮਾਮਲੇ ਦੇ ਵਿੱਚ ਸਭ ਤੋਂ ਪਹਿਲਾ ਸਟੈਪ ਇਹ ਹੈ ਐਕਸੈਪਟੈਂਸ। ਤੁਸੀਂ ਐਕਸੈਪਟ ਕਰੋ ਵੀ ਹਾਂ ਸਾਡੇ ਪ੍ਰੋਬਲਮ ਹੈਗੀ ਹੈ। ਵੈਨ ਯੂ ਐਕਸੈਪਟ ਇਟ ਦੈਨ ਯੂ ਕੈਨ ਟੈਕਲ ਇਟ। ਜੇ ਤੱਕ ਤੁਸੀਂ ਐਕਸੈਪਟ ਨਹੀਂ ਕਰਦੇ ਉਦੋਂ ਇਟਸ ਹਾਰਡ ਟੂ ਟੈਕਲ ਇਟ। ਇਹ ਬਿਮਾਰੀ ਹੈ ਸਰ, ਇਹ 'ਚ ਸੋਸਾਇਟੀ ਦਾ ਵੀ ਬਹੁਤ ਵੱਡਾ ਰੋਲ ਹੈ। ਜੇ ਇੱਕ ਵਾਰੀ ਕੋਈ ਡਰੱਗਸ ਤੇ ਲੱਗ ਗਿਆ ਨਾ, ਉਸ ਤੋਂ ਬਾਅਦ ਉਹਨੂੰ ਇੰਨਾ ਕੁ ਜ਼ਿਆਦਾ ਲਤਾੜਿਆ ਜਾਂਦਾ, ਇੰਨਾ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ, ਕੋਈ ਛੱਡਣ ਦੀ ਕੋਸ਼ਿਸ਼ ਕਰਨਾ ਵੀ ਚਾਹਵੇ ਨਾ ਤਾਂ ਵੀ ਇਹ ਕਿਹਾ ਜਾਂਦਾ ਛੱਡ ਨਹੀਂ ਸਕਦਾ। ਇਹ ਤੋਂ ਕਿੱਥੋਂ ਛੱਡਿਆ ਜਾਣਾ? ਕਦੇ ਡਰੱਗਸ ਛੱਡੀਆਂ ਜਾਂਦੀਆਂ ਨੇ। ਸੋ ਜੇ ਕੋਈ ਛੱਡਣ ਦੀ ਕੋਸ਼ਿਸ਼ ਵੀ ਕਰਦਾ ਨਾ, ਉਹਦਾ ਮੋਰਲ ਬੂਸਟ ਕਰਨ ਦੀ ਬਜਾਏ ਉਹਨੂੰ ਜਮਾਂ ਹੀ ਥੱਲੇ ਸੁੱਟਣ ਦੀ ਕੋਸ਼ਿਸ਼ ਕਰਦੇ ਵੀ ਤੇਰੇ ਤੋਂ ਤਾਂ ਹੋਣਾ ਹੀ ਨਹੀਂ ਹੈ, ਲੱਗ ਗਿਆ ਤਾਂ ਲੱਗ ਗਿਆ। ਸਭ ਤੋਂ ਵੱਡੀ ਗੱਲ ਹੈ ਇਹ 'ਚ ਪਰਿਵਾਰ ਦਾ ਬਹੁਤ ਵੱਡਾ ਹਿੱਸਾ ਹੁੰਦਾ। ਪਰਿਵਾਰ ਨੂੰ ਵੀ ਵੈਰੀ ਉਹਦੇ ਨਾਲ ਕੰਫਰਟਿੰਗ। ਉਹਨੂੰ ਕਈ ਵਾਰੀ ਬੰਦਾ ਟੱਕ ਤੇ ਉਹ ਲੱਗਦਾ, ਉਹਨੂੰ ਲੱਗਦਾ ਵੀ ਮੈਂ ਕਿਸੇ ਪਾਸੇ ਜੋਗਾ ਹੈ ਨਹੀਂਗਾ, ਮੈਨੂੰ ਇਗਨੋਰ ਕੀਤਾ ਜਾ ਰਿਹਾ, ਆਈ ਐਮ ਨਾਟ ਬੀਇੰਗ ਲਵਡ ਐਸ ਵੈਲ। ਇਹ ਜਿਹੀਆਂ ਗੱਲਾਂ ਤੋਂ ਕਈ ਵਾਰੀ ਬੱਚਾ ਇਸ ਪਾਸੇ ਨੂੰ ਚਲਾ ਜਾਂਦਾ। ਸੋ ਜਦੋਂ ਤੁਸੀਂ ਉਹਨੂੰ ਰਿਅਲਾਈਜ਼ ਕਰਾਉਣਾ, ਨੋ ਯੂ ਆਰ ਵੈਰੀ ਇੰਪੋਰਟੈਂਟ ਟੂ ਦ ਫੈਮਿਲੀ, ਯੂ ਆਰ ਇੰਪੋਰਟੈਂਟ ਟੂ ਦ ਸੋਸਾਇਟੀ ਐਸ ਵੈਲ। ਐਵਰੀਬਾਡੀ ਇਜ਼ ਇੰਪੋਰਟੈਂਟ ਟੂ ਦ ਸੋਸਾਇਟੀ। ਜਿਹਨੇ ਇੱਥੇ ਜਨਮ ਲਿਆ ਉਹ ਕੋਈ ਕੰਟਰੀਬਿਊਸ਼ਨ ਵਾਸਤੇ ਆਇਆ, ਪਰਮਾਤਮਾ ਨੇ ਉਹਨੂੰ ਇਸੇ ਕਰਕੇ ਭੇਜਿਆ। ਸੋ ਯੂ should be thinking positive। ਤੁਹਾਡੀ ਪੋਜ਼ਿਟਿਵ ਥਿੰਕਿੰਗ ਨਾਲ ਤੁਸੀਂ ਵੀ ਸੋਸਾਇਟੀ 'ਚ ਕੰਟਰੀਬਿਊਟ ਕਰ ਰਹੇ ਹੋ ਤਾਂ ਬੰਦਾ ਇਹਨਾਂ ਗੱਲਾਂ 'ਚੋਂ ਨਿਕਲਦਾ। ਬਿਲਕੁਲ।
ਬਹੁਤ ਲੋਕ ਨਿਕਲੇ ਨੇ ਨਸ਼ਾ ਛੱਡ ਜਾਂਦੇ ਨੇ, ਐਸੀ ਗੱਲ ਨਹੀਂ ਆ। ਅੱਛਾ ਜਿਹੜੇ ਛੱਡ ਜਾਂਦੇ ਨੇ ਉਹ ਲੋਕਾਂ ਦਾ ਛਡਾਉਂਦੇ ਨੇ। ਇਟਸ ਅ ਵੈਰੀ ਗੁੱਡ। ਕਈ ਹੁੰਦਾ ਕਿ ਚਲੋ ਮੈਂ ਛੱਡਿਆ ਪਰੇ ਹੋ ਜਾਣਾ, ਉਹ ਐਸੀ ਇੰਸਪੀਰੇਸ਼ਨ ਬਣਦੇ ਨੇ ਲੋਕਾਂ ਦਾ ਛਡਾਉਣ ਵਾਸਤੇ ਬਣਦੇ। ਤੁਸੀਂ ਗੱਲ ਕੀਤੀ, ਥੈਂਕ ਯੂ ਸੋ ਮਚ। ਆਈ ਵਿਸ਼ ਪਰਮਾਤਮਾ ਕਰੇ ਜੇ ਤੁਸੀਂ ਜਿਹੜੀ ਪ੍ਰੋਬਲਮ ਗੱਲ ਕੀਤੀ ਛੇਤੀ ਤੁਹਾਡੀ ਸੋਲਵ ਹੋਵੇ। ਬਟ ਆਈ ਨੋ ਜਿਹੜੀ ਡਰੱਗ ਹੈ ਇੰਨੀ ਸੌਖੀ ਅਵੇਲੇਬਲ ਆ, ਜਿਵੇਂ ਤੁਸੀਂ ਕਹੇ ਘਰੇ ਆ ਕੇ ਫੜਾ ਜਾਂਦੇ ਆ। ਯੂ ਰਾਈਟ, ਸੱਚੀ ਤਰ੍ਹਾਂ ਇਸ ਸਿਸਟਮ ਦੇ ਵਿੱਚ ਐਸਾ ਹੈ ਤੁਹਾਨੂੰ ਕੋਸ਼ਿਸ਼ ਕਰਦੇ ਹੋ ਘਰੋਂ ਨਾ ਜਾਇਆ ਜਾਵੇ। ਜਿਹੜਾ ਤੁਹਾਨੂੰ ਸਪਲਾਇਰ ਹੈ ਨਾ, ਉਹਨੇ ਤੁਹਾਨੂੰ ਉਹ ਚੀਜ਼ ਕਿਤੇ ਨਾ ਕਿਤੇ ਤੁਹਾਡੇ ਛੱਡ ਗਿਆ ਹੈ ਆਲਰੇਡੀ। ਤੁਸੀਂ ਕਿਸੇ ਵੇਲੇ ਉਹ ਬੰਦਾ ਘਰੋਂ ਟਾਈਮ ਲੱਗਦਾ ਬਾਹਰ ਜਾਂਦਾ, ਆਪਦਾ ਸਮਾਨ ਲੈ ਆਉਂਦਾ ਸੀਗਾ, ਕਿੱਥੋਂ ਆ ਗਿਆ ਸਮਾਨ। ਇਹ ਆਮ ਇਹ ਗੱਲਾਂ ਹੁੰਦੀਆਂ ਨੇ। ਸ਼ਰਾਬ ਦੀ ਵੀ ਇਹ ਗੱਲ ਹੁੰਦੀ ਹੈਗੀ ਵੀ ਕਿੱਥੋਂ ਬੰਦੇ ਕੋਲੇ ਆਈ ਕਿੱਥੋਂ ਆ, ਪਰ ਜਿਹੜੇ ਦੇਣ ਵਾਲੇ ਆ ਨਾ ਉਹ ਤੁਹਾਨੂੰ ਕਿਸੇ ਨਾ ਕਿਸੇ ਢੰਗ ਨਾਲ ਪਹੁੰਚਾ ਜਾਂਦੇ। ਪਰਮਾਤਮਾ ਇਟਸ ਅ ਫੈਮਿਲੀ ਥਿੰਗ। ਫੈਮਿਲੀ ਨਾਲ ਰਲ ਕੇ ਇਹ ਬੰਦ ਹੋ ਸਕਦੀ ਹੈ, ਹਟਾਈ ਜਾ ਸਕਦੀ ਹੈ। ਆਈ ਹੋਪ ਪਰਮਾਤਮਾ ਮਿਹਰ ਕਰੇ ਜੀ ਕਿਸੇ ਦੇ ਘਰ 'ਚ ਇਹ ਪ੍ਰੋਬਲਮ ਨਾ ਆਵੇ ਜੀ। ਬਿਲਕੁਲ। ਤੇ ਸਰ ਅਸੀਂ ਗੱਲ ਕਰ ਰਹੇ ਸੀ ਜਿਹੜੀ ਬਾਸਕਟਬਾਲ ਪਲੇਅਰ ਦੀ ਆਪਾਂ ਗੱਲ ਕਰ ਰਹੇ ਸੀ ਜਿਨ੍ਹਾਂ ਨੇ ਹਿਜਾਬ ਦੀ ਲੜਾਈ ਜਿਹੜੀ ਜਿੱਤੀ ਹੈ। ਹਾਂ, ਤਰ੍ਹਾਂ ਨੇ ਟੈਨੇਸੀ ਦੀ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਇਹ ਗੱਲ ਕੀਤੀ ਸੀ ਤੇ ਇਹਨਾਂ ਨੂੰ ਇਹ ਕਿਹਾ ਸੀ ਹਿਜਾਬ ਤੁਸੀਂ ਪਾ ਕੇ ਖੇਡ ਨਹੀਂ ਸਕਦੇ। ਫਿਰ ਅਖੀਰ ਐਸੀ ਗੱਲ ਹੋਈ ਕਿ ਇਹਨੇ ਲੜਾਈ ਲੜੀ, ਅਖੀਰ ਇਹਨੂੰ ਅਲਾਓ ਕੀਤਾ ਗਿਆ ਕਿ ਤੁਸੀਂ ਬਾਸਕਟਬਾਲ ਤੁਸੀਂ ਵਿਦ ਹਿਜਾਬ। ਤੁਸੀਂ ਜੇ ਸੋਚਿਆ ਹੋਵੇ ਹਿਜਾਬ ਦਾ ਕੀ ਅੜਿੱਕਾ ਹੈਗਾ, ਇਹ ਸੋਚਣ ਵਾਲੀ ਗੱਲ ਹੈਗੀ ਆ। ਸਿਰਫ ਉਹ ਥਿੰਕਿੰਗ ਜਿਹੜੀ ਚੇਂਜ ਕਰਨੀ ਉਹੀ ਹੈ ਕਿ ਤੁਸੀਂ ਧਾਰਮਿਕ ਚਿੰਨ੍ਹ ਪਾ ਕੇ ਮਤਲਬ ਉਹ ਚੀਜ਼ ਨੂੰ ਹਾਈਲਾਈਟ ਨਹੀਂ ਕਰ ਸਕਦੇ। ਹਾਂਜੀ, ਇਹ ਜ਼ਰੂਰੀ ਨਹੀਂ ਧਾਰਮਿਕ ਚਿੰਨ੍ਹ ਮੈਂ ਆਪ ਸਿਰ ਢੱਕਣਾ ਚਾਹੁੰਦਾ, ਠੀਕ ਹੈ ਕਿ ਨਹੀਂ। ਤੁਸੀਂ ਮੇਰੀ ਸੁਸਾਇਟੀ ਵੀ ਕਹਿੰਦੀ ਹੈ ਮੈਂ ਸਿਰ ਢੱਕਣਾ ਹੈਗਾ। ਸੋ ਅਖੀਰ ਇਹਨੂੰ ਜੀ ਇਹ ਉਹ ਜਿੱਤ ਹੋਈ ਹੈ ਤੇ ਅਖੀਰ ਫਿਰ ਇਹਨੇ ਇੰਟਰਨੈਸ਼ਨਲ ਲੈਵਲ ਤੇ ਖੇਡਣਾ ਸੀਗਾ। ਇੰਟਰਨੈਸ਼ਨਲ ਲੈਵਲ ਤੇ ਵਿਚਾਰੀ ਜਦੋਂ ਖੇਡਣ ਤੱਕ ਜਦ ਤੱਕ ਇਹਦੀ ਲੜਾਈ ਲੜੀ ਆ ਉੱਥੇ ਅਲਾਉਡ ਨਹੀਂ ਸੀਗਾ। ਜਦ ਤੱਕ ਲੜਾਈ ਲੜੀ ਆ ਸ਼ੀ ਸਟਾਪਡ ਪਲੇਇੰਗ। ਪਰ ਇਹ ਕਹਿੰਦੀ ਮੈਂ ਤਾਂ ਛੱਡਦਾ, ਅਗਲਿਆਂ ਹੋਰਾਂ ਕਿਸੇ ਨੂੰ ਕਿਉਂ ਹੋਵੇ। ਸ਼ੀ ਸਟਾਰਟਡ ਟੀਚਿੰਗ ਬਾਸਕਟਬਾਲ। ਸ਼ੀ ਮੂਵ ਟੂ ਕੈਨੇਡਾ। ਹੀਰੋ ਤੇ ਉਹਦਾ ਹਸਬੈਂਡ, ਉਹਦਾ ਹੁਣ ਬੱਚਾ ਕੈਨੇਡਾ 'ਚ ਆ ਕੇ ਹੁਣ ਇਹਨਾਂ ਨੇ ਇੱਥੇ ਨਵਾਂ ਵੈਂਚਰ ਸ਼ੁਰੂ ਕਰਨ ਲੱਗੇ ਆ। ਇੱਥੇ ਇਹਨਾਂ ਜਿਮ ਖੋਲ੍ਹਣ ਲੱਗੇ ਆ ਲੰਡਨ ਅੰਟੈਰੀਓ ਦੇ ਵਿੱਚ ਹੈਗਾ ਜੀ। ਤੇ ਆਈ ਗੈਸ ਇਟਸ ਅ ਵੈਰੀ ਇੰਸਪੀਰੇਸ਼ਨਲ ਸਟੋਰੀ ਕਿ ਜਿਹਨੂੰ ਖੇਡਣ ਨਹੀਂ ਤਾਂ ਜਾ ਰਿਹਾ ਅਖੀਰ ਉਹ ਹੋਰਾਂ ਨੂੰ ਦੂਜਿਆਂ ਨੂੰ ਸਿਖਾ ਰਹੀ ਹੈ ਕਿ ਉਹ ਇੱਕ ਆਪ ਜਿਹੜੀ ਬੈਰੀਅਰ ਸੀਗਾ ਉਹਨੂੰ ਕ੍ਰਾਸ ਕਰ ਗਈ ਤੇ ਲੋਕਾਂ ਨੂੰ ਅੱਗੇ ਮਦਦ ਕਰ ਰਹੀ ਹੈ ਕਿ ਤੁਸੀਂ ਅੱਗੇ ਵਧ ਸਕੋ। ਬਿਲਕੁਲ ਜੀ। ਤੇ ਹੁਣ ਇੱਥੇ ਸਾਡਾ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ ਕਿ ਜਾਂਦੇ ਜਾਂਦੇ ਇੱਕ ਇੰਪੋਰਟੈਂਟ ਖਬਰ ਜ਼ਰੂਰ ਡਿਸਕਸ ਕਰ ਦਈਏ ਕਿ ਗ੍ਰੀਸ ਦੇ ਵਿੱਚ, ਟਰਕੀ ਦੇ ਵਿੱਚ ਜਿਹੜਾ ਆ ਗ੍ਰੀਸ ਕੋਸਟ ਤੇ ਇੱਕ ਭੂਚਾਲ ਜਿਹੜਾ ਉੱਥੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੌਰਾਨ ਕਾਫੀ ਨੁਕਸਾਨ ਵੀ ਹੋਇਆ। 14 ਲੋਕਾਂ ਦੀ ਮੌਤ ਹੋ ਗਈ ਤੇ ਲਗਭਗ 419 ਲੋਕ ਜ਼ਖਮੀ ਹੋ ਗਏ। 7.0 ਦੇ ਨੇੜੇ ਤੇੜੇ ਦਾ ਜੀ ਇਹ ਅਰਥਕੁਏਕ ਸੀਗਾ ਰਿਚਰ ਸਕੇਲ ਦੇ ਉੱਤੇ। ਬੰਦੇ ਦਾ ਨਾਮ ਰਿਚਰ ਸੀਗਾ ਜੀ ਜਿਹਨੇ ਇਹ ਸਕੇਲ ਬਣਾਈ ਹੈਗੀ। ਵੈਸੇ ਮੈਜਰਮੈਂਟ ਕਰਨ ਦੇ ਹੋਰ ਵੀ ਬੜੇ ਢੰਗ ਹੈਗੇ ਨੇ, ਪਰ ਹੁਣ ਜਿਹੜਾ ਸਟੈਂਡਰਡ ਢੰਗ ਹੈਗਾ ਉਹ ਮੋਸਟਲੀ ਰਿਚਰ ਸਕੇਲ ਤੇ ਵਰਤਿਆ ਜਾਂਦਾ ਜੀ। 7 ਸਭ ਤੋਂ ਮੇਰੇ ਖਿਆਲ ਉੱਪਰਲਾ ਨੰਬਰ ਹੈ, ਬੜਾ ਡੇਂਜਰਸ ਹੈ। ਪਰ ਕੁਦਰਤੀ ਉਹ ਐਸੀ ਜਗ੍ਹਾ ਤੇ ਭੁਚਾਲ ਆਇਆ ਜਿੱਥੇ ਕਿ ਉਸ ਵੇਲੇ ਆਬਾਦੀ ਘੱਟ ਸੀਗੀ, ਥੋੜੀ ਸੀਗੀ। ਸੁਨਾਮੀ ਵੀ ਆਈ ਆ ਉਹਦੇ ਨਾਲ। ਸੁਨਾਮੀ ਆਉਣ ਦੇ ਨਾਲ ਸਮੁੰਦਰ ਦਾ ਪਾਣੀ ਉੱਪਰ ਧਰਤੀ ਤੇ ਆਇਆ ਔਰ ਜਾਂਦਾ ਹੈ, ਬਹੁਤ ਸਾਰੀਆਂ ਮੱਛੀਆਂ ਛੱਡ ਗਿਆ। ਕਈ ਘਰ ਹੈਗੇ ਨੇ ਜਿਹੜੀਆਂ ਮੌਤ ਇੱਕ ਵੀ ਬਹੁਤ ਵੱਡੀ ਗੱਲ ਹੈ, ਪਰ ਜਿਹੜੇ ਹਿਸਾਬ 'ਚ ਇਹ ਇੰਨਾ ਵੱਡਾ ਭੁਚਾਲ ਹੈ ਜੀ, ਨੁਕਸਾਨ ਉਸ ਹਿਸਾਬ ਘੱਟ ਹੋਇਆ ਜੀ। ਪਰ ਫਿਰ ਵੀ ਜਿਹੜੀਆਂ ਜਾਨ ਗ੍ਰੀਸ ਤੇ ਟਰਕੀ ਦੇ ਵਿਚਾਲੇ ਦੋਨਾਂ ਥਾਵਾਂ ਤੇ ਇਹਦਾ ਨੁਕਸਾਨ ਹੋਇਆ ਜੀ। ਬਿਲਕੁਲ ਜੀ। ਤੇ ਸਰ ਸਮਾਂ ਇਜਾਜ਼ਤ ਲੈਣ ਦਾ ਹੋ ਰਿਹਾ ਤੇ ਦਰਸ਼ਕਾਂ ਨੂੰ ਕਰ ਦਈਏ ਸਾਵਧਾਨ। ਕਿਹੜਾ ਕੁਐਸਚਨ ਆ ਰਿਹਾ ਫਿਰ ਅੱਜ? ਨਹੀਂ, ਅੱਜ ਮੈਂ ਡੇ ਦੱਸ ਦੇਣਾ ਜੀ, ਈਅਰ ਵੀ ਦੱਸ ਦੇਣਾ। ਕੱਲ ਮੈਂ ਇਹ ਨਹੀਂ ਸੀ ਦੱਸਿਆ। 82 ਦਾ ਜਨਮ ਹੈ ਜੀ ਇਹਨਾਂ ਦਾ। ਓਕੇ। ਮੇਲ ਹੈ ਜੀ ਇਹ। ਇਹਦਾ ਸਾਰਾ ਟੱਬਰ ਹੀ ਇਸ ਕੰਮ 'ਚ ਹੈ ਜੀ। ਕਿਸ ਕੰਮ 'ਚ ਹੈ ਸਰ? ਆ ਜਿਹੜੇ ਕੰਮ 'ਚ ਮੈਂ ਦੱਸਣ ਲੱਗਾ ਜੀ। ਠੀਕ ਹੈ ਜੀ। ਤੁਸੀਂ ਵੀ ਫਿਰ ਖੁਰਚਣੋਂ ਨਹੀਂ ਹਟਦੇ ਹੋ ਹੈ ਵੀ ਪਤਾ ਲੱਗੇ ਕੁਝ ਨਾ ਕੁਝ ਹੈ। ਥੈਂਕ ਯੂ। ਮੈਂ ਇੱਥੇ ਗੂਗਲ ਤੇ ਸਰਚ ਨਹੀਂ ਨਾ ਮਾਰਦੀ, ਮੈਂ ਨਾਲ ਨਾਲ ਦਿਮਾਗ ਸੋਚਦੀ ਜਦੋਂ ਮੇਰੇ ਲੱਗੇ ਛੱਡ ਗਿਆ ਤਾਂ ਮੈਂ ਸੋਚ ਲੈਂਦੀ ਹਾਂ। ਇਹਨੇ ਇੱਕ ਗੱਲ ਮੰਨੀ ਹੈ ਤਰ੍ਹਾਂ, ਇਹਦੇ ਪੇਰੈਂਟਸ ਵੀ ਐਕਟਰ ਇਸ ਬੰਦੇ ਦੇ ਵਿੱਚ ਸੀਗੇ। ਇਹਦੇ ਪੇਰੈਂਟਸ ਦੀ ਬਹੁਤ ਪ੍ਰੋਬਲਮ ਰਹੀ ਹੈ, ਇਹਨੇ ਪਬਲਿਕਲੀ ਮੰਨੀ ਆ ਵੀ ਉਹ ਪੇਰੈਂਟਸ ਇਹਦੇ ਲੜਦੇ ਰਹਿੰਦੇ ਸੀ ਆਪਸ ਵਿੱਚ। ਕਹਿੰਦਾ ਉਹ ਲੜਦੇ ਰਹਿੰਦੇ ਸੀਗੇ ਕਿ ਵੀ ਮੈਂ ਘਰੋਂ ਫਿਰ ਬਾਹਰ ਜਾ ਕੇ ਬਹਿਣਾ। ਕਹਿੰਦਾ ਸਾਰੀ ਰਾਤ ਲੜਾਈ ਹੋ ਜਾਂਦੀ ਸੀਗੀ ਤੇ ਕਹਿੰਦਾ ਜਦੋਂ ਹਟਦੇ ਸੀਗੇ ਕਹਿੰਦਾ ਫਿਰ ਮੈਂ ਘਰੇ ਜਾਂਦਾ ਸੀਗਾ। ਉਹਦੇ ਪਰਿਵਾਰਾਂ 'ਚ 100 ਐਸੀਆਂ ਗੱਲਾਂ ਹੁੰਦੀਆਂ ਨੇ, ਪਰ ਉਹਨਾਂ ਦੀ ਆਪਸ ਵਿੱਚ ਅੱਡੋ ਪਾਟੀ ਨਹੀਂ ਹੋਏ। ਜਿਹੜੀ ਵਾਈਫ ਸੀਗੀ
ਉਸ ਪਰਿਵਾਰ ਦੇ ਫੰਕਸ਼ਨਾਂ ਤੇ ਜਾਣੋ ਹਟ ਗਈ ਸੀਗੀ। ਉਹ ਜਿੰਨੇ ਵੀ ਫੰਕਸ਼ਨ ਮੈਂ ਉਹਨਾਂ ਦੇ ਦੇਖੇ ਉਹ ਨਹੀਂ ਹੁੰਦੀ, ਬਾਕੀ ਪਰਿਵਾਰ ਹੁੰਦਾ ਸੀਗਾ। ਸੋ ਐਸਾ ਹੀ ਇਹਨਾਂ ਦੇ ਵਿੱਚ ਹੀ ਇਹਨੂੰ ਫਿਰ ਇਹਨੇ ਇਹ ਸੰਜੇ ਲੀਲਾ ਪੰਸਾਲੀ ਦੇ ਇਹ ਜੀ ਅਸਿਸਟੈਂਟ ਬਣੇ ਔਰ ਕਹਿੰਦਾ ਜੀ ਮੈਂ ਉਹਦਾ ਉਹ ਕੰਮ ਕੀਤਾ ਜਿਹੜਾ ਉਹ ਨਹੀਂ ਵੀ ਸੀ ਕਰਨ ਵਾਲਾ। ਕਹਿੰਦਾ ਸਫਾਈ ਵੀ ਕਰਨੀ, ਸਭ ਕੁਝ ਕਰਨਾ। 16 ਘੰਟੇ ਕਹਿੰਦਾ ਮੈਂ ਕੰਮ ਕਰਦਾ ਰਿਹਾ। 16 ਘੰਟੇ ਕੰਮ ਕਿਉਂ ਕਰਦਾ ਰਿਹਾ? US ਜਾ ਕੇ ਪੜ੍ਹ ਕੇ ਗਿਆ ਸੀ, ਇੱਥੇ ਉਹ ਸਿਸਟਮ ਦੇਖ ਗਿਆ ਸੀ ਵੀ ਲੋਕੀ ਕੰਮ ਕਰਦੀ ਹੈਗੀ ਆ। ਉਹਨੇ ਅਖੀਰ ਫਿਰ ਉਹਨੇ ਅਸਿਸਟੈਂਟ ਦਾ ਤਾਂ ਕੰਮ ਕੀਤਾ ਸੀ, ਫਿਰ ਉਹਨੇ ਇਹਨੂੰ ਬ੍ਰੇਕ ਦਿੱਤੀ ਜੀ। ਪਹਿਲੀ ਫਿਲਮ ਫਿਰ ਇਹਨੇ ਉਹਦੀ ਕੀਤੀ ਜੀ, ਤੇ ਸੋਹਣੀ ਫਿਲਮ ਸੀਗੀ ਜੀ ਉਹ, ਪਰ ਚੱਲੀ ਨਹੀਂ ਇੰਨੀ। ਪਰ ਇਹਦਾ ਜਿਹੜਾ ਸੀਗਾ ਕਿਰਦਾਰ ਪਸੰਦ ਕੀਤਾ ਗਿਆ। ਇੱਕ ਫਿਲਮ 'ਚ ਇਹਨੇ ਦਸਤਾਰ ਵੀ ਸਜਾਈ ਸੀਗੀ ਜੀ। ਉਹ ਫਿਰ ਜੀ ਉਹ ਹੁਣ ਫਿਰ ਮੈਂ ਅੱਗੇ ਜਿਹੜਾ ਹੁਣ ਮੈਂ ਜਿਹੜੀ ਗੱਲ ਦੱਸੂਗਾ ਜੀ ਫਿਰ ਤਾਂ ਤੁਹਾਨੂੰ ਪਤਾ ਲੱਗ ਜਾਣਾ ਜੀ। ਇਹਨੇ ਜੀ ਫਿਰ ਇੱਕ ਤਰ੍ਹਾਂ ਨਾਲ ਇੰਡਸਟਰੀ ਦੇ ਹੀਰੋ ਦੇ ਉੱਤੇ ਫਿਲਮ ਬਣੀ ਹੈ, ਉਹਦੇ 'ਚ ਜੀ ਇਹਨੇ ਉਹਦਾ ਰੋਲ ਕੀਤਾ ਔਰ ਉਹ ਮੇਰੇ ਖਿਆਲ ਹੈ ਇੰਡਸਟਰੀ ਦੀ ਮੋਸਟ ਗ੍ਰੋਸਿੰਗ ਫਿਲਮ ਹੈਗੀ ਹੈ ਜੀ। ਤੇ ਇੱਕ ਫਿਲਮ ਸੀਗੀ ਜੀ ਇਹਨਾਂ ਨੇ ਘੰਟੀ ਵੱਜੀ ਦੀ ਗੱਲ ਕੀ ਹੈ? ਬਿਲਕੁਲ ਮੈਨੂੰ ਪਤਾ ਲੱਗ ਗਿਆ, ਦਰਸ਼ਕਾਂ ਨੂੰ ਕਿਵੇਂ ਨਹੀਂ ਪਤਾ ਲੱਗਿਆ? ਇੱਕ ਦਰਸ਼ਕ ਜੁੜ ਕੇ ਨਹੀਂ ਮੈਂ ਦੱਸਣਾ ਇੰਨਾ ਕੁਝ ਤਾਂ ਦੱਸਦਾ ਹੁਣ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕਰਨ ਜੀ। ਕਰਨ ਜੀ ਸਤਿ ਸ਼੍ਰੀ ਅਕਾਲ ਸਾਹਿਬ ਜੀ। ਸਰ ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ? ਸਰ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਅੱਜ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ। ਅੱਜ ਐ ਲੱਗ ਰਹੇ ਹੋ ਵੀ ਜਿਵੇਂ SSP ਸਾਡੇ ਸ਼ਹਿਰ ਦੇ ਥੈਂਕ ਯੂ ਜੀ। ਮੈਂ ਕਿਹਾ ਰੀਅਲੀ ਮੈਨੂੰ ਯਾਦ ਆ ਗਈ ਜੀ, ਮੇਰੇ ਉੱਥੇ ਬੜੇ ਪੁਲਿਸ ਅਫਸਰ ਦੋਸਤ ਸੀ। ਬਿਲਕੁਲ ਤੁਸੀਂ ਉਹਨਾਂ ਨਾਲੋਂ ਬਹੁਤ ਸੋਹਣੀ ਪੱਗ ਬੰਨੀ ਤੇ ਬਹੁਤ ਸੋਹਣੇ ਲੱਗ ਰਹੇ ਹੋ। ਥੈਂਕ ਯੂ ਜੀ, ਸੋ ਨਾਈਸ। ਥੈਂਕ ਯੂ ਜੀ। ਕੌਣ ਹੈ ਜੀ? ਗੱਲ ਕਰ ਰਹੇ ਜੀ ਤੇ ਤੁਸੀਂ ਗੱਲ ਕਰ ਰਹੇ ਹੋ ਰਣਵੀਰ ਕਪੂਰ ਦੀ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ, ਸਭ ਪਿੱਛੇ ਲੈਣਾ ਬਹੁਤ ਆ ਗਿਆ। ਥੈਂਕ ਯੂ ਜੀ, ਥੈਂਕ ਯੂ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਜੀ? ਮੈਂ ਨਿਊਯਾਰਕ ਤੋਂ ਬੋਲਦੀ ਪਈ ਹਾਂ। ਤੁਸੀਂ ਰਣਬੀਰ ਕਪੂਰ ਦੀ ਗੱਲ ਕਰ ਰਹੇ ਹੋ? ਰਣਬੀਰ ਕਪੂਰ ਪਹਿਲੀ ਫਿਲਮ ਸਾਵਰੀਆ ਸੀ। ਕੀ ਬਾਤ ਹੈ, ਕੀ ਬਾਤ ਹੈ। ਸ਼ੁਕਰੀਆ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਹੈਲੋ, ਹਾਂਜੀ ਕਿੱਥੋਂ? ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮਹਿੰਗਾ ਸਿੰਘ ਜੀ। ਹਾਂਜੀ ਕੌਣ ਹੈ? ਮਹਿੰਗਾ ਸਿੰਘ ਬੋਲ ਰਹੀ ਰਣਵੀਰ ਕਪੂਰ ਜੀ। ਥੈਂਕ ਯੂ ਮਹਿੰਗਾ ਜੀ, ਥੈਂਕ ਯੂ, ਸੋ ਨਾਈਸ। ਤੁਸੀਂ ਟੀਵੀ ਸਕਰੀਨ ਤੇ ਆਨਸਰ ਹੋਰ ਗੱਲਾਂ ਆ ਰਹੀਆਂ ਨੇ ਜੀ। ਹਾਂਜੀ ਥੈਂਕ ਯੂ। ਹੈਲੋ ਹਮਾਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ? ਔਰ ਸਤਿ ਸ਼੍ਰੀ ਅਕਾਲ ਮਰਗਿੰਦ ਜੀ, ਮੈਂ ਟੋਰਾਂਟੋ ਤੋਂ ਬੋਲ ਰਹੀ ਹਾਂ। ਹਾਂਜੀ ਜੀ ਮੈਮ ਦੱਸੋ ਜੀ ਕੀ? ਰਣਵੀਰ ਕਪੂਰ ਗੱਲ ਹੋ ਰਹੀ ਹੈ, ਰਿਸ਼ੀ ਕਪੂਰ ਤੇ ਨੀਤੂ ਜੀ। ਥੈਂਕ ਯੂ ਜੀ। ਥੈਂਕ ਯੂ ਸਰ। ਤੁਸੀਂ ਲੱਗਦੇ ਸਾਨੂੰ। ਥੈਂਕ ਯੂ ਜੀ। ਆਨਲਾਈਨ ਮੈਨੂੰ ਕਹਿਣਾ ਚਾਹੀਦਾ ਹੁੰਦਾ ਹੈ ਬਟ ਕਹਿ ਰਹੀ ਹਾਂ ਜੀ। ਤੁਹਾਨੂੰ ਨਹੀਂ ਕਹਿ ਰਹੇ ਸੀ ਗੋਇਲ ਜੀ ਸਮਾਰਟ ਲੱਗ ਰਹੇ, ਰੀਅਲੀ ਸਮਾਰਟ ਲੱਗਦੇ ਬਟ if I can say, I want to say, ਤੁਸੀਂ ਆਪਣੀ ਬਿਅਰਡ ਡਾਈ ਕਰ ਦਿੱਤੇ। ਗੱਲ ਇਹ ਹੋ ਗਿਆ ਜੀ ਕਿਉਂਕਿ ਤੁਹਾਨੂੰ ਪਤਾ ਵੀ ਪੈਂਡੈਮਿਕ ਚੱਲ ਰਿਹਾ, ਜਾਬਾਂ ਜੁਬਾਂ ਹੈ ਨਹੀਂ ਗਿਆ, ਪੈਸੇ ਹੁਣ ਹੈ ਨਹੀਂ ਗਏ ਜੀ, ਰੰਗ ਮੁੱਕ ਗਿਆ ਜੀ। ਨਹੀਂ ਇਹ ਤਾਂ ਐਕਸਕਿਊਜ਼ ਨਹੀਂ ਹੈਗਾ। ਥੈਂਕ ਯੂ ਜੀ। ਬਿਲਕੁਲ ਸ਼ੁਕਰੀਆ ਜੀ। ਬਣੇ ਹੋ ਚੰਗੀ ਲੱਗਦੀ ਹੋ। ਥੈਂਕ ਯੂ। ਸ਼ੁਕਰੀਆ ਮੈਮ ਕਾਲ ਕਰਨ ਲਈ। ਸ਼ੁਕਰੀਆ। ਕਰਨ ਤਾਂ ਸਮਾਰਟ ਲੱਗਦੀ ਹੈ। ਥੈਂਕ ਯੂ ਸੋ ਮਚ ਮੈਮ। ਥੈਂਕ ਯੂ ਜੀ। ਜੀ ਬਿਲਕੁਲ ਸਰ, ਸਾਡੇ ਕੁਝ ਦਰਸ਼ਕਾਂ ਨੇ ਸਾਨੂੰ ਫੇਸਬੁੱਕ ਤੇ ਵੀ ਕਮੈਂਟ ਕੀਤਾ ਆ, ਜਿਹਦੇ ਵਿੱਚ ਸਾਨੂੰ ਹਰਪ੍ਰੀਤ ਸਿੰਘ ਕਹਿ ਰਹੇ ਨੇ ਰਣਬੀਰ ਕਪੂਰ, ਸੇਵਾ ਸਿੰਘ ਵੀ ਕਹਿ ਰਹੇ ਨੇ ਰਣਬੀਰ ਕਪੂਰ, ਅਨਿਲ ਲਖਵਾਲ ਜੀ ਵੀ ਕਹਿ ਰਹੇ ਨੇ ਰਣਬੀਰ ਕਪੂਰ, ਸਰਬ ਸਿੰਘ ਕਹਿ ਰਹੇ ਨੇ ਰਣਬੀਰ ਕਪੂਰ ਤੇ ਸਰਬ ਸਿੰਘ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਦੇਖੋ ਉਹਨਾਂ ਨੂੰ ਵੀ ਹੋ ਗਿਆ, ਬਹੁਤ ਹੋ ਗਿਆ ਮੇਰੇ ਖਿਆਲ ਇਸ ਹਫਤਾ ਬਹੁਤ ਸੁਣਦਾ ਉਹਨਾਂ ਦਾ ਦਮ ਦਿਓ ਤੁਹਾਨੂੰ ਥੋੜਾ। ਠੀਕ ਹੈ, ਨਹੀਂ ਆਪਾਂ ਦੱਸ ਹੀ ਦਰਸ਼ਕਾਂ ਨੂੰ ਕੀ ਇਹਦਾ ਆਨਸਰ ਹੈ। ਹਾਂ ਸਹੀ ਗੱਲ ਹੈ। ਰਣਬੀਰ ਕਪੂਰ ਹੈ ਜੀ, ਬਿਲਕੁਲ ਦੱਸਣ ਦੀ ਕੋਈ ਜ਼ਰੂਰਤ ਨਹੀਂ ਰਹੇਗੀ। ਤੁਸੀਂ ਗੱਲ ਮੇਰੀ ਪੂਰੀ ਇਹਦੇ ਬਾਰੇ ਤਾਂ ਬੜੀ ਲੰਬੀ ਚੌੜੀ ਰੱਖਣੀ ਸੀਗੀ ਪਰ ਲੋੜ ਹੀ ਨਹੀਂ ਰਹੀ। ਸਾਰਾ ਪਰਿਵਾਰ ਆਪਾਂ ਨੂੰ ਹਾਫ ਟਾਈਮ ਆਪਾਂ ਨੂੰ ਖਬਰਾਂ ਕਵਰ ਕਰਨੀਆਂ ਚਾਹੀਦੀਆਂ, ਹਾਫ ਟਾਈਮ 'ਚ ਆਪਾਂ ਨੂੰ ਕੁਐਸਚਨ ਹੀ ਪੁੱਟ ਕਰਨਾ ਚਾਹੀਦਾ ਕਿੰਨੀਆਂ ਕਾਲਸ ਆਉਂਦੀਆਂ ਨੇ। ਸਹੀ ਗੱਲ ਹੈ ਤਰਨਜੀਤ। ਦੇਖੋ ਇਹ ਇਹਨਾਂ ਦਾ ਪਿਆਰ ਹੈ ਜੀ, ਤੁਸੀਂ ਸਾਨੂੰ ਹੁੰਗਾਰਾ ਪੜ੍ਹਦੇ ਹੋ, ਸੋ ਨਾਈਸ ਆਫ ਯੂ। ਚੰਗਾ ਲੱਗਦਾ ਜੀ, ਅਸੀਂ ਮਨ ਖੁਸ਼ ਹੁੰਦਾ ਤੁਹਾਡੇ ਨਾਲ ਗੱਲਾਂ ਹੋਰ ਕਰਨ ਨੂੰ ਜੀ ਕਰਦਾ। ਤੁਸੀਂ ਜਿਹੜਾ ਹੰਗਾਰਾ ਪੜ੍ਹਦੇ ਹੋ, ਸੋ ਨਾਈਸ ਆਫ ਯੂ। ਥੈਂਕ ਯੂ ਵੈਰੀ ਮੱਚ। ਹੈਲੋਵੀਨ ਹੈ ਜੀ, ਪਲੀਜ਼ ਅਵੋਇਡ ਕਰਿਓ ਜਿੰਨਾ ਅਵੋਇਡ ਕਰ ਸਕਦੇ ਹੋ। ਇਹ ਅੱਗੇ ਹੋਰ ਨਾ ਵਧੇ ਬਿਮਾਰੀ ਨੂੰ, ਕੋਸ਼ਿਸ਼ ਕਰੋ, ਬੱਚਿਆਂ ਦਾ ਖਿਆਲ ਰੱਖੋ ਜੀ। ਹੈਵ ਅ ਨਾਈਸ ਹੈਲੋਵੀਨ, ਇੰਜੋਏ ਇਟ, ਆਪਦੇ ਘਰਾਂ 'ਚ ਰਹਿ ਕੇ ਇੰਜੋਏ ਕਰੋ। ਅੱਜ ਇੰਨੇ ਕਾਫੀ ਜੀ, ਮੰਡੇ ਨੂੰ ਤੁਹਾਨੂੰ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਤੇ ਹੈਵ ਅ ਸੇਫ ਵੀਕਐਂਡ ਤੇ ਪੈਂਡੈਮਿਕ ਦਾ ਥੋੜਾ ਬਹੁਤ ਖਿਆਲ ਜ਼ਰੂਰ ਰੱਖਿਓ। ਦੇਖਦੇ ਰਹੋ ਹਮਦਰਦ ਟੀਵੀ ਇਸ ਤਰ੍ਹਾਂ ਵੀ। ਸਤਿ ਸ਼੍ਰੀ ਅਕਾਲ।